ਹਾਜ਼ਰੀ ਜੀ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਰੋਜ਼ ਇਸ ਕੋਲੇ ਆਪ ਜੀ ਦੇ ਨਾਲ ਹਾਜ਼ਰੀ ਲਵਾ ਲਈਦੀ ਹੈ। ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੀਆਂ ਖਬਰਾਂ ਹੋਣ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਤੇ ਬਾਕੀ ਜਿਹੜੇ ਕੋਈ ਫਿਕਰ ਨੇ ਆਪਾਂ ਉਹਨਾਂ ਦਾ ਜ਼ਿਕਰ ਵੀ ਕਰ ਲਈਏ। ਸੋ ਅੱਜ ਵੀ ਕਰਾਂਗੇ। ਨਾਲ ਵੀਰ ਪਰਮਵੀਰ ਬਾਠ ਹੁਣੀ ਆ ਗਏ ਆ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਠੀਕ ਠਾਕ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣਾਓ ਸਿਹਤਾਂ ਵਧੀਆ ਜੀ, ਬਾਲਾ ਠੀਕ ਆ ਹੁਣ ਤਾਂ, ਕਿਉਂਕਿ ਮੀਂਹ ਕਣੀ ਪੈ ਗਿਆ ਸੀ, ਧੂੜ ਧੜ ਬਹਿ ਗਈ ਆ, ਮੌਸਮ ਸਾਫ਼ ਹੋ ਗਿਆ। ਆਹਾ ਦੇਖੋ ਇਹ ਇੱਕ ਫਾਇਦਾ ਹੈਗਾ ਨਾ, ਮਤਲਬ ਪੱਠੇ ਲਿਆਉਣੋਂ ਬਚੇ ਨਹੀਂ ਤੇ ਮੀਂਹ ਪਿਆ ਹੁੰਦਾ ਤੇ ਮਤਲਬ ਗੱਚ 'ਚ ਪਾਣੀ ਖਲੋਤਾ ਹੋਵੇ ਤੇ ਬੰਦੇ ਨੂੰ ਨਾ ਇੱਕ ਰੰਗ ਆਉਂਦਾ ਤੇ ਦੂਜਾ ਜਾਂਦਾ ਵੀ ਯਾਰ ਪਹਿਲੀ ਗੱਲ ਤੇ ਵੱਢਣੇ ਕਿੱਦਾਂ, ਜੇ ਵੱਢ ਲਏ ਤੇ ਚੁੱਕਣੇ ਕਿੱਦਾਂ, ਤੇ ਚੁੱਕ ਲਏ ਤੇ ਸਾਈਕਲ ਤੇ ਕਿੱਦਾਂ ਲੱਦਣੇ ਆ, ਤੇ ਜੇ ਲੱਦ ਵੀ ਲਏ ਤੇ ਫਿਰ ਜਿੱਦਾਂ ਦਾ ਸਾਈਕਲ ਹੈ ਤੇ ਗਿੱਲਾ ਗੱਚ ਆ ਘਰ ਤੱਕ ਆਊ ਕਿੱਦਾਂ। ਨਹੀਂ, ਜਦੋਂ ਗਾਚੇ ਦੀ ਗੱਲ ਆਉਂਦੀ ਹੈ ਤਾਂ ਲੰਬਾ ਹੁੰਦਾ ਤੇ ਉਹਦੇ ਤੋਂ ਬਾਅਦ ਸਾਈਕਲ ਚਲਾਉਣਾ ਜਾਂ ਤੂਰਨਾ ਵੀ ਇਦਾਂ ਹੈ ਕਿ ਪਰਲੇ ਪਾਸੇ ਮਿੱਟੀ ਨਾਲ ਲਿਬੜਨ, ਕਿਉਂਕਿ ਜੇ ਲਿਬੜੇ ਤਾਂ ਇੱਕ ਪਾਸਿਓਂ ਸਾਈਕਲ ਘਰ ਜਾ ਕੇ ਕੰਧ ਨਾਲ ਲਾ ਕੇ ਤੇ ਦੂਜੇ ਪਾਸੇ ਪਾਣੀ ਦੀ ਬਾਲਟੀ ਲਿਆ ਕੇ ਫਿਰ ਉਹ ਧੋਣੇ ਪੈਣੇ। ਨਹੀਂ, ਉਹਦਾ ਤਰੀਕਾ ਇਹ ਹੁੰਦਾ ਨਾ ਵੀ ਉਹ ਜਿਹੜੇ ਪਾਸੇ ਪੱਤੇ ਜੇ ਇਹਨਾਂ ਨੂੰ ਇੱਕ ਮਰੋੜ ਕੇ ਗੰਢ ਦੇ ਲੈਣੀ, ਮਾਈ ਦੀ ਪੂਛ ਨੂੰ ਨਹੀਂ ਦੇਈਦੀ ਇਹਦਾ। ਵੈਸੇ ਚਲੋ ਸਾਈਕਲ ਦੀ ਗੱਲ ਜੇ ਤੋਰ ਹੀ ਲਈ, ਆਪਾਂ ਜੇ ਕੱਲ੍ਹ ਹੀ ਗੱਲ ਕਰਦੇ ਸੀ ਨਾ ਵੀ ਆਪਣੇ ਵਾਲਿਆਂ ਤੇ ਪੰਜਾਬ ਨਾ ਉਹ ਪੱਠੇ ਲਿਆਉਣ ਵਾਲੇ ਸਾਈਕਲ ਵਰਗਾ ਕਰ ਦਿੱਤਾ ਵੀ ਜਿਹਦੇ ਨਾ ਮਡਗਾਰਡ ਆ, ਨਾ ਬ੍ਰੇਕਾਂ ਆ, ਨਾ ਜਿੰਦਰਾ ਆ, ਨਾ ਸਟੈਂਡ ਹੀ ਆ। ਹਾਂ ਕਰੀਅਰ ਜਿਹਾ ਜਿਹੜਾ ਮਗਰਲਾ ਹੁੰਦਾ ਕਲੀਅਰ ਥੋੜ੍ਹਾ ਜਿਹਾ ਉਹਨਾਂ ਨੇ ਵੱਡਾ ਬਣਾਇਆ, ਕਿਉਂਕਿ ਉੱਤੇ ਵੀ ਪੰਡਾ ਉਹਨਾਂ ਨੇ ਆਪਣੇ ਢੋਣੀਆਂ ਹੁੰਦੀਆਂ, ਲੋਕਾਂ ਦਾ ਕੋਈ ਲੈਣ ਦੇਣਾ ਹੈ ਨਹੀਂ। ਪਰ ਹੁਣ ਇੱਕ ਜਿਹੜੀ ਚਰਚਾ ਜੀ ਚੱਲੀ ਜਾਂਦੀ ਹੈ ਵੀ ਕਿਤੇ ਵੀ ਕਹਿੰਦੇ ਸਰਕਾਰ 2014 'ਚ ਸੀ ਜਿਹੜੀ, ਉਹਨੇ ਸ਼ੈਂਕਲ ਦੇਣੇ ਸੀ ਜੀ ਗਰੀਬਾਂ ਨੂੰ, ਕਹਿੰਦੇ ਸ਼ੈਂਕਲ ਦੇਣੇ ਆ, ਇਸ ਕਰਕੇ ਸ਼ੈਂਕਲ ਲਾਓ। ਸ਼ੈਂਕਲ ਲੈ ਵੀ ਲੈ ਗਏ, ਫਿਰ ਸ਼ੈਂਕਲ ਕੁਛ ਵੰਡ ਦਿੱਤੇ ਗਏ। ਉਦੋਂ ਬਾਅਦ ਜਿਹੜੇ ਹੁਣ ਅਜੇ ਤੱਕ ਸ਼ੈਂਕਲ ਪਏ ਆ, ਮਤਲਬ ਜੇ ਮੈਂ 14 ਦੀ ਗੱਲ ਕਰਾਂ ਤੇ ਹੁਣ 7 ਸਾਲ ਤੇ ਸੁੱਖ ਨਾਲ ਲੰਘ ਗਏ, ਗਾਂ 8ਵਾਂ ਵੀ ਲੱਗ ਜਾਣਾ। ਹੁਣ ਤੇ ਉਹ ਪੱਠੇ ਲਿਆਉਣ ਜੋਗੇ ਵੀ ਨਹੀਂ ਰਹਿ ਗਏ। ਨਹੀਂ, ਹੋ ਸਕਦਾ 3 ਮੁੱਖ ਮੰਤਰੀ ਬਦਲ ਗਏ, ਉਦੋਂ ਦੇ ਲਿਆਉਂਦੇ ਹੀ ਹੋਣ ਪੱਠੇ। ਆਮ ਤੌਰ ਤੇ ਇਹੀ ਹੁੰਦਾ ਨਾ ਕਿ ਘਰ ਦੇ ਕੰਮਾਂ ਲਈ ਵਰਤੀ ਜਾਂਦੇ ਆ ਜੀ, ਸਰਕਾਰੀ ਕਾਰ ਘਰ ਦੇ ਕੰਮਾਂ ਲਈ ਵਰਤੀ ਜਾਂਦੇ ਆ, ਸਿਕਿਉਰਿਟੀ ਘਰ ਦੇ ਕੰਮਾਂ ਲਈ ਵਰਤੀ ਜਾਂਦੇ ਆ, ਹੋਰ ਵੀ ਚੀਜ਼ਾਂ। ਮਾਲੀ ਸਾਹਿਬ ਕਿੱਥੇ ਨੇ ਜਿਹੜੇ ਸਰਕਾਰੀ ਦਫ਼ਤਰ 'ਚ, ਉਹ ਜੀ ਮਾੜਾ ਜਿਹਾ ਸਾਹਿਬ ਦੇ ਘਰੇ ਗਏ ਆ। ਹੋ ਸਕਦਾ ਜਿਹੜੀ ਸਿਆਸਤਦਾਨਾਂ ਦਾ ਕੰਮ ਇਹ ਜਿਹੜੀ ਸਰਕਾਰੀ ਚੀਜ਼ ਆ ਵਰਤ ਲਓ। ਹੋ ਸਕਦਾ ਕਿ ਉਹ ਕਹਿੰਦੇ ਹੁਣ ਕਿ ਭਾਈ ਕੋਈ ਗੱਲ ਨਹੀਂ, ਸਾਈਕਲ ਪਿਆ ਚਲੋ ਇਹੀ ਵਰਤ ਲਓ, ਜੇ ਕਿਤੇ ਵਾਂਢੇ ਜਾਣਾ ਤਾਂ ਸਾਈਕਲ ਦੇ ਉੱਤੇ ਜਾਇਓ। ਤੁਸੀਂ ਹੋਰ ਦੇਖੋ ਕਮਾਲ ਦੀ ਗੱਲ, ਸਾਈਕਲਾਂ ਦਾ ਤਾਂ ਇਤਿਹਾਸ ਹੀ ਪੰਜਾਬ ਦੇ ਨਾਲ ਬੜਾ ਜੁੜਿਆ। ਤੁਹਾਨੂੰ ਯਾਦ ਹੋਣਾ ਕਿ ਇੱਕ ਸਰਕਾਰ ਨੇ ਪੰਜਾਬ ਦੇ ਵਿੱਚ ਕਿਹਾ ਸੀ ਕਿ ਅਸੀਂ ਲੜਕੀਆਂ ਨੂੰ ਸਾਈਕਲ ਦੇਣੇ ਆ। ਉਹਦੇ ਤੋਂ ਬਾਅਦ ਫਿਰ ਸਾਈਕਲ ਜਿਹੜੇ ਆ ਉਹ ਵੰਡੇ ਜਾਣੇ ਸ਼ੁਰੂ ਕੀਤੇ। ਪਹਿਲਾਂ ਤਾਂ ਸਕੂਲਾਂ ਦੇ ਵਿੱਚ ਕਮਰਾ ਨਾ ਲੱਭਣਾ, ਸਾਈਕਲ ਉੱਥੇ ਆ ਜਾਣੇ, ਫਿਰ ਉਹ ਆਣ ਕੇ ਫਿੱਟ ਕਰਨੇ ਆ। ਪਹਿਲਾਂ ਸਰਕਾਰੀ ਦਫ਼ਤਰਾਂ 'ਚ ਪਏ ਰਹਿਣੇ, ਉਹਦੇ ਤੋਂ ਬਾਅਦ ਉੱਥੇ ਫਿੱਟ ਕਰਨ ਵਾਲਿਆਂ ਨੇ ਪਹਿਲਾਂ ਜੁਗਾੜ ਲਾ ਲੈਣਾ, ਉਹਦੇ ਤੋਂ ਬਾਅਦ ਸਰਕਾਰੀ ਸਕੂਲਾਂ 'ਚ ਆ ਜਾਣੇ। ਫਿਰ ਮਹੀਨਾ ਇਸੇ ਚੱਕਰ 'ਚ ਨਾ ਵੰਡ ਹੋਣੇ ਕਿ ਮੰਤਰੀ ਸਾਹਿਬ ਦੇ ਕੋਲ ਵੇਲ ਨਹੀਂ ਹੈਗਾ। ਹੋ ਸਕਦਾ ਮੰਤਰੀ ਸਾਹਿਬ ਕੋਲ ਵੇਲ ਨਾ ਹੋਵੇ, ਪਰ ਨਿਆਣੇ ਨਿੱਕੇ ਕੁੜੀਆਂ ਧੀ ਧਿਆਣੀਆਂ ਉਹ ਤਾਂ ਤੁਰ ਕੇ ਘਰ ਨੂੰ ਜਾਂਦੀਆਂ ਸੀ ਨਾ। ਫਿਰ ਸਾਈਕਲ ਵੰਡ ਹੋਣੇ, ਉਹਦੇ ਤੋਂ ਬਾਅਦ ਨਿਆਣਿਆਂ ਨੂੰ ਸੰਗ ਜੀ ਆਉਣੀ ਕਿ ਸਕੀਮ ਵਾਲਾ ਲਿਖਿਆ ਬੋਰਡ ਵੀ ਲੱਗਾ ਹੁੰਦਾ ਸੀ ਨਾਲ। ਪਹਿਲਾਂ ਤਾਂ ਜਾ ਕੇ ਨਾ ਪਾਪਾ ਪਹਿਲਾਂ ਬੋਰਡ ਲਾ ਦੇ, ਐਵੇਂ ਔਖਾ ਜਿਹਾ ਲੱਗਦਾ। ਪਹਿਲਾਂ ਜਾ ਕੇ ਬੋਰਡ ਲਾਉਣਾ, ਬਾਅਦ 'ਚ ਰੌਲਾ ਪੈਣਾ ਕਿ ਭਾਈ ਸਾਈਕਲ ਤਾਂ ਇਹਦੇ ਤੇ ਖੜਕ ਛੇਤੀ ਜਾਂਦੇ ਆ। ਭਾਈ ਸਰਕਾਰੀ ਸਾਈਕਲ ਆ, ਜੇ ਰੋਡਵੇਜ ਖੜਕ ਸਕਦੀ, ਸਾਈਕਲ ਕਿਤੇ ਪਾਣੀ ਹਾਰਾ। ਨਹੀਂ ਉਹ ਤਾਂ ਹੈ ਹੀ ਆ। ਪਰ ਦੇਖੋ ਜਿਹੜੇ ਵੀ ਬੰਦਿਆਂ ਨੇ ਉਦੋਂ ਸਕੀਮ ਲਾਈ, ਚੰਗੀ ਲਾਈ, ਉਹ ਕਹਿੰਦੇ ਵੀ ਰੰਗ ਸਾਈਕਲ ਨੂੰ ਉਹ ਕਰਨਾ ਜਿਹੜਾ ਦੂਰੋਂ ਪਛਾਣਿਆ ਜਾਵੇ ਜੀ, ਪਤਾ ਲੱਗ ਜੇ ਵੀ ਇਹ ਸਕੀਮ ਵਾਲਾ ਹੀ, ਕਿਉਂਕਿ ਸਟਿੱਕਰ ਤੇ ਬੰਦਾ ਲਾ ਲੂ, ਰੰਗ ਥੋੜਾ ਕਰਾ ਲੈਣ ਲੱਗਾ ਸਾਈਕਲ ਨੂੰ। ਪਰ ਚਲੋ ਜਿੱਦਾਂ ਵੀ ਚੱਲਦਾ ਰਿਹਾ, ਹੁਣ ਜਿਹੜੀ ਵੀ ਸਕੀਮ 'ਚ ਸੀਗਾ, ਇਹ ਤੇ ਕਹਿੰਦੇ ਕਿਸੇ ਹੋਰ ਸਕੀਮ 'ਚ ਸੀਗੇ, ਸ਼ਾਇਦ ਮਜ਼ਦੂਰਾਂ ਨੂੰ ਦਿੱਤੇ ਜਾਣੇ ਸੀ, ਕੰਸਟਰਕਸ਼ਨ ਵਾਲੇ ਵਰਕਰ ਸੀ, ਉਹਨਾਂ ਨੂੰ ਦਿੱਤੇ ਜਾਣੇ ਸੀ। ਪਰ ਜੇ ਦਿੱਤੇ ਵੀ ਜਾਣੇ ਸੀ, ਜੇ ਉਹਨਾਂ ਨੇ ਐਪਲੀਕੇਸ਼ਨਾਂ ਵੀ ਦਿੱਤੀਆਂ ਸੀ, ਤੇ ਫਿਰ ਐਸੀ ਕਿਹੜੀ ਕਹਾਣੀ ਹੋ ਗਈ ਹੋਊਗੀ ਵੀ ਇੱਕ ਜਗ੍ਹਾ ਤੋਂ ਪੈਸੇ ਤੇ ਆਮ ਲੋਕਾਂ ਦੀ ਜੇਬਾਂ ਦੇ ਹੀ ਹੈ, ਵੀ ਉਹ ਖਜ਼ਾਨੇ 'ਚ ਪਾਏ ਗਏ, ਜਾਂ ਖਾਲੀ ਖਜ਼ਾਨਾ ਉਦੋਂ ਵੀ ਹੁੰਦਾ ਉਹ 'ਚੋਂ ਕੱਢੇ ਗਏ। ਕੰਪਨੀ ਜਿਹੜੀ ਨੇ ਸਾਈਕਲ ਬਣਾਉਣੇ ਸੀ ਉਹਨੂੰ ਦਿੱਤੇ ਗਏ, ਕੰਪਨੀ ਨੇ ਸਾਈਕਲ ਦੇ ਵੀ ਦਿੱਤੇ, ਅਰਜੀ ਵਾਲੇ ਨੇ ਅਰਜੀ ਵੀ ਦੇ ਦਿੱਤੀ ਹੈ। ਫਿਰ ਉਹ ਜਿਹੜੇ ਸਾਈਕਲ ਹੈ ਸਿਰਫ ਇਸੇ ਕੋਲੇ ਰਹਿ ਗਏ ਹੋਣੇ ਆ ਵੀ ਹਾਂਜੀ ਮੰਤਰੀ ਸਾਹਿਬ ਕੋਲ ਟਾਈਮ ਹੈ ਨਹੀਂ। ਹੋਰ ਵੈਸੇ ਤੇ ਇਹ ਤਾਂ ਨਹੀਂਗਾ ਵੀ ਮਤਲਬ ਸਾਈਕਲ ਦਾ ਜੀਅ ਨਹੀਂ ਕਰਦਾ ਵੀ ਮੈਂ ਜਾਣਾ ਨਹੀਂ। ਦੇਖੋ ਟਾਈਮ ਵੀ ਹੈ ਨਹੀਂ, ਧਿਆਨ ਵੀ ਨਹੀਂ। ਪਹਿਲਾਂ ਤਾਂ ਜਦੋਂ ਤੁਸੀਂ ਦੇਖੋ ਸਾਈਕਲ ਵੰਡ ਹੋਏ ਨਹੀਂ ਵੰਡ ਹੋਏ ਵੱਖਰੀ ਗੱਲ ਹੈ। ਪਹਿਲਾਂ ਜਦੋਂ ਸਕੀਮ ਲਾਂਚ ਕੀਤੀ ਹੋਣੀ, ਉਦੋਂ ਸਵਿਚ ਨੱਪਦੇ ਹੋਏ ਸਕੀਮ ਦਾ ਫੋਟੋ ਲੱਗ ਗਈ ਹੋਣੀ ਆ। ਉਹਦੇ ਤੋਂ ਬਾਅਦ ਫਿਰ ਕਹਿੰਦੇ ਹੋਣੇ ਜੀ ਅਰਜ਼ੀਆਂ ਅੱਜ ਤੋਂ ਸ਼ੁਰੂ, ਫਿਰ ਅਰਜ਼ੀਆਂ ਦਾ ਸਵਿਚ ਨੱਪਦੇ ਹੋਏ ਫਿਰ ਇੱਕ ਪ੍ਰੈਸ ਕਾਨਫਰੰਸ ਹੋਈ, ਇੰਨੀਆਂ ਅਰਜ਼ੀਆਂ ਉਹ ਸਾਰੀ ਮਜ਼ਦੂਰਾਂ ਵੱਲੋਂ ਆ ਗਈਆਂ, ਉਹਨਾਂ ਨੂੰ ਸਾਈਕਲ ਦਿੱਤੇ ਜਾਣਗੇ, ਉਹਨਾਂ ਦੇ ਬੱਚਿਆਂ ਨੂੰ ਸਾਈਕਲ ਦਿੱਤੇ ਜਾਣਗੇ। ਉਹਦੇ ਤੋਂ ਬਾਅਦ ਫਿਰ ਪ੍ਰੈਸ ਕਾਨਫਰੰਸ, ਸਾਈਕਲ ਪੁੱਜ ਚੁੱਕੇ ਨੇ। ਫਿਰ ਰੌਲਾ ਪੈ ਗਿਆ ਹੋਣਾ ਕੋਈ, ਫਿਰ ਚੇਤਾ ਭੁੱਲ ਗਿਆ, ਅਫਸਰਾਂ ਨੂੰ ਵੀ ਚੇਤਾ ਭੁੱਲ ਗਿਆ, ਕਿਹੜਾ ਸਰਕਾਰੀ ਦਫ਼ਤਰ ਦਾ ਜਿੰਦਰਾ ਕਦੇ ਖੋਲ੍ਹ ਕੇ ਵੇਖਣਾ ਹੀ। ਤੁਸੀਂ ਇਹ ਦੇਖੋ ਕਿ ਕਿੰਨਾ ਮਾਣ ਹੈ ਆਪਣੇ ਪੰਜਾਬ ਦੇ ਕੰਸਟਰਕਸ਼ਨ ਵਰਕਰਾਂ ਦੇ ਉੱਤੇ ਸਾਡੀਆਂ ਸਰਕਾਰਾਂ ਨੂੰ, ਕਿ ਉਦੋਂ ਬਾਦਲ ਸਾਹਿਬ ਮੁੱਖ ਮੰਤਰੀ, ਫਿਰ 4.5 ਸਾਲ ਕੈਪਟਨ ਸਾਹਿਬ ਰਹੇ, ਹੁਣ ਚੰਨੀ ਸਾਹਿਬ ਵੀ ਹੈਗੇ ਆ, ਪਰ ਸਾਰਿਆਂ ਨੂੰ ਇੰਨਾ ਮਾਣ ਹੈ ਕਿ ਸਰੀਰੋਂ ਬਹੁਤ ਤਕੜੇ ਆ
ਜੇ ਕੰਸਟਰਕਸ਼ਨ ਵਾਲਿਆਂ ਨੂੰ ਕਿਤੇ ਤੁਰ ਕੇ ਜਾਣਾ ਵੀ ਪੈਂਦਾ ਤਾਂ 7-8 ਸਾਲੇ ਜਾਈ ਜਾਣ, ਕੋਈ ਗੱਲ ਨਹੀਂ। ਸਾਈਕਲਾਂ ਦਾ ਕੀ ਹੈ, ਕਿਉਂਕਿ ਜਿੱਦਣ ਸਾਈਕਲ ਆ ਗਿਆ ਇਹਨਾਂ ਨੇ ਤੁਰਨਾ ਛੱਡ ਦੇਣਾ, ਸਰੀਰ ਸਿਹਤ ਖਰਾਬ ਹੋ ਜਾਂਦੀ ਉਸ ਤੋਂ ਬਾਅਦ, ਇਸ ਕਰਕੇ ਬਹੁਤ ਖਿਆਲ ਰੱਖਦੇ ਆ। ਹੋ ਸਕਦਾ। ਹਾਂ, ਇੱਕ ਚੀਜ਼ ਮੈਂ ਹੋਰ ਸੋਚਦਾ ਸੀ, ਦੇਖੋ ਆਪਣੇ ਚਰਚਾ ਚੱਲਦੀ ਹੁੰਦੀ ਵੀ ਪੰਜਾਬ ਬਈ ਦੇਸ਼ ਦਾ ਨੰਬਰ 1 ਸੂਬਾ ਜੀ। ਅਜੇ ਵੀ ਹੋ ਸਕਦਾ ਹੋਰ 15-20 ਦਿਨਾਂ ਨੂੰ, ਮਹੀਨੇ ਨੂੰ ਕੋਈ ਸਰਕਾਰ ਐਡ ਦੇ ਦੇਵੇ ਵੀ ਦੇਖੋ ਜੀ ਅਸੀਂ ਨੰਬਰ 1 ਬਣਾਤਾ। ਮਤਲਬ 17 ਤੱਕ ਨੰਬਰ 1 ਨਹੀਂ ਸੀਗਾ, 4.5 ਸਾਲ ਕੈਪਟਨ ਸਾਹਿਬ ਨੇ ਬਣਾਇਆ, ਫਿਰ ਮਗਰਲੇ ਬਸ 3 ਕੁ ਮਹੀਨੇ 'ਚ ਅਸੀਂ ਨੰਬਰ 1 ਤੋਂ ਜਮਾ ਉੱਪਰਲੇ ਟੌਪ ਤੇ ਲੈ ਗਏ, ਇਸ਼ਤਿਹਾਰ ਹੀ ਦੇਣਾ। ਪਰ ਮੈਂ ਵੈਸੇ ਸੋਚਦਾ ਸੀ ਵੀ ਦੇਖੋ ਜੇ ਖਾਣ ਪੀਣ ਵਾਲੇ ਪਾਸੇ ਵੇਖਿਆ ਜਾਵੇ ਤੇ ਟਮਾਟਰ ਦਾ ਵੀ ਹੁਣ ਤੇ ਸਾਈਕਲ ਵਾਲਾ ਕੋਟਾ ਹੀ ਰਹਿ ਗਿਆ। ਪਿਛਲੇ ਦਿਨ ਇੱਕ ਬਿਹਾਰ 'ਚੋਂ ਐਡ ਆਈ ਸੀ ਨਾ, ਖਬਰ ਆਈ ਸੀ ਵੀ ਉੱਥੇ ਜੀ ਭਾਈ ਸਾਹਿਬ ਇੱਕ ਲੀਡਰ ਸਾਹਿਬ ਆ, ਤੇ ਲੀਡਰ ਸਾਹਿਬ ਦੇ ਪਰੇ ਉਹ ਭੱਠੇ ਵਾਲੇ ਪਾਸੇ ਐਂਬੂਲੈਂਸਾਂ ਡੱਕੀਆਂ ਜੀ, ਸਰਕਾਰੀ ਪੈਸੇ 'ਚੋਂ ਲਿਆਂਦੀਆਂ, ਰੇਤਾ ਢੋਂਦੇ ਤੱਪੜ ਪਾ ਕੇ। ਹੁਣ ਮੈਂ ਸੋਚਾਂ ਵੀ ਬਿਹਾਰ ਵਾਲਾ ਜਿਹੜਾ ਸੂਬਾ, ਆਪ ਮਤਲਬ ਬੈਕਵਰਡ ਸੂਬਾ ਕਹਿੰਦੇ, ਉਹਨਾਂ ਕੋਲ ਵੀ ਇੰਨਾ ਕੁ ਪੈਸਾ ਵੀ ਸਰਕਾਰੀ ਖਾਤੇ 'ਚੋਂ ਐਂਬੂਲੈਂਸਾਂ ਲਿਆ ਕੇ ਕਬਾੜ ਬਣਾਉਂਦੇ ਆ। ਇਹਦਾ ਮਤਲਬ ਆਪਣੇ ਵਾਲਿਆਂ ਕੋਲ ਇੰਨੇ ਵੀ ਨਹੀਂ ਬਚੇ ਵੀ ਹੁਣ ਸਾਈਕਲਾਂ ਜੋਗੀ ਰਹਿ ਗਏ। ਦੱਸ, ਮੈਨੂੰ ਇਤਰਾਜ਼ ਆ। ਤੁਸੀਂ ਉਸ ਸੂਬੇ ਨੂੰ ਬੈਕਵਰਡ ਕਹਿੰਦੇ ਹੋ ਜਿੱਥੇ ਐਂਬੂਲੈਂਸ ਦੇ ਵਿੱਚ ਰੇਤਾ ਢਾਉਂਦੇ ਆ, ਤੁਸੀਂ ਉਸ ਸੂਬੇ ਨੂੰ ਬੈਕਵਰਡ ਕਹਿੰਦੇ ਆ ਜਿੱਥੇ ਉਦਘਾਟਨ ਤੋਂ ਪਹਿਲਾਂ ਪੁਲ ਹਟ ਜਾਂਦਾ। ਤੁਸੀਂ ਹੈਗੇ ਇੰਨੇ ਐਡਵਾਂਸ, ਇੰਨੇ ਤੇਜ਼ ਤੁਸੀਂ ਹੈਗੇ ਆ। ਮੈਂ ਕਿਹਾ ਲੋਕ ਕਹਿੰਦੇ, ਮੈਂ ਕਹਿੰਦਾ ਮੈਂ ਤਾਂ ਸਗੋਂ ਤਾਂ ਸੋਚਦਾ ਵੀਰ ਜੀ, ਹੁਣ ਤੁਸੀਂ ਮੈਂ ਕਰੀ ਜਾਣਾ ਜਦ ਮੈਂ ਗੱਲਾਂ ਮੈਂ ਜਦ 4 ਸੁਣਾਈਆਂ ਤੱਤੀਆਂ। ਚਲੋ ਕਰ ਲਓ ਹੁਣ, ਫੇਰ ਕਹਿਣਾ ਭਾਵੇਂ ਬੋਲਦੀ ਆ, ਕੀ ਪਤਾ ਉਧਰੋਂ ਕੋਈ ਚੜ ਗਿਆ ਹੋਊਗਾ ਕੁਛ। ਨਹੀਂ ਚੜਨਾ ਚੋਣਾ ਕੀ, ਥੱਲੇ ਉਤਰਦਾ ਇੱਧਰ ਜੋ। ਨਹੀਂ ਪਰ ਸੋਚਣ ਵਾਲੀ ਗੱਲ ਹੈ ਜੀ। ਗੱਲ ਇਹ ਆ ਵੀ ਭਾਵੇਂ ਬਿਹਾਰ ਹੋਵੇ, ਯੂਪੀ ਹੋਵੇ, ਜਿਹਦੀ ਖਬਰ ਸਾਹਮਣੇ ਆ ਗਈ ਵੀ ਇਹਦਾ ਮਤਲਬ ਇਹ ਹੋ ਗਿਆ ਵੀ ਲੀਡਰ ਦੀ ਜੇਬ 'ਚੋਂ ਨਹੀਂ ਲੱਗਣਾ, ਤੇ ਮੁੜ ਕੇ ਸਕੀਮ ਹੀ ਕਿਸੇ ਨੂੰ ਚੇਤੇ ਨਹੀਂ ਰਹਿੰਦੀ ਵੀ ਲਿਆਂਦੀਆਂ ਸੀ ਚੀਜ਼ਾਂ, ਉਹ ਥਾਂ ਟਿਕਾਣੇ ਪਹੁੰਚੀਆਂ, ਆਪੜੀਆਂ, ਬੈਨੀਫਿਟ ਮਿਲਿਆ ਨਹੀਂ ਮਿਲਿਆ, ਕੋਈ ਲੈਣਾ ਦੇਣਾ। ਇੱਕ ਇਤਰਾਜ਼ ਮੇਰਾ ਹੋਰ ਆ, ਉਹ ਇਹ ਆ ਕਿ ਜਿਹੜੇ ਵੀ ਬੰਦੇ ਮੰਤਰੀ ਬਣੇ ਹੋਣਗੇ ਡਿਪਾਰਟਮੈਂਟਾਂ ਦੇ, ਤੁਸੀਂ ਵੈਸੇ ਨਾ ਸਰਕਾਰੀ ਅਫਸਰ ਨੂੰ ਘੱਟ ਤਾਂ ਨਹੀਂ, ਕਿੱਦਾਂ, ਕਿਉਂਕਿ ਮੋਸਟਲੀ ਉਹ ਵੀ ਕਰਦੇ ਨੇ ਵੀ ਨਾ ਤਰਾਜ ਲਾ ਕੇ ਇਦਾਂ ਕਾਗਜ਼ ਤੇ ਫਾਈਲ ਮੋੜ ਦੇਣੀ, ਫਾਈਲ ਮੋੜ ਦੇਣੀ। ਅਗਲਾ ਕੀ ਗੱਲ ਕੀ, ਉਹ ਯਾਰ ਉਹਨਾਂ ਫਿਰ ਤਰਾਜ ਕਰਦਾ, ਇਹ ਨਹੀਂ ਪਤਾ ਕੀ ਲਾਇਆ ਕੀ ਨਹੀਂ ਲਾਇਆ। ਹੁਣ ਕੋਈ ਨਹੀਂ ਕਰਨਾ, ਦੋਨੋਂ ਵਾਲੇ ਕੰਮ ਫਾਈਲ ਨੂੰ ਥੋੜਾ ਜਿਹਾ ਖੋਲਣਾ, ਥੋੜਾ ਜਿਹਾ ਸਿੱਧੇ ਜਿਹੇ ਕਰਕੇ ਵਿੱਚ ਰੱਖ ਕੇ ਫਾਈਲਾਂ ਬੰਦ ਕਰਕੇ ਫਿਰ ਲੈ ਜਾਣੀ ਅੰਦਰ। ਉਹ ਇਤਰਾਜ਼ ਦੇ ਉੱਤੇ ਟਾਇਰ ਲਾ ਦੇਣੇ। ਹਾਂ, ਫਿਰ ਜਦੋਂ ਤੂੰ ਅੰਦਰ ਖੜਨਾ ਫਿਰ ਵੀ ਹੁਣ ਹੋ ਗਿਆ, ਕਹਿੰਦੇ ਇਤਰਾਜ਼ ਕਲੀਅਰ ਹੋ ਗਏ। ਹਾਂ, ਹੁਣ ਸੰਧਾਲੀਆ ਸਾਹਿਬ ਮੈਂ ਸੋਚਦਾ ਸੀ ਕਿ ਜੇ 2014 ਦੀ ਗੱਲ ਆ, ਉਹਦੇ ਤੋਂ ਬਾਅਦ ਸਰਕਾਰ ਬਦਲੀ, ਮੰਤਰੀ ਬਦਲੇ ਹੋਣਗੇ, ਮੰਤਰੀ ਸਾਹਿਬ ਨੇ ਪੁੱਛਿਆ ਹੋਊਗਾ ਕਿ ਭਾਈ ਮੇਰੇ ਡਿਪਾਰਟਮੈਂਟ ਦੇ ਵਿੱਚ ਕਿਹੜੀਆਂ ਚੀਜ਼ਾਂ ਪਈਆਂ। ਮੜ ਜਾ ਜਦੋਂ ਤੁਸੀਂ ਕੋਈ ਕੰਮ ਸਾਂਭਦੇ ਹੋ, ਮੰਨ ਲਓ ਤੁਸੀਂ ਕੋਈ ਦੁਕਾਨ ਕਰਨੀ ਹੈ, ਤੁਸੀਂ ਮੇਰੇ ਤੋਂ ਧੱਕੇ ਨਾਲ ਦੁਕਾਨ ਖੋਲੀ, ਮੰਨ ਲਓ ਤੁਸੀਂ ਉਹ ਦੁਕਾਨ 'ਚ ਪੁੱਛੋਗੇ ਕਿੰਨੇ ਬਲਬ ਪਏ ਆ, ਕਿੰਨੇ ਇਮਲੀ ਦੇ ਪੈਕਟ ਪਏ ਆ, ਕਿੰਨੀ ਪੱਤੀ ਪਈ ਆ, ਕਿੰਨੀ ਖੰਡ ਪਈ ਆ, ਕਿਹੜੀ ਚੀਜ਼ ਐਕਸਪਾਇਰ ਹੋਣ ਵਾਲੀ ਹੈ, ਸਾਰਾ ਕੁਝ ਤੁਸੀਂ ਹਿਸਾਬ ਕਿਤਾਬ ਲਾਓਗੇ ਨਾ। ਬੋਰੀ ਐਂ ਕਰਕੇ ਗੋਲ ਜੀ ਕਰਕੇ ਬੰਦਾ ਰੱਖਦਾ ਹੁੰਦਾ, ਬੰਬੂ ਧੋ ਕੇ ਰੱਖਦਾ, ਸਵੇਰ ਨੂੰ ਉੱਠ ਕੇ ਬੰਦਾ ਬੱਟਿਆਂ ਨੂੰ, ਤੱਕੜੀ ਨੂੰ ਧੋਂਦਾ, ਉਹ ਤੋਂ ਬਾਅਦ ਧੂਫ ਲਾਉਂਦਾ ਉੱਪਰ ਬੱਟੇ ਦੇ ਉੱਪਰ, ਜੇ ਪੁਰਾਣੀ ਤੱਕੜੀ ਹੈਗੀ ਆ ਤਾਂ ਉਹ ਬੰਦੇ ਨੂੰ ਸਾਰਾ ਕੁਝ ਪਤਾ ਹੁੰਦਾ ਹੈ। ਜਾਣੀ ਕਿ ਤੁਸੀਂ ਦੇਖੋ ਕਿ 3 ਮੁੱਖ ਮੰਤਰੀ ਬਦਲ ਗਏ, ਇਹਦਾ ਮਤਲਬ ਹੈ ਕਿ ਉਸ ਡਿਪਾਰਟਮੈਂਟ ਦੇ ਵਿੱਚ ਸਾਈਕਲ ਪਏ ਆ, ਕਬਾੜ ਬਣ ਰਹੇ ਆ, ਜੰਗਾਲ ਲੱਗ ਰਿਹਾ, ਕਿਸੇ ਨੇ ਪੁੱਛਿਆ ਨਹੀਂ। ਹਰ ਸਾਲ ਦੀਵਾਲੀ ਆਉਂਦੀ ਹੈ, ਇੰਚਾਰਜ ਅਫਸਰ ਕਿੰਨੇ ਬਦਲੇ ਹੋਣੇ ਆ ਡਿਪਾਰਟਮੈਂਟ ਦਾ, ਸੈਕਟਰੀ ਬਣਦਾ ਹੋਊਗਾ, ਉਹਦਾ ਸਟੋਰ ਦਾ ਕੋਈ ਇੰਚਾਰਜ ਹੋਊਗਾ, ਉਹ ਵੀ ਬਦਲੇ ਹੋਣੇ ਆ। ਜਿਹੜਾ ਨਵਾਂ ਆਇਆ ਮਤਲਬ ਉਹਨੇ ਪਿੱਛੇ ਦੇਖਿਆ ਨਹੀਂ ਕਿ ਕੀ ਪਿਆ, ਕੋਈ ਗੱਲ ਨਹੀਂ, ਤਨਖਾਹ ਲੈਣੀ ਆ, ਗੂਗਲ ਤੇ ਹੱਥ ਫੇਰਨਾ, ਘਰ ਨੂੰ ਚੱਲ ਜਾਣਾ। ਨਹੀਂ, ਇਹ ਵੀ ਨਹੀਂ ਗੱਲ, ਮੈਨੂੰ ਲੱਗਦਾ ਵੀ ਇਹ ਦੁਕਾਨ ਵੀ ਥੋੜ੍ਹਾ ਉਲਟਾ ਕੰਮ। ਦੁਕਾਨ ਦੀ ਆਪਾਂ ਉਦਾਹਰਨ ਲਾ ਲੈਂਦੇ ਹਾਂ। ਦੇਖੋ ਦੁਕਾਨ ਜਦੋਂ ਅਗਲੇ ਨੂੰ ਪਤਾ ਵੀ ਹੁਣ ਇਹ ਵੱਜੀ ਆ ਦੁਕਾਨ ਆਪਾਂ ਨੂੰ, ਤੇ ਆਪਾਂ ਫਿਰ ਹੁਣ ਕਹਿੰਦਾ ਲਟਾਉਣੀ ਆ ਜੀ। ਹੁਣ ਇਹ ਤਾਂ ਨਹੀਂ ਨਾ ਵੀ ਸਭ ਤੋਂ ਪਹਿਲਾਂ ਆਉਂਦਿਆਂ ਸਾਰੀ ਬੰਦਾ ਉਹ ਜਿਹੜੀ ਦੇਸੀ ਲੂਣ ਦੀ ਬੋਰੀ ਆ ਮਗਰ ਸਲਾਬੀ ਪਈ ਉਹਦੇ 'ਚ ਜਾਊਗਾ। ਸਭ ਤੋਂ ਪਹਿਲਾਂ ਅਗਲਾ ਗੱਲਾ ਖੋਲ ਕੇ ਵੇਂਦਾ ਵੀ ਇਹ 'ਚ ਕਿੰਨੇ ਹੈ ਨਾ, ਫਿਰ ਗੱਲੇ ਵਾਲੇ ਕੰਮ ਨਿਬੇੜ ਕੇ ਫਿਰ ਅਗਲਾ ਕਹਿੰਦਾ ਵੀ ਹੁਣ ਵੇਖੋ ਮੋਟੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਖੰਡ ਵਾਲੀਆਂ ਬੋਰੀਆਂ ਹੈ, ਕੋਈ ਇੱਧਰੋਂ ਹੋਰ ਮਹਿੰਗਾ ਸੌਦਾ, ਇਹ ਪਹਿਲਾਂ ਇੱਕ ਨਾਲ ਇਕੱਠਾ ਕਰ ਲਈ। ਜਦੋਂ ਐਂ ਦੁਕਾਨ ਖਾਲੀ ਹੁੰਦੀ ਪਤਾ ਵੀ ਹੁਣ ਮਹੀਨੇ 2-2.5 ਰਹਿ ਗਏ, ਫਿਰ ਕਿਤੇ ਨਿਗਾਹ ਪਈ, ਉਹ ਤੇਰਾ ਭਲਾ ਆ ਕੀ ਵਗਿਆ, ਓਹੋ ਇਹਦੇ ਲੂਣ ਦੀ ਬੋਰੀ ਹੀ ਯਾਰ, ਪਾਣੀ ਛੱਡ ਗਈ, ਇਹ ਰਹਿਣ ਦੇ 4 ਫੁੱਟ ਦਫਾ ਕਰ, ਇਹਦੇ ਨੂੰ ਕਹੇ ਜੋਗੀ ਵੀ ਨਹੀਂ। ਇਹ ਮੈਨੂੰ ਲੱਗਦਾ ਵੀ ਇਹ ਜਿਹੜੇ ਹੁਣ ਸਾਈਕਲ ਕਬਾੜ ਦੀ ਗੱਲ, ਇਹ ਤਾਂ ਆ ਕਿਉਂਕਿ ਇਹਦਾ ਹੱਟੀ ਬਾਕੀ ਤੇ ਖਾਲੀ ਹੋ ਗਈ ਹੈ। ਤੁਸੀਂ ਇਹ ਦੇਖੋ ਸੰਧਾਲੀਆ ਸਾਹਿਬ, ਪੰਜਾਬ ਕਿੰਨਾ ਵਧੀਆ ਸੂਬਾ, ਪਿਛਲੀ ਅਕਾਲੀ ਭਾਜਪਾ ਸਰਕਾਰ ਨੇ 95% ਵਾਅਦੇ ਪੂਰੇ ਕੀਤੇ, 90% ਕੈਪਟਨ ਸਾਹਿਬ ਨੇ ਕੀਤੇ। ਚੰਨੀ ਸਾਹਿਬ ਤਾਂ ਕਹਿੰਦੇ ਮਹੀਨੇ ਜੀ ਮੈਂ ਦਰੜ ਫਰੜ ਕਰ ਦੇਣਾ ਸਾਰਾ ਕੁਝ, ਦਾਦਰ ਫਾਦਰ ਸ਼ਬਦ ਹੁੰਦਾ ਨਾ ਇੱਕ ਪੰਜਾਬ 'ਚ, ਉਹ ਕਹਿੰਦੇ ਮੈਂ ਕਰ ਦੇਣਾ ਹੀ। ਇਹਦੇ ਬਾਵਜੂਦ ਵੀ ਜੇ ਸਾਰੇ ਹੀ ਬਹੁਤ ਵਧੀਆ ਕੰਮ ਕਰਦੇ ਆ, ਸਾਡੀ ਰੋਡਵੇਜ ਤੋਂ ਲੈ ਕੇ ਤੇ ਸਾਈਕਲ ਤੱਕ ਸਾਰਾ ਕੁਝ ਹੀ ਜੰਗਾ ਲਿਆ ਗਿਆ, ਖੜਕਦਾ ਪਿਆ। ਹਾਂ, ਸਾਰਾ ਕੁਝ ਹੀ, ਜਾਣੀ ਸਾਈਕਲ ਤੋਂ ਥੱਲੇ ਕੁਝ ਨਹੀਂ ਹੁੰਦਾ, ਤੇ ਸਾਡੇ ਕੋਲ ਸੂਬੇ ਦੇ ਕੋਲ ਬੱਸ ਤੋਂ ਉੱਪਰ ਕੁਝ ਨਹੀਂ। ਹਾਂ, ਉਹ ਵੀ ਵੋਲਵੋ ਪਾਈਆਂ ਤੇ ਬਸ ਕਮਾਲ ਹੋ ਗਈ। ਚਲੋ ਹੁਣ ਕਮਾਲ ਤਾਂ ਹੋ ਗਈ, ਇਹ ਤਾਂ ਹੁਣ ਚਲੋ ਸਰਕਾਰ ਦਾ ਜਾਣੇ ਕੰਮ। ਪਰ ਜੇ ਵੋਲਵੋ ਵਾਲੇ ਮੰਤਰੀ ਸਾਹਿਬ ਦੀ ਗੱਲ ਚੱਲੀ ਤੇ ਵੋਲਵੋ ਵਾਲੇ ਮੰਤਰੀ ਸਾਹਿਬ ਬੋਲੇ ਨੇ, ਕੀ ਕਹਿੰਦੇ ਆ? ਉਹ ਕਹਿੰਦੇ ਕੈਪਟਨ ਸਾਹਿਬ ਯਾਰ ਰਿਟਾਇਰਮੈਂਟ ਲੈ ਲਓ, ਹੁਣ
ਕਦ ਲਈ ਸਾਡੇ ਨਾਲ ਉਲਝਣ ਡੈ ਤੂੰ, ਇਹਦੇ ਕੀ ਮਤਲਬ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਨਹੀਂ। ਮਤਲਬ ਉਹਨਾਂ ਨੇ ਲਿਖਣ ਲਿਖਾਉਣ ਤੋਂ ਗੱਲ ਕੀਤੀ, ਕਹਿੰਦੇ ਵੀ ਕਾਲੀ ਸਿਆਹੀ ਨਾਲ ਸਾਰਾ ਕੁਛ ਕਾਲਾ ਕਾਲਾ ਤੇ ਕਾਲਾ ਹੀ ਹੋ ਗਿਆ, ਚਾਹੀਦਾ ਸੀ ਵੀ ਚਿੱਟੇ ਤੇ ਕਾਲਾ ਅੱਖਰ ਪਾਉਂਦੇ। ਤੇ ਹੁਣ ਇੰਨਾ ਕੁਛ ਕਾਲੇ ਤੋਂ ਕਾਲਾ ਮਾੜਾ ਹੋਣ ਤੋਂ ਬਾਅਦ ਐਵੇਂ ਸਾਡੇ ਨਾਲ ਫਸਣ ਦਾ ਕੋਈ ਫਾਇਦਾ, ਪੰਗੇ ਨਾ ਲਓ ਜਾਂ ਦੋ ਗੁੱਸੇ ਨੂੰ। ਦੇਖੋ ਰਾਜਾ ਵੜਿੰਗ ਹੋਰਾਂ ਦੀ ਇਹ ਗੱਲ ਤਾਂ ਚੰਗੀ ਹੈ ਕਿ ਭਾਈ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਵਾਬ ਦਿੱਤਾ, ਕਿਉਂਕਿ ਕੈਪਟਨ ਸਾਹਿਬ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਸੀ ਕਿ ਟਿਫਿਨ ਬੰਬ ਇੱਕ ਹੋਰ ਮਿਲਿਆ, ਤੁਸੀਂ ਹੁਣ ਐਵੇਂ ਇਲਜ਼ਾਮਬਾਜ਼ੀਆਂ ਛੱਡੋ, ਤੁਸੀਂ ਕੰਮ ਕਰੋ, ਗ੍ਰਹਿ ਮੰਤਰੀ ਹੋ, ਪੁਲਿਸ ਤੁਹਾਡੇ ਕੋਲ ਹੈ, ਸੂਬੇ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਜਿਹੜੀ ਉਹਨੂੰ ਕਾਇਮ ਰੱਖੋ, ਮਜ਼ਬੂਤ ਕਰੋ। ਵੜਿੰਗ ਸਾਹਿਬ ਨੇ ਜਵਾਬ ਦਿੱਤਾ, ਕਹਿੰਦੇ ਬਸ ਕਰੋ ਕੈਪਟਨ ਸਾਹਿਬ, ਕੋਈ ਗੱਲ ਨਹੀਂ, ਹੁਣ ਤੁਸੀਂ ਕੋਈ ਗੱਲ ਨਹੀਂ, ਤੂੰ ਕੌਣ ਮੈਂ ਖਾਮ ਖਾ ਵਾਲੀ ਗੱਲ ਨਾ ਕਰੋ, ਤੁਸੀਂ ਮੁੱਖ ਮੰਤਰੀ ਸੀ ਹੁਣ ਹੈ ਨਹੀਂ, ਸਾਨੂੰ ਕੰਮ ਕਰ ਲੈਣ ਦਿਓ, ਅਸੀਂ ਵਧੀਆ ਕੰਮ ਕਰਦੇ ਹਾਂ। ਇੱਧਰ ਵੜਿੰਗ ਸਾਹਿਬ ਨੇ ਚੁਣੌਤੀ ਉੱਧਰ ਦਿੱਤੀ, ਉਧਰ ਲੁਧਿਆਣੇ ਸੁਖਬੀਰ ਸਿੰਘ ਬਾਦਲ ਸਾਹਿਬ ਸਮਾਗਮਾਂ 'ਚ ਸ਼ਿਰਕਤ ਕਰਨ ਦੇ ਲਈ ਇੱਕ ਵਾਰੀ ਫੇਰ ਪੁੱਜੇ। ਹਰ ਹਫ਼ਤੇ ਜਾਂਦੇ ਲੁਧਿਆਣੇ, ਹਰ ਹਫ਼ਤੇ ਜਾਂਦੇ ਅੰਮ੍ਰਿਤਸਰ। ਮੈਂ ਕਿਹਾ ਲੁਧਿਆਣਾ ਤੇ ਅੰਮ੍ਰਿਤਸਰ ਕੁਛ ਹੋਰ ਤਰ੍ਹਾਂ, ਲੁਧਿਆਣਾ ਤੇ ਅੰਮ੍ਰਿਤਸਰ ਵਧੀਆ। ਹੁਣ ਅੰਮ੍ਰਿਤਸਰ ਨੇ ਫਿਰ ਅੰਮ੍ਰਿਤਸਰ ਹੀ, ਹਾਂ ਅੰਮ੍ਰਿਤਸਰ ਵੀ ਵੈਸੇ ਤੇ ਜੇ ਤੁਸੀਂ ਉਧਰ ਕਿਤੇ ਅੰਮ੍ਰਿਤਸਰ ਵਾਲੇ ਲੋਕਲ ਕੰਡਕਟਰਾਂ ਦੀ ਆਵਾਜ਼ ਸੁਣੋ, ਉਹਦਾ ਅੰਮ੍ਰਿਤਸਰ ਹੀ ਕਹਿੰਦੇ ਆ, ਸਿੱਧਾ ਅੰਮ੍ਰਿਤਸਰ ਵਾਲੇ ਵੀ ਹੋਈ। ਹੁਣ ਸੁਖਬੀਰ ਸਿੰਘ ਬਾਦਲ ਸਾਹਿਬ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੀ, ਫਿਰ ਪੱਤਰਕਾਰਾਂ ਨੇ ਉੱਥੇ ਗੱਲ ਕੀਤੀ, ਕਹਿੰਦੇ ਜੀ ਦੇਖੋ ਅਮਰਿੰਦਰ ਸਿੰਘ ਰਾਜਾ ਵੜਿੰਗ ਕਦੇ ਬਠਿੰਡੇ, ਕਦੇ ਸ਼੍ਰੀ ਮੁਕਤਸਰ ਸਾਹਿਬ, ਕਦੇ ਸੰਗਰੂਰ ਜਾ ਕੇ ਪਹਿਲਾਂ ਤਾਂ ਬੱਸ ਅੱਡਿਆਂ ਤੇ ਸਫਾਈ ਦਾ ਕੰਮ ਦੇਖਦੇ ਆ, ਬਾਅਦ ਵਿੱਚ 1-2 ਬੱਸਾਂ ਜ਼ਬਤ ਕਰਦੇ ਆ, ਤੇ ਉਹ ਬਾਰ-ਬਾਰ ਤੁਹਾਡਾ ਨਾਂ ਲਾਉਂਦੇ ਆ ਕਿ ਭਾਈ ਟਰਾਂਸਪੋਰਟ ਜਿਹੜੀ ਸਰਕਾਰੀ ਸੀ ਉਹਨੂੰ ਧੱਕਾ ਤੁਸੀਂ ਉਹ ਲਾਇਆ, ਤੁਸੀਂ ਉਹ ਤਬਾਹ ਕੀਤੀ ਹੈ, ਤੁਹਾਡਾ ਟਰਾਂਸਪੋਰਟ ਦਾ ਕੰਮ ਜਿਹੜਾ 2 ਨੰਬਰ 'ਚ ਅੱਗੇ ਵਧਿਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉੱਦਾਂ ਦੀ ਚੁਣੌਤੀ ਜਿਹੜੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੇ ਦਿੱਤੀ ਜਿੱਦਾਂ ਦੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ। ਉਹ ਕਹਿੰਦੇ ਪਹਿਲੀ ਗੱਲ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਦੱਸੇ ਕਿ ਕੱਲੀਆਂ ਅਕਾਲੀਆਂ ਦੀਆਂ ਬੱਸਾਂ ਦੀਆਂ, ਕਿਸੇ ਕਾਂਗਰਸੀ ਦੀ ਬੱਸ ਦੇ ਉੱਤੇ ਉਹਨਾਂ ਦੀ ਟਰਾਂਸਪੋਰਟ ਦੇ ਉੱਤੇ ਕਾਰਵਾਈ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਹਨੂੰ ਨਹੀਂ ਕਰਦੇ। ਦੂਸਰਾ, ਉਹ ਕਹਿੰਦੇ ਬਾਦਲ ਪਰਿਵਾਰ ਦੀ ਕਿਸੇ ਵੀ ਕੰਪਨੀ ਦੀ ਕੋਈ ਵੀ ਬੱਸ ਇਦਾਂ ਦੀ ਨਹੀਂ ਹੈ ਰਾਜਾ ਵੜਿੰਗ ਸਾਹਿਬ ਕਿ ਜਿਹੜੀ ਬਿਨਾਂ ਪਰਮਿਟ ਤੋਂ ਚੱਲਦੀ ਹੋਵੇ। ਸਾਡੀ ਕਿਸੇ ਵੀ ਕੰਪਨੀ ਦੀ ਕੋਈ ਬੱਸ ਇਦਾਂ ਦੀ ਨਹੀਂ ਜਿਹਨੇ ਟੈਕਸ ਨਾ ਦਿੱਤਾ ਹੋਵੇ। ਅਸੀਂ ਬਿਲਕੁਲ ਸਹੀ ਕੰਮ ਕਰਦੇ ਹਾਂ। ਰਾਜਾ ਵੜਿੰਗ ਝੂਠੀਆਂ ਮਾਰਦਾ, ਜਾਓ ਸਾਡੇ ਉੱਤੇ ਕਾਰਵਾਈ ਕਰਕੇ ਦਿਖਾਓ ਰਾਜਾ ਵੜਿੰਗ ਸਾਹਿਬ, ਪਰਵਾਹ ਕੋਈ ਨਹੀਂ। ਹੁਣ ਰਾਜਾ ਵੜਿੰਗ ਹੋਰੀ ਕਹਿੰਦੇ ਸੀ ਕਿ ਸਾਰਾ ਕੰਮ ਹੀ ਇਹਨਾਂ ਦਾ, ਇਹ ਕਹਿੰਦੇ ਸਾਡੀ ਇੱਕ ਵੀ ਬੱਸ ਬਿਨਾਂ ਪਰਮਿਟ ਤੋਂ ਨਹੀਂ, ਇੱਕ ਵੀ ਬੱਸ ਐਸੀ ਨਹੀਂ ਜਿਹਦਾ ਟੈਕਸ ਬਕਾਇਆ ਹੋਵੇ। ਹੁਣ ਇਹਦਾ ਮਤਲਬ ਹੈ ਕਿ ਦੋਨਾਂ ਧਿਰਾਂ ਦੇ ਵਿੱਚੋਂ ਕੋਈ ਇੱਕ ਧਿਰ ਤੱਕ ਕਾਣੋਸ਼ ਹੈਗੀ ਹੈ। ਹੁਣ ਜਾਂ ਤਾਂ ਵੜਿੰਗ ਸਾਹਿਬ ਸਾਬਤ ਕਰਨ ਕਿ ਭਾਈ ਇਹਨਾਂ ਦੀਆਂ ਬੱਸਾਂ ਬਿਨਾਂ ਟੈਕਸ ਤੋਂ ਚੱਲਦੀਆਂ, ਇਹਨਾਂ ਦੀਆਂ ਬੱਸਾਂ ਬਿਨਾਂ ਪਰਮਿਟ ਤੋਂ ਚੱਲਦੀਆਂ, ਤਾਂ ਜੇ ਤੁਸੀਂ ਉਹ ਸਾਬਤ ਕਰ ਦਿੰਦੇ ਹੋ ਫਿਰ ਆਪਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪੱਤਰਕਾਰ ਭਾਈਚਾਰਾ ਸਵਾਲ ਕਰ ਲੂ, ਪਰ ਜੇ ਤੁਸੀਂ ਸਾਬਤ ਨਹੀਂ ਕਰਦੇ ਤਾਂ ਫਿਰ ਕੰਮ ਥੋੜ੍ਹਾ ਜਿਹਾ ਔਖਾ ਵੀ ਹੋ ਜੂ। ਜਦੋਂ ਦੇਖੋ ਆਪਾਂ ਪਤਾਸੇ ਕਿਤੇ ਵੰਡਣ ਵੰਡਾਉਣ ਵਾਲਾ ਕੰਮ ਨਾ, ਟੋਕਰੇ ਜਿਹੜੇ ਥੱਲੇ ਜਿਹੇ ਰਹੇ ਨੇ ਥੋੜ੍ਹੇ ਜਿਹੇ, ਉਹ ਮੋਸਟਲੀ ਭੋਰ ਚੋਰ ਜਾਂ ਕਿਸੇ ਕੰਮ ਆਉਂਦੇ ਨੇ, ਕਹਿੰਦੇ ਉਹ ਖੁਰਲੀ ਦੇ ਖੜ ਕੇ ਝਾੜਦੇ ਨੂੰ ਜੀ। ਮੈਨੂੰ ਇਹ ਲੱਗਦਾ ਵੀ ਹੁਣ ਜਿੰਨੀਆਂ ਬੱਸਾਂ ਨੇ, ਵੈਸੇ ਮੈਂ ਇੱਕ ਗੱਲ ਦੇ ਕੇ ਬੇਨਤੀ ਹੈ ਇੱਕ ਨਹੀਂ, ਇਹ ਵੱਡੇ ਸਰਦਾਰ ਨੇ, ਵੱਡੇ ਲੀਡਰ ਨੇ, ਜਿਹੜਾ ਆਮ ਬੰਦਾ ਹੁੰਦਾ ਨਾ ਪਤਾਸਿਆਂ ਦਾ ਭੂਰ ਝੂਰ ਕਦੀ ਖੁਰਲੀ ਵਾਲੇ ਪਾਸੇ ਨੂੰ ਲੈ ਕੇ ਜਾਂਦਾ, ਅਸੀਂ ਫਿਰ ਵੀ ਕਿਸੇ ਨਾ ਕਿਸੇ ਚੀਜ਼ 'ਚ ਪਾ ਲਈਦੀ ਆ, ਚੁੱਲ੍ਹੇ ਦੇ ਉੱਤੇ ਚੜਨੀਆਂ ਉਹਨੂੰ ਰੱਖ ਲਓ। ਨਹੀਂ ਮੈਂ ਕਿਹੜਾ ਪਕੌੜਿਆਂ ਦਾ ਕਹਿਣ ਡਿਆ, ਕਿਉਂਕਿ ਉਹ ਭੂਰ ਝੂਰ ਖਾਣ ਦਾ ਮਜ਼ਾ ਆਉਂਦਾ। ਆਮ ਬੰਦੇ ਦੀ ਹਿੰਮਤ ਨਹੀਂ ਪੈਂਦੀ ਸਰਦਾਰ ਸਾਹਿਬ, ਚਾਹੇ ਕੀੜੀਆਂ ਨੂੰ ਖਵਾ ਦਈਏ। ਇਹ ਤੁਸੀਂ ਲੀਡਰ ਬੰਦੇ ਹੋ, ਵੱਡੇ ਬੰਦੇ ਹੋ, ਤਾਂ ਕਰਕੇ ਹੋ ਸਕਦਾ ਕਿ ਤੁਸੀਂ ਭੂਰ ਝੂਰ ਪਾ ਲੈਣ, ਨਹੀਂ ਤਾਂ ਮੈਂ ਟਿੱਪਣੀਆਂ ਮੰਗ ਲੈਣਾ। ਅੱਜ ਪਤਾ ਲੱਗ ਗਿਆ ਸਰਦਾਰ ਸਾਡੇ ਦਾ। ਚਲੋ ਯਾਰ ਇਦਾਂ ਦੇ ਮੈਂ ਵੀ ਹੁਣ ਸੁਖਬੀਰ ਬਾਦਲ ਸਾਹਿਬ ਨੂੰ ਕਰਾਂ, ਕਰ ਲਓ ਫਿਰ ਠੀਕ ਆ, ਝਾੜੇ ਨਹੀਂ। ਮੈਂ ਇਹ ਕਹਿਣ ਲੱਗਾ ਜੀ ਵੀ ਉਹਨਾਂ ਦੀਆਂ ਇੰਨੀਆਂ ਬੱਸਾਂ ਨੇ, ਹੋ ਸਕਦਾ ਵੀ ਰਾਜਾ ਵੜਿੰਗ ਸਾਹਿਬ ਕੋਲ ਜਿਹੜੀ ਲਿਸਟ ਆਈ ਹੋਵੇ ਉਹਦੇ 'ਚ ਕੋਈ 2 4 10 15 20 50 ਨਾ ਕੋ ਹੋਵੇ ਉੱਤੇ ਥੱਲੇ ਵਾਲੀ ਗੱਲਬਾਤ, ਤੇ ਉਧਰਲੀਆਂ ਫਾਈਲਾਂ ਦੇ ਵਿੱਚ ਕਹਿੰਦੇ ਯਾਰ ਇੰਨੀਆਂ ਕੁ ਦਾ ਤੇ ਹੁੰਦਾ ਹੀ ਹੈ ਯਾਰ, ਐਵੇਂ ਬੰਦਾ ਆਖੀ ਜਾਂਦਾ। ਮਤਲਬ ਇਹ ਉਹੀ ਗੱਲ ਹੈ ਨਾ ਵੀ ਮੰਨ ਲਓ ਜੇ 100 ਦੇ ਵਿੱਚੋਂ 90 ਸਹੀ ਆ ਤੇ 10 ਦਾ ਰੌਲਾ, ਤੇ ਬੰਦਾ ਆਖੇ ਵੀ 10 ਦਾ ਰੌਲਾ, ਆਖੇ ਯਾਰ ਵੀ ਹੋਊ ਕੋਈ ਨਿਬੇੜ ਲਾਂਗੇ, ਕਿੱਡੀ ਗੱਲਾਂ ਜੋ ਗੱਲ ਹੈ। ਮੈਨੂੰ ਲੱਗਦਾ ਵੀ ਪੇਚ ਕਿਤੇ ਇੱਥੇ ਕਿਤੇ ਜਾ ਕੇ ਫਸਦਾ। ਇਹ ਨਹੀਂ ਇੱਦਾਂ ਦਾ ਡਿੰਪੀ ਢਿੱਲੋਂ ਸਾਹਿਬ ਵੀ ਤੇ ਕਹਿੰਦੇ ਆ, ਉਹ ਕਹਿੰਦੇ ਯਾਰ ਸਾਡੇ ਬੰਦਾ ਮਗਰ ਪਿਆ ਬਹੁਤੀ ਗੱਲ ਨਾ, ਆ ਸਾਰੀਆਂ ਬੱਸਾਂ ਮੇਰੀਆਂ ਦੇ ਦਿਓ ਇਹਨੂੰ, ਸਾਲ ਇੱਕ ਚਲਾ ਕੇ ਵਿਖਾਵੇ ਸਾਨੂੰ, ਮੁਨਾਫਾ ਕੱਢ ਕੇ ਦਿਖਾ, ਮੁਨਾਫਾ ਕੱਢ ਕੇ ਔਖੇ ਹੋਏ ਪਏ ਆ, ਹੈ ਨਾ। ਹੁਣ ਇਹ ਨਹੀਂ ਪਤਾ ਵੀ ਜਦੋਂ ਬੱਸਾਂ ਦੀ ਗੱਲ ਆਉਂਦੀ ਆ ਤੇ ਕੰਮ ਕਾਰੋਬਾਰ ਨੂੰ ਹਰੇਕ ਬੰਦਾ ਕਹਿੰਦਾ ਵੀ ਯਾਰ ਰੋਡਵੇਜ਼ ਜਿਹੜੀ ਘਾਟੇਜ ਹੈ, ਉਧਰ ਵੀ ਤਾਂ ਕਹਿੰਦੇ ਰਾਜਾ ਵੜਿੰਗ ਸਾਹਿਬ ਜਦੋਂ ਚੰਡੀਗੜ੍ਹ ਗਿਆ ਕਹਿੰਦਾ ਵੀ ਸਾਡੇ ਵਾਲੀ 'ਚ ਸਵਾਰੀ ਨਹੀਂ ਪੈਂਦੀ, ਉਹ ਖੜਕਦੀਆਂ ਫਿਰਦੀਆਂ, ਤੁਸੀਂ ਨਵੀਂ ਪਾਲ ਲਿਓ 6 ਮਹੀਨੇ, ਹੈ ਨਾ। ਹੁਣ ਜੇ 6 ਮਹੀਨੇ ਨਵੀਂ ਪੈਂਦੀ ਆ ਤੇ ਫਿਰ ਕੋਈ ਨਾ ਕੋਈ ਗਿੱਦੜ ਸਿੰਘੀ ਤੇ ਹੈਗੀ ਆ, ਪਰ ਜਦੋਂ ਅਗਲਾ ਕਹਿੰਦਾ ਵੀ ਹਾਂ ਇਹ ਇੱਦਾਂ ਚੱਲਦੀਆਂ, ਫਿਰ ਕਹਿੰਦਾ ਤੂੰ ਚਲਾ ਕੇ ਵਿਖਾ ਦੇ। ਇਹਦਾ ਮਤਲਬ ਜਾਂ ਤੇ ਉਹਨਾਂ ਦੇ ਕੋਲ ਜਿਹੜਾ ਮੰਤਰ ਹੈ ਉਹ ਕਹਿੰਦੇ ਵੀ ਬੱਸ ਦੇ ਦਾਂਗੇ, ਮੰਤਰ ਨਹੀਂ ਦੇਣਾ ਜੀ, ਤੇ ਜਾਂ ਜੇ ਤੁਸੀਂ ਆਖੋ ਵੀ ਅਸੀਂ ਇਹਨੂੰ ਘੇਰ ਕੇ ਤੇ ਨੱਪ ਲੈਣਾ ਹੀ, ਉਹ ਕਹਿੰਦਾ ਵੀ ਲਾਲਾ ਜ਼ੋਰ ਕੋਈ ਨਹੀਂ, ਮਹੀਨਾ ਤੇ ਡੂਢ ਰਹਿ ਗਿਆ। ਡੂਢ ਵੀ ਆ, ਮੈਨੂੰ ਲੱਗਦਾ ਮਹੀਨਾ ਰਹਿ ਗਿਆ ਕੋਡ ਆਫ ਕੰਡਕਟ ਲੱਗਣ 'ਚ।
ਨਹੀਂ ਕੋਡ ਆਫ ਕੰਡਕਟ ਲੱਗਦਿਆਂ ਥੋੜਾ ਕੁਝ ਹੋ ਜਾਣਾ, ਕਿਉਂਕਿ ਜਿੰਨਾ ਕੋਡ ਆਫ ਕੰਡਕਟ ਲਾਉਣਾ ਉਦੋਂ ਬਾਅਦ ਉਹਨਾਂ ਨੇ ਵੋਟਾਂ ਵਾਲੇ ਪਾਸੇ ਰੱਖ ਦੇਣਾ ਕੰਮ। ਉਦੋਂ ਬਾਅਦ ਦੇ ਕਈਆਂ ਨੇ ਆਖਣਾ ਵੀ ਕੋਈ ਗੱਲ ਨਹੀਂ, ਜੇ 90 ਦੀ ਜਾਂ 75 ਵੀ ਨਾ ਚੱਲਣ ਤੇ ਰਹਿਣ ਦੇ ਦੋ, ਇੱਕ ਨਾ ਬਸ ਥੋੜਾ ਜਿਹਾ ਨਿਬੇੜ ਕੇ ਜੇ ਸੈੱਟ ਕਰਕੇ ਮਾਰਚ ਦੇ ਵਿੱਚ ਸਹੁੰ ਚੁੱਕ ਸਮਾਗਮ ਕਰ ਲਈਏ, ਫੇਰ ਵੇਖੀ ਤੂੰ ਜਿਹੜਾ ਕਹੇ ਰੰਗ ਕਰਾ ਦਿਆਂਗੇ। ਤੁਸੀਂ ਦੇਖੋ ਬੱਸ ਅੱਡਿਆਂ ਦੇ ਵਿੱਚ ਕਿੱਦਾਂ ਗੱਲ ਚੱਲਦੀ ਹੋਣੀ, ਪ੍ਰਾਈਵੇਟ ਵਾਲਿਆਂ ਦੇ ਬੰਦੇ ਤੁਰੇ ਫਿਰਦੇ ਹੋਣੇ ਆ ਰੋਡਵੇਜ਼ ਵਾਲਿਆਂ ਕੋਲ, ਆ ਕਿਸੇ ਨੇ ਫੋਨ ਕੀਤਾ ਲੱਗਾ ਹੀ ਪਤਾ ਕਰ ਲਓ, ਕੈਲੰਡਰ ਬਦਲ ਲੈਣ ਦਿਓ, ਫੇਰ ਤੁਹਾਡੇ ਮੋਬਾਈਲ ਦੀ ਰੇਂਜ ਮੈਂ ਉਡਾਊਂਗਾ ਇੱਥੇ ਇੱਥੇ ਰਹਿਣਾ ਤਾਂ ਇੱਥੇ ਹੀ ਆ ਨਾ, ਤੁਹਾਨੂੰ ਖੋਖਲਾ ਕਹਿ ਕੇ ਤੁਹਾਨੂੰ ਚਾਹ ਵੀ ਨਹੀਂ ਦਿਆ ਕਰਨੀ ਉਹਨੇ। ਗੱਲ ਹੀ ਆ। ਆਹੋ ਨਹੀਂ ਇਹਦੇ ਦੇਖੋ ਲੜਾਈ ਹੈ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ। ਚਲੋ ਇਹ ਲੜਾਈਆਂ ਤੇ ਜਿਸ ਹਿਸਾਬ ਨਾਲ ਚੱਲਣ ਡਈਆਂ ਇਹਦੇ 'ਚ ਇੱਕ ਗੱਲ ਤਾਂ ਹੈਗੀ ਵੀ ਪੰਜਾਬ ਦੇ ਭੱਲੇ ਵਾਲੀ ਤੇ ਗੱਲ ਕੋਈ ਨਹੀਂ। ਇੱਕ ਹੈਗੀ ਆ। ਕਿਹੜੀ? ਉਹ ਹੈਗੀ ਆ ਕਿ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਖੁਲਾਸਾ ਹੋ ਰਿਹਾ ਅੱਜ ਕੱਲ੍ਹ। ਉਹ 'ਚ ਹੁਣ ਹੋਇਆ ਫਿਰ ਕੋਈ ਪਰਦਾ ਫਾਸ਼ ਹੋ ਰਿਹਾ ਅੱਜ ਕੱਲ੍ਹ। ਉਹ ਮੈਨੂੰ ਤਾਂ ਲੱਗਦਾ ਵੀ ਮਤਲਬ ਪਰਦਾ ਵੀ ਗਈ ਰਹਿੰਦਾ ਕਹਿੰਦਾ ਵੀ ਯਾਰ ਰੋਜ਼ ਹੀ ਫਾਸ਼ ਕਰਦੇ ਹੋ, ਮੈਨੂੰ ਇੱਕ ਨਾ ਇਕੱਠਾ ਕਰ ਹੀ ਲਾ ਬਾਬੇ ਮੈਨੂੰ ਤੈਅ ਲਾ ਕੇ ਰੱਖ ਹੀ ਦਿਓ, ਕੰਮ ਤਾਂ ਤੁਹਾਡਾ ਸਾਰਿਆਂ ਦਾ ਇਦਾਂ ਦਾ ਹੀ ਹੈ। ਉਧਰਲੇ ਪਾਸੇ ਜਾਣ ਤੋਂ ਪਹਿਲਾਂ ਮੇਰਾ ਇਰਾਦਾ ਸੀ ਸੰਧਾਲੀਆ ਸਾਹਿਬ 2-3 ਛੋਟੀਆਂ ਗੱਲਾਂ ਕਰ ਲਈਏ। ਗੁਰਪ੍ਰੀਤ ਸਿੰਘ ਕਾਂਗੜ ਸਾਹਿਬ ਸਾਬਕਾ ਕੈਬਨਿਟ ਮੰਤਰੀ ਨੇ, ਮੌਜੂਦਾ ਵਿਧਾਇਕ ਨੇ, ਕਾਂਗਰਸ ਦੇ ਲੀਡਰ ਨੇ, 6 ਪਿੰਡਾਂ 'ਚ ਕਹਿੰਦੇ ਕੈਂਪ ਰੱਖ ਲਏ ਹਲਕੇ 'ਚ ਕਿ ਆਪਾਂ ਜਾਂਦੇ ਹਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਹਾਂ। ਨੇੜਾ ਆ ਗਿਆ ਵੋਟਾਂ ਦਾ ਤੇ ਜਦੋਂ ਫਿਰ ਪਿੰਡਾਂ ਨੂੰ ਤੁਰੇ ਤਾਂ ਮੂਹਰੇ ਕਿਸਾਨ ਇਕੱਠੇ ਹੋ ਗਏ। ਉਹ ਕਹਿੰਦੇ ਕਾਂਗੜ ਸਾਹਿਬ ਠੀਕ ਹੈ, ਜੀ ਆਇਆਂ ਨੂੰ, ਆਓ ਜੀ ਸੱਦ ਕੇ ਆਓ, ਚਾਹ ਪਾਣੀ ਪਿਆਉਂਦੇ ਆ, ਪਰ ਇੱਕ ਗੱਲ ਦੱਸੋ, ਤੁਹਾਡੀ ਸਰਕਾਰ ਨੇ ਕਹਿੰਦੇ 12,000 ਰੁਪਏ ਦੀ ਵੱਡੀ ਰਕਮ ਜਿਹੜੀ ਹੈ ਪ੍ਰਤੀ ਏਕੜ ਜੇ 100% ਦੀ ਨਰਮਾ ਗੁਲਾਬੀ ਸੁੰਡੀ ਦੇ ਕਰਕੇ ਖਰਾਬ ਹੋਇਆ ਤੇ ਉਹਦੇ ਲਈ ਰੱਖੀ ਹੈ ਤੇ ਸਾਨੂੰ ਮਨਜ਼ੂਰ ਨਹੀਂ। ਅਸੀਂ ਫੈਸਲਾ ਕੀਤਾ ਕਿ ਤੁਹਾਨੂੰ ਪਿੰਡਾਂ 'ਚ ਨਹੀਂ ਆਉਣ ਦੇਣਾ। ਉਹਦੇ ਤੋਂ ਬਾਅਦ ਕਾਂਗੜ ਸਾਹਿਬ ਤਾਂ ਕਹਿੰਦੇ ਉਸ ਪਿੰਡ ਦੇ ਵਿੱਚੋਂ ਪਰੇ ਚਲੇ ਗਏ, ਪਰ ਕਿਸਾਨ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਭਾਈ ਸਾਨੂੰ ਧਮਕੀਆਂ ਦਿੱਤੀਆਂ, ਭੱਦੀ ਸ਼ਬਦਾਵਲੀ ਵਰਤੀ ਆ, ਮੂਹਰੇ ਧਮਕੀ ਭਰਿਆ ਲਹਿਜਾ ਸੀ। ਉਹ ਕਹਿੰਦੇ ਇਦਾਂ ਦੀ ਗੱਲ ਕੋਈ ਨਹੀਂ, ਮੈਨੂੰ ਕੰਮ ਕਰਨੋਂ ਰੋਕਦੇ ਆ। ਤੇ ਦੂਸਰੇ ਪਾਸੇ ਭਵਾਨੀਗੜ੍ਹ ਦੇ ਵਿੱਚ ਵਿਜੇਂਦਰ ਸਿੰਗਲਾ ਸਾਹਿਬ ਨੇ ਆਉਣਾ ਸੀ ਤੇ ਉੱਥੇ ਵੀ ਕਹਿੰਦੇ ਫਿਰ ਕਿਸਾਨ ਇਕੱਠੇ ਹੋ ਗਏ। ਉਹ ਕਹਿੰਦੇ ਫਿਰ ਕੋਈ ਨਹੀਂ, ਰਹਿ ਨਹੀਂ ਦਿੰਦੇ ਆ, ਫੰਕਸ਼ਨ ਹੋਰ ਬਥੇਰੇ। ਨਹੀਂ ਕਿਉਂਕਿ ਪਿਛਲੇ ਦਿਨ ਹੀ ਨਾ ਮੁੱਖ ਮੰਤਰੀ ਸਾਹਿਬ ਨੇ ਕਿਹਾ, ਉਹ ਕਹਿੰਦੇ ਵੀ ਇਦਾਂ ਕਿੱਦਾਂ ਗੱਡੀ ਚੱਲਣੀ, ਆਪਾਂ ਨੂੰ ਉੱਥੇ ਜਾ ਕੇ ਲੋਕਾਂ 'ਚ ਸਮੱਸਿਆਵਾਂ ਹੱਲ ਕਰਨੀਆਂ ਪੈਣੀਆਂ। ਹੁਣ ਚੱਕਰ ਆ ਵੀ ਚੰਨੀ ਸਾਹਿਬ ਜਦੋਂ ਬਹਿੰਦੇ ਆ ਉਹਦੇ ਬਹਿੰਦੇ ਆਪਣੇ ਉੱਥੇ ਕਿ ਜੇ ਜਾ ਕੇ ਵੀ ਜਿੱਥੇ ਕਿ ਜੇ ਕੋਈ ਜਿਹਾ ਰੌਲਾ ਰੱਪਾ ਪਵੇ ਨਾ, ਕਿਉਂਕਿ ਸਕੀਮ ਹੀ ਇਹੋ ਜਿਹੀ ਹੁੰਦੀ ਆ ਤੇ ਬਾਕੀ ਮੁੱਖ ਮੰਤਰੀ ਦੀ ਸਿਕਿਉਰਿਟੀ ਵਾਵਾ। ਹੁਣ ਉਹਨਾਂ ਨੇ ਹੋ ਸਕਦਾ ਵੀ ਆਰਡਰ ਦੇ ਹਿਸਾਬ ਨਾਲ ਬਾਕੀ ਮੰਤਰੀ ਵੀ ਤੋਰੇ ਹੋਣ ਤੇ ਬਾਕੀ ਮੰਤਰੀਆਂ ਨੇ ਤੇ ਕਿਤੇ ਨਾ ਕਿਤੇ ਘੇਰਨੇ, ਪਰ ਚੱਕਰ ਇਹ ਆ ਨਾ ਇਹਦੇ ਲਈ ਮੇਰਾ ਖਿਆਲ ਉਹ ਜਿਹੜੀ ਕੈਲਕੂਲੇਸ਼ਨ ਪਿਛਲੇ ਦਿਨ ਆਪਾਂ ਵੀ ਜ਼ਿਕਰ ਕੀਤਾ ਸੀ ਵੀ ਮੋਟਾ ਜਿਹਾ ਹਿਸਾਬ ਲਾਈਏ ਤੇ ਅੱਧੇ ਕੁ ਪੈਸੇ ਤੇ ਕੇਂਦਰ ਸਰਕਾਰ ਆਲਰੇਡੀ ਦੇਣ ਡਈ ਆ, ਅੱਧੇ ਕੁ ਪੰਜਾਬ ਸਰਕਾਰ ਨੇ ਦੇਣੇ। ਜੀ ਉਹਦੇ ਵਿੱਚ ਵੀ ਆਪਾਂ ਇਦਾਂ ਦਾ ਹਿਸਾਬ ਲਾਉਣਾ ਵੀ ਦੇਖੋ ਜੀ ਜੇ ਪੂਰਾ ਹੀ ਖਤਮ ਹੋ ਗਿਆ ਤੇ ਫਿਰ ਮਿਲਣਾ 12 ਜੀ, ਤੇ ਇਹ ਤੇ ਮਾਹੌਲ ਚੱਲ ਦੇਖ ਲੈਣਾ ਚਾਹੀਦਾ ਨਾ ਵੀ ਜਿਹਨਾਂ ਨੂੰ ਸਾਲ ਹੋ ਗਿਆ ਕਿ ਉਧਰੋਂ ਨਹੀਂ ਹਟਣ ਡਿਆ ਇਧਰੋਂ ਹਟ ਜਾਣਗੇ। ਹਾਂ ਇਹ ਬੜੀ ਅਜੀਬ ਗੱਲ ਹੋ ਸਕਦਾ ਜੇ ਤੇ ਉਹਨਾਂ ਨੂੰ ਇਹ ਯਾਦ ਆ ਵੀ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਇੰਨਾ ਚਲੇ ਜਾਣਾ ਯਾਰ, ਹੁਣ ਤੈਨੂੰ ਮਤਲਬ ਪ੍ਰੈਕਟਿਸ ਹੋ ਗਈ ਹੈ ਨਾ। ਹੁਣ ਤੇ ਉਹ ਮੇਰਾ ਖਿਆਲ ਆਉਂਦਿਆਂ ਸਾਰੇ ਕਹਿੰਦਾ ਬਾਪੂ ਤੂੰ ਕਹਿੰਦੇ ਲਾਇਆ, ਕਹਿੰਦਾ ਮੈਂ 20 ਲਾਇਆ ਤੇ ਮੈਂ ਕੁੜੀ ਨੂੰ ਕਹਿ ਰਿਹਾ ਮੈਂ ਵੀ ਧੋ ਕੇ ਲੀੜੇ ਲੋੜੇ ਮੇਰੇ ਝੋਲੇ 'ਚ ਪਾ ਦੇ, ਪਤਾ ਨਹੀਂ ਮੇਰਾ ਟੈਲੀਫੋਨ ਤੇ ਫੋਨ ਆ ਜਾਣਾ ਤੇ ਮੈਨੂੰ ਫਿਰ ਜਾਣਾ ਪੈਣਾ ਹੀ ਹੋ ਸਕਦਾ, ਦਿੱਲੀ ਜਾਣਾ ਪਵੇ, ਕਈ ਲੋਕਲ ਵੀ ਕੋਈ ਨਾ ਕੋਈ ਐਕਸਰਸਾਈਜ਼ ਕਰਨੀ ਪੈਂਦੀ ਹੈ। ਬਾਕੀ ਸੰਧਾਲੀਆ ਸਾਹਿਬ ਕੰਮ ਇਕੱਲਾ ਇੱਥੇ ਨਹੀਂ ਹੈਗਾ। ਤੁਸੀਂ ਇਹ ਦੇਖੋ ਕਿ ਰੋਹਤਕ ਦੇ ਨੇੜੇ ਪਤਾ ਲੱਗਾ ਕਿਸਾਨਾਂ ਨੂੰ ਕਿ ਭਾਈ ਇੱਕ ਸਮਾਗਮ ਦੇਖਣ ਦੇ ਲਈ ਭਾਰਤੀ ਜਨਤਾ ਪਾਰਟੀ ਵਾਲੇ ਇਕੱਠੇ ਹੋਏ ਆ ਤੇ ਕਿਸਾਨ ਮਜ਼ਦੂਰ ਇਕੱਠੇ ਹੋ ਗਏ, ਉਹਨੂੰ ਘੇਰ ਲਿਆ। ਬਸ 8-9 ਘੰਟੇ ਬਾਅਦ ਫੇਰ ਅਗਲੇ ਕਹਿੰਦੇ ਹੁਣ ਜਾਓ। ਤੇ ਉਹਦੇ ਤੋਂ ਬਾਅਦ ਵੀ ਦੇਖੋ ਕਿਸਾਨਾਂ ਨੇ ਸ਼ਰਤ ਰੱਖਤੀ ਕਿ ਭਾਈ ਪਿਛਲੇ ਸਮੇਂ ਜਿਹੜੀਆਂ ਕੁਝ ਗਤੀਵਿਧੀਆਂ ਆਈਆਂ ਉਹਦੇ ਲਈ ਮਾਫੀ ਮੰਗੋ, ਫੇਰ ਜਾਣ ਦੇਣਾ, ਉਹ ਨਹੀਂ ਜਾਣ ਦੇਣਾ। 3-4 ਜ਼ਿਲ੍ਹਿਆਂ ਦੇ ਅਫਸਰ ਆ ਗਏ, ਯਾਰ ਇਦਾਂ ਨਾ ਕਰੋ, ਕੋਈ ਗੱਲ ਨਹੀਂ, ਹੁਣ ਤਾਂ ਜਾ ਲੈਣ ਦਿਓ। ਉਹ ਅੰਦਰ 1 ਘੰਟਾ 2 ਘੰਟੇ 3 ਘੰਟੇ 8 ਘੰਟੇ ਕੁਛ ਮਿੰਟ ਲੰਘ ਗਏ। ਤੇ ਉਹਦੇ ਤੋਂ ਬਾਅਦ ਫਿਰ ਤਸਵੀਰਾਂ ਸਾਹਮਣੇ ਆਈਆਂ ਕਿ ਉਹ ਮੰਦਿਰ ਦੀ ਉੱਪਰਲੀ ਛੱਤ ਦੇ ਉੱਤੇ ਖੜ ਕੇ ਫਿਰ ਉਹ ਐਂ ਖੜੇ ਸੀ ਸਾਰੇ ਜਣੇ। ਕਿਸਾਨ ਕਹਿੰਦੇ ਆ ਜੀ ਉਹਨਾਂ ਨੇ ਫਿਰ ਮਾਫੀ ਮੰਗੀ ਕਿ ਭਾਈ ਉਹ ਜਿਹੜੀਆਂ ਘਟਨਾਵਾਂ, ਉਹ ਬਾਹਰ ਆ ਕੇ ਜਦੋਂ ਫਿਰ ਕਿਸਾਨ ਚਲੇ ਗਏ ਉਹ ਕਿਤੇ ਮਾਫੀ ਥੋੜ੍ਹੀ ਗਿਆ, ਉਹਨਾਂ ਨੂੰ ਕਿਹਾ ਜੀ ਰਾਮ ਰਾਮ ਸਤਿ ਸ੍ਰੀ ਅਕਾਲ, ਅਸੀਂ ਤੇ ਇਦਾਂ ਕਿਹਾ ਸੀ। ਦੇਖੋ ਗੱਲ ਪਤਾ ਕੀ ਹੈ, ਇਹ ਜਿੱਧਰ ਨੂੰ ਤੁਰ ਪਿਆ ਨਾ ਠੀਕ ਆ, ਮੈਨੂੰ ਲੱਗਦਾ ਵੀ ਕਿਸੇ ਹੱਦ ਤੱਕ ਹੋ ਸਕਦਾ ਵੀ ਕਿਸਾਨ ਜਥੇਬੰਦੀਆਂ ਨੂੰ ਜਾਇਜ਼ ਵੀ ਕਹਿਣ ਜੀ, ਬੀਜੇਪੀ ਵਾਲੇ ਵੀ ਹੋ ਸਕਦਾ ਵੀ ਉਹ ਕਿਤੇ ਨਾ ਕਿਤੇ ਅੰਦਰ ਖਾਤੇ ਕਹਿਣ ਕੋਈ ਨਹੀਂ ਕਸੀਸ ਜੀ ਵੱਟੋ ਯਾਰ, ਉਹ ਉੱਪਰ ਤੱਕ ਗੱਲ ਚੱਲਦੀ ਪਈ ਆਪਣੀ, ਕੋਈ ਨਹੀਂ ਕੁਛ ਨਾ ਕੁਛ ਹੱਲ ਕਰਦੇ ਆ, ਕੁਛ ਨਾ ਕੁਛ ਐਸਾ ਕਰ ਦੇਣਾ ਜਿਹਦੇ ਨਾਲ ਆਪਣਾ ਮਸਲਾ ਹੱਲ ਹੋ ਜਾਣਾ। ਪਰ ਮੈਨੂੰ ਸਿਰਫ ਇੱਕੋ ਚੀਜ਼ ਦਾ ਡਰ ਆ ਵੀ ਮੰਨ ਲਓ ਹੋ ਸਕਦਾ ਵੀ ਕਿਸਾਨ ਨੇ ਉਹ ਆਪਣੀਆਂ ਹੱਕੀ ਮੰਗਾਂ ਜਾਂ ਰੋਸ ਦਾ ਕਰਕੇ ਉੱਥੇ ਇਕੱਠੇ ਹੋਣ, ਉੱਧਰੋਂ ਉਹਨਾਂ ਦੇ ਨਾਲ ਜਿਹਨਾਂ ਦੇ ਨਾਲ ਪੰਗਾ ਉਹਨਾਂ ਨੇ ਆਖਣਾ ਵੀ ਅਸੀਂ ਸਿਆਸਤ ਕਰਨੀ, ਸਾਨੂੰ ਕਿਉਂ ਰੋਕਦੇ ਆ। ਕੋਈ ਤੀਜੀ ਧਿਰ 'ਚ ਜਿਹੜੀ ਛੇੜਨ ਵਾਲੀ ਕੋਈ ਉਹੋ ਜਿਹਾ ਪੰਗਾ ਨਾ ਪਾ ਦੇਵੇ ਕਿ ਦੁਬਾਰਾ ਉਹ ਗੱਲ ਫਿਰ ਕਿਸਾਨਾਂ ਦੇ ਸਿਰ ਤੇ ਆ ਜਾਵੇ ਜਾਂ ਬਾਅਦ ਪਤਾ ਨਾ ਲੱਗੇ ਵੀ ਕਿਹੜਾ ਕਰ ਗਿਆ। ਉਹ ਮੈਨੂੰ ਲੱਗਦਾ ਵੀ ਕਿਤੇ ਸੰਯੁਕਤ ਕਿਸਾਨ ਮੋਰਚੇ ਨੂੰ ਜ਼ਰੂਰ ਗਾਈਡਲਾਈਨਸ ਦੱਸੀਆਂ ਚਾਹੀਦੀਆਂ ਕਿ ਨਹੀਂ। ਸੰਧਾਲੀਆ ਸਾਹਿਬ ਗਾਈਡਲਾਈਨਸ ਉਹਨਾਂ ਨੇ ਕਲੀਅਰ ਦੱਸੀਆਂ ਹੋਈਆਂ। ਹਾਂ ਉਹ ਰੋਜ਼ ਵੀ ਇੱਕ ਵਾਰੀ ਦੁਹਰਾ ਦਿਆ ਕਰਦਾ, ਕੋਈ ਗੱਲ ਨਹੀਂ, ਇੱਕ ਵੀਡੀਓ ਬਣਾ ਕੇ ਰੋਜ਼, ਕਿਉਂਕਿ ਉਹਨਾਂ ਦੇ ਸੋਸ਼ਲ ਮੀਡੀਆ ਦੇ ਆਪਣੇ ਪਲੇਟਫਾਰਮ ਹੈਗੇ, ਉੱਥੇ ਉਹ ਗੱਲ ਕਰਦੇ, ਉਹਨਾਂ ਨੂੰ ਭੇਜ ਦੇਣੀਆਂ ਚਾਹੀਦੀਆਂ। ਵੈਸੇ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਕੱਟ ਕਹੀਆਂ। ਜਦੋਂ
ਤੁਹਾਨੂੰ ਯਾਦ ਹੋਣਾ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਉਹਨਾਂ ਨੇ ਕਲੀਅਰ ਕੀਤਾ ਸੀ ਕਿ ਭਾਈ ਕਿਹਦੇ ਨਾਲ ਕਿੱਦਾਂ ਦਾ ਵਿਵਹਾਰ ਕਰਨਾ ਤੇ ਕਿਹਦੇ ਨਾਲ ਕਿੱਦਾਂ ਦੇ ਸਵਾਲ ਕੀਤੇ ਜਾ ਸਕਦੇ ਆ, ਕਾਲੀ ਝੰਡੀ ਕਿਹਨੂੰ ਦਿਖਾਉਣੀ ਹੈ, ਰਾਹ ਕਿਹਦਾ ਡੱਕਣਾ ਹੈ, ਕਿਹਨੂੰ ਸਵਾਲ ਕਰਨੇ ਆ। ਹਾਂ, ਉਹ ਕਈ ਵਾਰੀ ਘਟਨਾਵਾਂ ਹੀ ਇੰਨੀਆਂ ਘਟ ਜਾਂਦੀਆਂ ਕਿ ਉਹਦੇ ਉੱਤੇ ਧੂੜ ਜੰਮ ਜਾਂਦੀ ਹੈ। ਹੁਣ ਤੁਸੀਂ ਦੇਖੋ, ਤੁਸੀਂ ਸ਼ਰਾਰਤੀ ਅਨਸਰ ਵਾਲੀ ਗੱਲ ਕੀਤੀ। ਹਿਸਾਰ ਦੇ ਨੇੜੇ ਨਾਰਨ ਆਉਂਦਾ, ਉੱਥੇ ਰਾਮਚੰਦਰ ਜਾਂਗੜਾ ਭਾਰਤੀ ਜਨਤਾ ਪਾਰਟੀ ਦੇ MP ਸਾਹਿਬ ਆਏ। ਦੇਖੋ, ਅਸੀਂ ਇਹ ਕਹਿੰਦੇ ਆ ਕਿ ਭਾਈ ਭਾਸ਼ਾ ਸੱਭਿਅਕ ਹੋਣੀ ਚਾਹੀਦੀ ਹੈ, ਹਿੰਸਾ ਨੂੰ ਥਾਂ ਕੋਈ ਨਹੀਂ। ਉਹਨਾਂ ਦੀ ਕਾਰ ਘੇੜੀ ਰੋਕੀ, ਖਿੱਚ ਧੂ ਵੀ ਹੋਈ, ਧਰਨਾ ਵੀ ਲੱਗਾ, ਪਰ ਕਿਸੇ ਨੇ ਕੁਛ ਮਾਰ ਕੇ ਸ਼ੀਸ਼ਾ ਤੋੜ ਦਿੱਤਾ ਕਰਦਾ। ਹੁਣ ਤਿੜਕ ਗਿਆ। ਹੁਣ ਇਹਨੂੰ ਤਾਂ ਉਹ ਪਰਚੇ ਹੋਣਗੇ, ਕੱਲ੍ਹ ਨੂੰ ਕੇਸ ਹੋ ਜਾਣਗੇ, ਕਿਸੇ ਬੰਦੇ ਨੂੰ ਅੰਦਰ ਕਰਨਗੇ। ਇਹ ਕਿਸਾਨਾਂ ਦੀਆਂ ਜਥੇਬੰਦੀਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਭਾਈ ਜਦੋਂ ਇਕੱਠ ਕਿਤੇ ਹੁੰਦਾ ਤੇ ਇਹਨਾਂ ਚੀਜ਼ਾਂ ਤੇ ਧਿਆਨ ਰੱਖੋ। ਹੁਣ ਤੁਸੀਂ ਦੀਵਾਲੀ ਵਾਲੀ ਰਾਤ ਸਿੰਘੂ ਬਾਰਡਰ ਦੇ ਉੱਤੇ ਜੋ ਕੁਛ ਹੋਇਆ, ਸੰਧਾਲੀਆ ਸਾਹਿਬ, ਬਹੁਤ ਕਮਾਲ ਦੀ ਗੱਲ ਹੈ ਕਿ ਅਚਾਨਕ 3 ਟੈਂਟਾਂ ਨੂੰ ਅੱਗ ਲੱਗ ਜਾਂਦੀ ਹੈ। ਹੁਣ ਕਿਸਾਨ ਹਾਲਾਂਕਿ ਡਿਊਟੀਆਂ ਲਾਈਆਂ ਸੀ, ਲਗਾਤਾਰ ਉਹ ਪਹਿਰਾ ਦੇਈ ਜਾਂਦੇ ਸੀ, ਲਗਾਤਾਰ ਉਹਨਾਂ ਨੇ ਪਾਣੀ ਦੀਆਂ ਟੈਂਕੀਆਂ ਭਰ ਕੇ ਟਰੈਕਟਰ ਫੇਰੀ ਜਾਂਦੇ ਸੀ ਕਿਤੇ ਲੋੜ ਪੈ ਜਾਵੇ। ਤੇ ਉਸ ਜ਼ਿਲ੍ਹੇ ਦੇ ਵਿੱਚ ਆਤਿਸ਼ਬਾਜ਼ੀਆਂ ਦੇ ਕਰਕੇ ਅੱਗ ਲੱਗੀ ਹੈ ਜਿੱਥੇ ਪੂਰਨ ਪਾਬੰਦੀ ਕੇ ਪਟਾਕਾ ਚੱਲ ਹੀ ਨਹੀਂ ਸਕਦਾ, ਹਰਿਆਣੇ ਦੇ ਜ਼ਿਲ੍ਹਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਕੁਝ ਇੱਕ ਮੁੰਡੇ ਜਿਹੇ ਆਏ ਆ, ਉਹਨਾਂ ਨੇ ਆਤਿਸ਼ਬਾਜ਼ੀਆਂ ਉਧਰ ਨੂੰ ਕਰਕੇ ਛੱਡੀਆਂ ਤੇ ਉਧਰ ਅੱਗ ਲੱਗ ਗਈ, ਉਹ ਬੁਝਾਉਣ ਲੱਗ ਪਿਆ। ਜਾਨੂੰ ਕਿਸਾਨ ਲੀਡਰ ਵੀ ਪਹੁੰਚ ਗਿਆ ਕਿਉਂਕਿ ਮੁਸਤੈਦ ਸੀਗੇ। ਤੇ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਹੋਰੀ ਕਹਿੰਦੇ ਕਿ ਮੈਂ ਇੱਥੋਂ ਹੀ ਗਿਆ, ਕਹਿੰਦੇ 2 ਮਿੰਟ ਪਹਿਲਾਂ ਮੈਂ ਤਾਂ ਸਾਰੇ ਤੰਬੂਆਂ 'ਚ ਫਿਰਦਾ ਸੀ ਕਿ ਭਾਈ ਤੁਸੀਂ ਅੱਜ ਦੀ ਰਾਤ ਮੁਸਤੈਦ ਰਹੋ, ਕੋਈ ਸ਼ਰਾਰਤ ਕਰ ਸਕਦੇ ਆ। ਤੁਸੀਂ ਸ਼ਰਾਰਤੀ ਅਨਸਰਾਂ ਦਾ ਜ਼ਿਕਰ ਕੀਤਾ ਤੇ ਚੇਤਾ ਆਇਆ। ਉਹ ਕਹਿੰਦੇ ਫਿਰ ਇਹਨਾਂ ਨੇ ਦੱਸਿਆ ਕਿ ਉਹ ਪਰਲੇ ਪਾਸੇ ਮੰਦਰ ਆ, ਉਧਰ ਨੂੰ ਭੱਜੇ ਆ। ਤੁਸੀਂ ਬਹੁਤ ਸੰਵੇਦਨਸ਼ੀਲ ਗੱਲ ਹੈ ਕਿ ਦੋਸ਼ ਲੱਗਾ ਸਾਬਤ ਨਹੀਂ ਕਿ ਭਾਈ ਇਧਰਲੇ ਪਾਸੇ ਨੂੰ ਕਰਕੇ ਆਤਿਸ਼ਬਾਜ਼ੀਆਂ ਚਲਾਈਆਂ। ਪਹਿਲੀ ਗੱਲ, ਪਾਬੰਦੀ ਦੇ ਬਾਵਜੂਦ ਚੱਲ ਕਿੱਦਾਂ ਗਈਆਂ। ਦੂਸਰੀ ਗੱਲ ਹੈ ਕਿ ਕਿਸਾਨਾਂ ਦੇ ਅੰਦੋਲਨ ਦੇ ਨੇੜੇ ਆ ਕੇ ਇਦਾਂ ਚੱਲ ਗਈਆਂ। ਤੀਸਰਾ ਕਿ ਉੱਥੇ ਆ ਕੇ ਟੈਂਟਾਂ ਨੂੰ ਕਿੱਦਾਂ ਡਿੱਗੀਆਂ। ਚੌਥਾ, ਮੰਦਰ ਵੱਲ ਨੂੰ ਭੱਜੇ। ਮੈਂ ਜਦੋਂ ਸੁਣਿਆ ਮੱਥਾ ਠਣਕਿਆ। ਉਹਦੇ ਤੋਂ ਬਾਅਦ ਉਹ ਕਹਿੰਦੇ ਕਿ ਅਸੀਂ ਮੰਦਰ 'ਚ ਗਏ ਤਾਂ ਪੁਜਾਰੀ ਹੋਰੀ ਕਹਿੰਦੇ ਕਿ ਇੱਥੇ ਵੀ ਨਹੀਂ ਹਟਦੇ ਸੀ, ਕਈ ਮਿੰਟ ਲਗਾਤਾਰ ਚਲਾਉਂਦੇ ਰਹੇ, ਮੈਂ ਕਈ ਵਾਰੀ ਵਰਜਿਆ, ਹੁਣ ਤੁਹਾਨੂੰ ਦੇਖ ਕੇ ਭੱਜੇ ਆ। ਕਹਿੰਦੇ ਮੰਦਰ 'ਚ ਵੀ ਅੱਗ ਲੱਗ ਚੱਲੀ ਸੀ। ਸੰਧਾਲੀਆ ਸਾਹਿਬ, ਹੁਣ ਤਾਂ ਉੱਥੇ ਕਿਸਾਨਾਂ ਨੇ ਚਲੋ ਆਪਣੇ 3 ਟੈਂਟਾਂ ਤੇ 1 ਟਰਾਲੀ ਤੋਂ ਬਿਨਾਂ ਬਾਕੀ ਸਭ ਕੁਝ ਬਚਾ ਲਿਆ ਕਿਉਂਕਿ ਮੁਸਤੈਦ ਸੀ। ਪੁਜਾਰੀ ਸਾਹਿਬ ਕਹਿੰਦੇ ਜੀ ਮੈਂ ਰੋਕਦਾ ਸੀ, ਰੁਕੇ ਨਹੀਂ। ਜੇ ਕਿਤੇ ਰੱਬ ਨਾ ਕਰਦਾ ਮੰਦਰ ਨੂੰ ਵੀ ਅੱਗ ਲੱਗ ਜਾਂਦੀ ਕਿਸੇ ਹਿੱਸੇ ਦੇ ਵਿੱਚ, ਜੇ ਸ਼ਰਾਰਤ ਕਰਨੀ ਕੋ ਆਇਆ, ਉਹਨੂੰ ਝਗੜਾ ਦੇਖੋ ਕਾਹਦਾ ਬਣਾ ਦੇਣਾ ਸੀ ਤੁਸੀਂ। ਇਹੀ ਮੈਂ ਗੱਲ ਐਕਚੁਅਲੀ ਚਾਹੁੰਦਾ ਸੀ ਕਰਨੀ, ਕਿਉਂਕਿ ਦੇਖੋ ਨਾ, ਇਹ ਜਿੱਧਰ ਨੂੰ ਕੰਮ ਤੁਰ ਪਿਆ ਨਾ, ਹੁਣ ਇਹਨੂੰ ਸ਼ਾਇਦ ਜੇ ਉੱਪਰੋਂ ਦੇਖਣਾ ਹੋਵੇ ਤਾਂ ਪਹਿਲਾਂ ਇਹ ਲੱਗਦਾ ਸੀ ਵੀ ਸ਼ਾਇਦ ਇੱਕ ਜਗ੍ਹਾ ਤੋਂ ਅੰਦੋਲਨ ਚੱਲਿਆ, ਉਹ ਥੋੜ੍ਹੇ ਜਿਹੇ ਹਿੱਸੇ 'ਚ ਆ, ਫਿਰ ਉਹ ਤੁਰਦਾ ਤੁਰਦਾ ਦਿੱਲੀ ਤੱਕ ਚੱਲ ਗਿਆ। ਫਿਰ ਦਿੱਲੀ ਤੱਕ ਵੀ ਇੱਦਾਂ ਜਾਪਦਾ ਸੀ ਵੀ ਜਿਹੜੇ ਇੱਕ ਮੇਨ ਹਾਈਵੇ ਆ ਭਾਈ ਸਾਹਿਬ, ਇੱਧਰੋਂ ਤੁਰੇ ਆ, ਹਰਿਆਣਾ ਜੁੜ ਗਿਆ ਨਾਲ, ਉੱਧਰ ਚੱਲ ਗਿਆ, ਫਿਰ ਹੌਲੀ ਹੌਲੀ ਕਹਿੰਦੇ ਯੂਪੀ ਜੁੜ ਗਿਆ। ਪਹਿਲਾਂ ਜਾਪਦਾ ਸੀ ਵੀ ਸ਼ਾਇਦ ਲੋਕ ਨੇ, ਕਿਸਾਨ ਨੇ ਤੇ ਉੱਥੇ ਬੈਠੇ ਉਹਨਾਂ ਦਾ ਇੱਕ ਮਸਲਾ, ਪਰ ਹੁਣ ਮੈਨੂੰ ਲੱਗਦਾ ਵੀ ਇਹ ਲੋਕਾਂ ਕਿਸਾਨਾਂ ਦਾ ਉੱਥੇ ਬੈਠਿਆਂ ਦਾ ਮਸਲਾ ਨਾ ਰਹਿ ਕੇ ਇੱਕ ਪੂਰੀ ਤਰ੍ਹਾਂ ਨਾਲ ਥਾਟ ਆ, ਇੱਕ ਵਿਚਾਰ ਆ ਜਿਹੜਾ ਪੂਰੇ ਦੇਸ਼ 'ਚ ਘੁੰਮਦਾ। ਹੁਣ ਉਸ ਵਿਚਾਰ ਨਾਲ ਬਹੁਤ ਸਾਰੇ ਲੋਕ ਸਹਿਮਤ ਹੋ ਸਕਦੇ, ਬਹੁਤ ਸਾਰੇ ਅਸਹਿਮਤ ਹੋ ਸਕਦੇ। ਤੇ ਜਿਹੜੀ ਤੀਸਰੀ ਧਿਰ ਆ ਜਿਹਦਾ ਕੰਮ ਹੁੰਦਾ ਵੀ ਇਹ ਤੋਂ ਫਾਇਦਾ ਕਿੱਦਾਂ ਲੈਣਾ, ਕਿਉਂਕਿ ਵਪਾਰੀ ਦਬਕਾ ਅਜੀਬੋ ਗਰੀਬ ਹੁੰਦਾ ਨਾ, ਹਰੇਕ ਬੰਦਾ ਸੁੱਖ ਮੰਗਣ ਵਾਲਾ ਤਾਂ ਹੈ ਨਹੀਂ ਜਿਹਨੂੰ ਇਹ ਜਾਪਦਾ ਵੀ ਅੱਛਾ ਮੇਰੀ ਬਾਠ ਨਾਲ ਕਿਹੜਾ ਵੇ ਕੱਢੀਏ ਕਿੱਦਾਂ। ਉਹ ਕਹਿੰਦਾ ਜੇ ਮੈਂ ਸਾਹਮਣੇ ਆਇਆ ਤੇ ਫਿਰ ਇੱਦਾਂ ਗੱਲ ਨਹੀਂ ਬਣਨੀ, ਇਹਦੇ ਕੋਲ ਕਢਾ ਜੀ। ਉਹ ਜਿਹੜੀ ਇਹਦੇ ਕੋਲੋਂ ਕਿਹੜ ਕਢਾਉਣ ਵਾਲੀ ਗੱਲ ਆ ਉਹ ਹੋ ਸਕਦੀ। ਮੈਂ ਤਾਂ ਕਰਕੇ ਕਹਿੰਦਾ ਵੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਦੇਖੀਆਂ, ਨਿੱਕੀਆਂ ਜਿਹਦੇ ਵਿੱਚ ਇਹ ਸੀ ਯਾਰ ਸਾਡੇ ਬੰਦੇ ਤਾਂ ਇੱਥੇ ਸੀ ਜੀ, ਇਹ ਫਲਾਨੇ ਸੀ। ਕੋਈ ਕਹਿੰਦਾ ਨਹੀਂ ਜੀ ਉਹ ਫਲਾਨੇ ਵੀ ਸੀਗੇ, ਪਰ ਉਹਦੇ 'ਚ ਫਲਾਨੇ ਪਤਾ ਨਹੀਂ ਕੌਣ ਸੀਗੇ। ਹੁਣ ਜੇ ਇਹੋ ਜਿਹੀਆਂ ਘਟਨਾਵਾਂ ਨਿੱਕੀਆਂ ਆਲਰੇਡੀ ਹੋ ਚੁੱਕੀਆਂ ਐਂਡ ਇਸ ਵਕਤ ਜੇ ਆਪਾਂ ਕਿਸਾਨ ਲੀਡਰਾਂ ਦੀ ਗੱਲ ਕਰ ਲਈਏ ਤਾਂ ਮੈਨੂੰ ਲੱਗਦਾ ਵੀ ਕਦੀ ਉਹ ਵਿਚਾਰਿਆਂ ਨੂੰ ਹਰਿਆਣੇ ਦੇਖਣਾ ਪੈਂਦਾ, ਕਦੀ ਯੂਪੀ ਪੰਗਾ ਪਾ ਜਾਂਦਾ, ਕਦੀ ਪੰਜਾਬ ਰੁਲ ਜਾਂਦਾ, ਕਦੀ ਕਿਤੇ ਹੋਰ ਹੋ ਜਾਂਦਾ। ਉਦੋਂ ਬਾਅਦ ਫਿਰ ਉਹ ਉਡੀਕਦੇ ਆ ਵੀ ਸ਼ਾਇਦ ਕੇਂਦਰ ਸਰਕਾਰ ਸਾਨੂੰ ਕਹੇ ਵੀ 12ਵੀਂ ਮੀਟਿੰਗ ਕਰ ਲਈਏ, ਆ ਜਾਓ ਕਿਸੇ ਦਿਨ। ਸੋ ਮੈਨੂੰ ਇਹ ਜਾਪਦਾ ਵੀ ਜਿਸ ਹਿਸਾਬ ਨਾਲ ਚੀਜ਼ ਇਹ ਖਿਲਰ ਗਈ ਆ, ਇੱਕ ਤਰ੍ਹਾਂ ਨਾਲ ਦੁਬਾਰਾ ਜਿੱਦਾਂ ਤੁਸੀਂ ਅੱਗੇ ਕਿਹਾ ਕਿ ਭਾਵੇਂ ਦਿਹਾੜੀ 'ਚ 2 ਵਾਰਾਂ ਕਹਿਣਾ ਪਵੇ ਵੀ ਅਸੀਂ ਇੱਥੇ ਖੜੇ ਹਾਂ, ਸਾਡਾ ਆਹ ਕੰਮ ਆ, ਆਹ ਅਸੀਂ ਕਹਿੰਦੇ ਹਾਂ ਤੇ ਆਹ ਅਸੀਂ ਨਹੀਂ ਕਹਿੰਦੇ, ਤਾਂ ਜੋ ਐਟਲੀਸਟ ਇੱਕ ਉਹਨਾਂ ਦੇ ਕੋਲ ਆਪਣਾ ਆਪ ਕਹਿਣ ਲਈ, ਆਪਣਾ ਪੱਖ ਕਲੀਅਰ ਕਰਨ ਲਈ ਗੱਲ ਹੋਵੇ ਵੀ ਅਸੀਂ ਕੀ ਕਿਹਾ ਤੇ ਕੀ ਨਹੀਂ ਕਿਹਾ। ਬਿਲਕੁਲ ਸੰਧਾਲੀਆ ਸਾਹਿਬ, ਦੇਖੋ ਹੁਣ ਤੱਕ 1 ਸਾਲ ਹੋ ਚੱਲਾ ਕਿਸਾਨ ਅੰਦੋਲਨ ਨੂੰ ਚੱਲਦਿਆਂ, ਤਕਰੀਬਨ ਸਾਰੇ ਵਰਗਾਂ ਨੇ ਸਾਥ ਦਿੱਤਾ, ਚਾਹੇ ਉਹ ਕਿਸਾਨ ਆ, ਮਜ਼ਦੂਰ ਆ, ਛੋਟਾ ਦੁਕਾਨਦਾਰ, ਵੱਡਾ ਦੁਕਾਨਦਾਰ, ਕਿਉਂਕਿ ਪਤਾ ਸਾਰਿਆਂ ਨੂੰ ਕਿ ਨੁਕਸਾਨ ਹੋਊਗਾ। ਹੁਣ ਸ਼ਰਾਰਤ ਕਰਨ ਵਾਲਿਆਂ ਨੂੰ ਪਤਾ ਕਿ ਸ਼ਰਾਰਤੀ ਮਨ ਜਿਹੜਾ ਹੁੰਦਾ ਉਹ ਕਿਸੇ ਦਾ ਚੱਕਿਆ ਚਕਾਇਆ, ਕਿਉਂਕਿ ਕਿਸਾਨ ਆਗੂ ਨੇ ਕਿ ਸਾਜ਼ਿਸ਼ ਹੋ ਸਕਦੀ ਆ ਕਿ ਲੜਾ ਦਿਓ, ਇਹ ਲੜਾਈ ਹੋਰ ਪਾਸੇ ਲੈ ਦਿਓ। ਜੇ ਹੋਰ ਪਾਸੇ ਲੜਾਈ ਚੱਲ ਗਈ, ਮਿੰਟ ਨਹੀਂ ਲੱਗਣਾ, ਜਿਹੜਾ ਮਸਲਾ ਉਹਨਾਂ ਨੂੰ ਲੱਗਦਾ ਕਿ 11 ਮਹੀਨੇ 'ਚ ਹੱਲ ਨਹੀਂ ਹੋਇਆ ਤਾਂ ਐਂ ਹੋ ਜਾਊਗਾ, ਕਿਉਂਕਿ ਲੋਕਾਂ ਨੂੰ ਭੜਕਾਉਣਾ ਹੀ ਆ। ਚਲੋ ਉਹਦੇ ਤੋਂ ਬਚਾਅ ਹੋ ਗਿਆ ਕਿਸਾਨ ਆਗੂਆਂ ਦੀ ਮੁਸਤੈਦੀ ਨਾਲ। ਪਿੰਡਾਂ 'ਚ ਵੀ ਜੇ ਇਹ ਬਚਾਅ ਕਰਨਾ ਤਾਂ ਸਪਸ਼ਟ ਰੂਪ ਦੇ ਵਿੱਚ ਆਪ ਦਾ ਸੁਨੇਹਾ ਜਿਹੜਾ ਉਹ ਦੁਹਰਾਉਂਦੇ ਰਹਿਣ ਤਾਂ ਚੰਗਾ। ਬਿਲਕੁਲ, ਇਹ ਬੜਾ ਜ਼ਰੂਰੀ ਆ। ਤੇ ਹੁਣ ਕਿੱਧਰ ਨੂੰ ਮੋੜਨਾ ਜੀ? ਮੈਨੂੰ ਲੱਗਦਾ ਕਿ ਆਪਾਂ ਪੰਜਾਬ ਵਾਲੇ ਪਾਸੇ ਆਈਏ। ਪ੍ਰੈਸ ਕਾਨਫਰੰਸਾਂ 1-2 ਹੋਈਆਂ, ਉਹਨਾਂ ਦੀ ਜ਼ਿਕਰ ਕਰਦੇ ਹਾਂ ਪੂਰਾ। ਪ੍ਰੈਸ ਕਾਨਫਰੰਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਤੇ ਇਹ ਆ ਵੀ ਭਾਈ ਸਾਹਿਬ 8 ਤਰੀਕ ਦਾ ਦਿਨ ਮੁਕਰਰ ਕੀਤਾ,
ਬੜੀ ਦੇਰ ਤੋਂ ਇੱਕ ਉਡੀਕਿਆ ਜਾ ਰਿਹਾ ਵਿਧਾਨ ਸਭਾ ਸੈਸ਼ਨ ਸੀ ਜਿਹੜਾ ਕਹਿੰਦੇ ਫਾਈਨਲੀ ਹੋਣਾ ਜੀ। ਹੁਣ ਉਹ ਕਿਹੋ ਜਿਹਾ ਹੋਣਾ ਕਿਹੋ ਜਿਹਾ ਨਹੀਂ ਹੋਣਾ ਇਹ ਤੇ ਗੱਲ ਹੈਗੀ। ਜੇ ਮੈਂ ਗਲਤ ਨਹੀਂ ਤੇ ਮੇਰੇ ਖਿਆਲ ਨਾਲ ਇਸ ਸਰਕਾਰ ਦਾ ਆਖਰੀ ਵਿਧਾਨ ਸਭਾ ਸੈਸ਼ਨ ਹੈ, ਇਸ ਤੋਂ ਬਾਅਦ ਤੇ ਮੌਕਾ ਨਹੀਂ ਮਿਲਣਾ। ਤੇ ਇਸ ਵਿਧਾਨ ਸਭਾ ਸੈਸ਼ਨ ਨੂੰ ਹੋ ਸਕਦਾ ਵੀ ਇਤਿਹਾਸਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਚੰਨੀ ਸਰਕਾਰ ਵਾਲੇ ਪਾਸੇ, ਜਿੱਦਾਂ ਦੀ ਆਸ ਆ। ਹੁਣ ਉਹਦੇ ਚ ਮੁੱਦਾ ਕਿਹੜਾ ਹੋ ਸਕਦਾ, ਮੈਨੂੰ ਲੱਗਦਾ ਵੀ ਥੋੜਾ ਉਹ ਵਿਚਾਰ ਲਈ, ਕਿਉਂਕਿ ਡਿਮਾਂਡਾਂ ਤੇ ਬੜੀ ਤਰ੍ਹਾਂ ਦੀਆਂ ਵੀ ਆਹ ਵੀ ਕਰ ਦਿਓ, ਉਹ ਵੀ ਕਰ ਦਿਓ, ਚੰਗਾ ਫਿਰ ਆਹ ਤੇ ਕਰ ਹੀ ਦਿਓ ਨਾ। ਚੰਨੀ ਸਾਹਿਬ ਦੇ ਉੱਤੇ ਅਸਲ 'ਚ ਪ੍ਰੈਸ਼ਰ ਹੈ ਇਸ ਵੇਲੇ। ਇੱਕ ਤਾਂ ਬਿਜਲੀ ਵਾਲੇ ਮੁੱਦੇ ਤੇ ਕੁਛ ਨਾ ਕੁਛ ਕਰਨਾ ਪਊਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਕਈ ਹੋਰ ਬੰਦੇ ਕਹਿੰਦੇ ਆ। ਦੂਸਰੇ ਪਾਸੇ ਉਹਨਾਂ ਨੇ ਆਪ ਵੀ ਕਿਹਾ ਕਿ ਖੇਤੀ ਕਾਨੂੰਨ ਅਸੀਂ ਰੱਦ ਕਰਨੇ ਆ, ਉਧਰਲੇ ਪਾਸੇ ਤੁਰਨਾ। ਤੀਸਰੇ ਪਾਸੇ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੀ ਨਵੀਂ ਡਿਮਾਂਡ ਰੱਖ ਦਿੱਤੀ ਹੈ, ਤੁਹਾਨੂੰ ਯਾਦ ਹੋਣਾ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਇੱਕ ਰਿਪੋਰਟ ਸੀ, ਉਹਦੇ ਉੱਤੇ ਸਪੈਸ਼ਲ ਸੈਸ਼ਨ ਸੱਦਿਆ ਸੀ। ਉਦੋਂ ਅਕਾਲੀ ਦਲ ਬਾਈਕਾਟ ਕਰ ਗਿਆ ਸੀ। ਇਹਨਾਂ ਨੇ ਬਾਹਰ ਆਪਣਾ ਸੈਸ਼ਨ ਲਾ ਲਿਆ ਸੀ ਤੇ ਅੰਦਰੋਂ ਲਾਈਵ ਪ੍ਰਸਾਰਣ ਚੱਲਿਆ ਸੀ। ਜਦੋਂ ਸਭ ਤੋਂ ਪਹਿਲਾਂ ਹਰਮਿੰਦਰ ਸਿੰਘ ਗਿੱਲ ਹੋਰਾਂ ਨੇ ਗੱਲ ਸ਼ੁਰੂ ਕੀਤੀ, ਸਿੱਧੂ ਸਾਹਿਬ ਵੀ ਠੋਕ ਕੇ ਬੋਲੇ ਸੀ। ਉਸ ਤੋਂ ਬਾਅਦ ਹੋਇਆ ਕੁਛ ਨਹੀਂ ਹੋਇਆ, ਵੱਖਰੀ ਗੱਲ ਹੈ। ਐਤਕੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਲੁਧਿਆਣੇ ਵਾਲੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਸੰਕੇਤ ਦਿੱਤਾ ਕਿ ਐਤਕੀ ਅਸੀਂ ਅੰਦਰ ਬੈਠਾਂਗੇ। ਹੁਣ ਉਹਨਾਂ ਨੇ ਦੇਖੋ ਕੀ ਕਿਹਾ, ਤੁਸੀਂ ਅੱਗੋਂ ਬੁਲਾਵਾ ਪਾਉਣ ਵਾਲੀ ਗੱਲ, ਕਿਉਂਕਿ 1984 ਦੇ ਸਿੱਖ ਕਤਲੇਆਮ ਨਾਲ ਸੰਬੰਧਿਤ ਸਮਾਗਮ ਸੀ ਜਿੱਥੇ ਉਹ ਸ਼ਿਰਕਤ ਕਰਨਾ ਹੈ, ਤੇ ਉੱਥੇ ਉਹ ਕਹਿੰਦੇ ਕਿ ਅਸੀਂ ਐਤਕੀ 8 ਤਰੀਕ ਦੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਗਾਂਧੀ ਪਰਿਵਾਰ ਦੇ ਖਿਲਾਫ ਮਤਾ ਲੈ ਕੇ ਆਈਏ। ਕਿ ਗਾਂਧੀ ਪਰਿਵਾਰ ਦੀ ਸਰਕਾਰ ਸੀ ਉਦੋਂ, ਤੇ ਉਸ ਸਰਕਾਰ ਦੇ ਵਿੱਚ ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ, ਤੇ ਨਾਲ ਹੀ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਬਾਈਕਾਟ ਕਰ ਦਿਓ ਕਾਂਗਰਸ ਦਾ, ਮੁਕੰਮਲ ਬਾਈਕਾਟ ਕਰੋ, ਕਿ ਸਿੱਖਾਂ ਦਾ ਕਤਲੇਆਮ ਹੋਇਆ ਤੇ ਇਹਨਾਂ ਦੀ ਉਸ ਵੇਲੇ ਸਰਕਾਰ ਸੀ, ਇਸ ਕਰਕੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਹੁਣ ਭਾਈ ਮਤੇ ਤਾਂ ਉੱਥੇ ਬਹੁਤ ਆ ਜਾਣੇ ਆ, ਕਿਹੜਾ ਪ੍ਰਵਾਨ ਹੋਊ, ਕਿਹੜਾ ਪੇਸ਼ ਹੋਊ, ਕਿਹਨੂੰ ਆਗਿਆ ਨੂੰ ਮਿਲੂ, ਰੌਲਾ ਪਊਗਾ। ਉਹ ਤਾਂ ਕਲੀਅਰ ਹੀ ਹੈ। ਦੇਖੋ ਸੁਖਬੀਰ ਬਾਦਲ ਸਾਹਿਬ ਤੇ ਉੱਥੇ ਜਾ ਨਹੀਂ ਸਕਦੇ, ਕਿਉਂਕਿ ਉਹ ਕਿਹੜਾ ਐਮਐਲਏ, ਉਹ ਤਾਂ ਹੈਗੇ ਤੇ ਐਮਪੀ ਜੀ। ਦੂਜੀ ਰਹੀ ਗੱਲ ਵੀ ਹੁਣ ਜਿਹੜੀ ਵੀ ਟੀਮ ਉਹਨਾਂ ਦੀ ਜਾਊਗੀ, ਜੇ ਉਹਨਾਂ ਨੇ ਇਸ਼ਾਰਾ ਕਰਤਾ ਇਹਦੀ ਗੱਲ ਕਲੀਅਰ ਹੈ ਵੀ ਉਸ ਦਿਨ ਉਹਨਾਂ ਦਾ ਢੰਗ ਤਰੀਕਾ ਕੀ ਹੁੰਦਾ, ਉਹ ਕਾਲੇ ਚੋਲੇ ਪਾਉਂਦੇ ਆ ਜਾਂ ਫਿਰ ਉਸ ਤੋਂ ਬਾਅਦ ਪੋਸਟਰ ਲੈ ਕੇ ਜਾਂਦੇ ਆ ਜਾਂ ਫਿਰ ਹੋਰ ਕੁਝ ਲੈ ਕੇ ਜਾਂਦੇ, ਇੱਕ ਵਿਲੱਖਣ ਜਿਹਾ ਤਰੀਕਾ ਕਰਦਾ ਹੁੰਦਾ ਅਕਾਲੀ ਦਲ, ਕਰੂਗਾ ਐਤਕੀ ਵੀ। ਪਰ ਇੱਕ ਚੀਜ਼ ਹੈ ਬਾਟ ਸਾਹਿਬ ਕਿ ਵੀ ਹੁਣ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਜਿਹੜਾ ਮੁੱਦਾ ਅਕਾਲੀ ਦਲ ਚੁੱਕ ਰਿਹਾ ਉਹ ਗਲਤ ਹੈ, ਪਰ ਉਹਦੀ ਟਾਈਮਿੰਗ ਦੇਖੋ ਵੀ 84 ਵਾਲੇ ਮਸਲੇ ਤੋਂ ਲੈ ਕੇ ਤੇ ਹੁਣ ਜੇ 22-23 ਸਾਲ ਹੋ ਗਏ, ਆਪਣੇ ਬੀਜੇਪੀ ਨਾਲ ਵੀ ਸਾਂਝ ਸੀਗੀ, ਜਿੰਨੀ ਵਾਰ ਵੀ ਸਰਕਾਰ ਅਕਾਲੀਆਂ ਦੀ ਆਉਂਦੀ ਰਹੀ ਉਨੀ ਵਾਰ ਕਿਹੜਾ 84 ਵਾਲੇ ਮਸਲੇ ਦਾ ਕੋਈ ਹੱਲ ਹੋ ਗਿਆ। ਹੁਣ ਵੀ 2015 ਤੋਂ ਚੱਕਰ ਇਹ ਪੈਂਦਾ ਸੀ ਵੀ ਹਾਂਜੀ ਬੇਅਦਬੀ ਕਾਂਗਰਸ ਇਹ ਮੁੱਦਾ ਚੁੱਕ ਲੈਣਗੇ, ਉਹਨਾਂ ਨੂੰ ਫਰਕ ਪੈਂਦਾ, ਉਹਨਾਂ ਨੇ ਬੇਅਦਬੀ ਵਾਲਾ ਚੁੱਕ ਲੈਣਾ, ਇਹ 84 ਵਾਲਾ ਲੈ ਆਉਣਗੇ। ਹੁਣ ਇਹਨਾਂ ਸਾਰੇ ਮਸਲਿਆਂ ਦੇ ਵਿੱਚ ਮੈਂ ਨਹੀਂ ਆਂਦਾ ਵੀ ਮਸਲੇ ਨਿੱਕੇ ਆ, ਮਸਲੇ ਵੱਡੇ ਆ, ਪਰ ਇਹਨਾਂ ਤੋਂ ਬਿਨਾਂ ਜਿਹੜੇ ਪੰਜਾਬ ਦੇ ਮਸਲੇ ਆ ਉਹਨਾਂ ਦਾ ਕੀ ਬਣੂ ਫਿਰ? ਨਹੀਂ, ਉਹਨਾਂ ਦਾ ਬਣਤਾ ਗਿਆ, ਸਾਈਕਲ ਦਫ਼ਤਰ ਦੇ ਵਿੱਚ ਪਏ ਆ। ਅੱਛਾ, ਤੇ ਵਾੜੀਆ ਲੱਭੀਏ ਕੋਈ ਤੇ ਗਿਣਾਉਣਾ ਵੀ ਐ ਚੰਗੀ ਤਰ੍ਹਾਂ ਵਿਧਾਨ ਨਾਲ ਤੈਅ ਕਰਕੇ ਨਾ ਇੱਕੋ ਟਰੱਕ 'ਚ ਲੱਦ ਲੈਣੇ ਸਾਰੇ, ਤੇ ਪੈਸਾ ਕੋਈ ਨਹੀਂ ਲੈਣਾ, ਮਰੂੰਡਾ ਖਾਣਾ ਹੀ। ਨਹੀਂ ਉਹਦੇ ਨਿੱਕਾ ਮੋਟਾ ਚੈੱਕ ਤੇ ਬਣੇਗਾ, ਥੋੜਾ ਬਣੇਗਾ। ਅੱਛਾ, ਹਾਂ, ਜਿਹਦੇ 'ਚ ਵਾਵਾ 5-7 ਜ਼ੀਰੋਆਂ ਲੱਗੀਆਂ ਹੋਣ। ਬਾਕੀ ਸੰਧਾਲੀਆ ਸਾਹਿਬ ਦੇਖੋ ਇੱਕ ਗੱਲ ਹੈਗੀ ਆ, ਤੁਸੀਂ ਕਿਹਾ ਪੰਜਾਬ ਦਾ ਕੀ ਬਣੂਗਾ, ਪੰਜਾਬ ਦਾ ਤਾਂ ਬਣ ਰਿਹਾ। ਪੰਜਾਬ ਦੇ ਲੋਕ ਨਿਰਾਸ਼ ਨਾ ਹੋਣ ਬਿਲਕੁਲ ਵੀ। ਇਹ ਤਾਂ ਕਈ ਵਾਰੀ ਹੁੰਦਾ ਨਾ ਕਿ ਤੁਸੀਂ ਘਰ ਬਣਾਉਣਾ ਤੇ ਪੁਰਾਣਾ ਕੋਠਾ ਢਾਉਣਾ ਪੈਂਦਾ ਹੀ। ਹੁਣ ਤੱਕ ਆਪਾਂ ਵਾਰ-ਵਾਰ ਕਹਿੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਲੀਡਰ ਲੜਾਉਂਦੇ ਸੀ, ਐਤਕੀ ਲੀਡਰ ਲੜ ਰਹੇ ਹੈ। 3 ਚੀਜ਼ਾਂ ਪਹਿਲੀਆਂ ਹੋ ਗਈਆਂ ਸੀ ਤੇ ਚੌਥੀ ਹੁਣ ਹੋ ਗਈ ਹੈ। ਚੇਤਾ ਬਾਰ-ਬਾਰ ਤਾਂ ਕਰਾਉਨੇ ਆ ਕਿਉਂਕਿ ਲੀਡਰਸ਼ਿਪ ਪੰਜਾਬ ਦੇ ਪਿੰਡਾਂ ਦੇ ਵਿੱਚ ਪਹੁੰਚੂਗੀ, ਬਹੁਤ ਸਤਿਕਾਰਯੋਗ ਢੰਗ ਦੇ ਨਾਲ ਉਹਨਾਂ ਨੂੰ ਕੁਝ ਚੀਜ਼ਾਂ ਪੁੱਛੀਆਂ ਜਾ ਸਕਦੀਆਂ। ਲੀਡਰ ਲੜਦੇ ਹੁੰਦੇ ਆ, ਦੋਸ਼ ਲਾਉਂਦੇ ਆ, ਫਿਰ ਚੁੱਪ ਕਰ ਜਾਂਦੇ, ਪਰ ਐਤਕੀ ਲੋਕੋ ਚੁੱਪ ਨਾ ਰਹਿਣ ਦਿਓ। ਆਪਾਂ ਪਿਛਲੇ ਦਿਨ ਹੀ ਦੇਖਿਆ ਕਿ SSP ਦੀ ਨਿਯੁਕਤੀ ਦੇ ਲਈ 40 ਲੱਖ ਦਾ ਰੌਲਾ ਪਿਆ। ਇਹਦੇ ਤੋਂ ਇਲਾਵਾ ਅਕਾਲੀ ਕਹਿੰਦੇ ਜਿਹਨਾਂ ਦੇ 25-30 ਵਿਧਾਇਕ ਰੇਤੇ ਦਾ 2 ਨੰਬਰ ਦਾ ਕਾਰੋਬਾਰ ਕਰਦੇ ਸੀ। ਇਹਦੇ ਤੋਂ ਬਿਨਾਂ ਬਿਜਲੀ ਸਮਝੌਤੇ ਵਾਲਾ ਚੱਕਰ ਪਿਆ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਜੀ ਮੇਰੇ ਮੰਤਰੀ ਤੇ MLA ਜਿਹੜੇ ਹੁਣ ਵੀ ਕਈ ਵਜ਼ੀਰ ਹੀ ਹੋਣੇ ਆ, ਉਹ ਵੀ ਰੇਤੇ ਦਾ ਕੰਮ ਕਰਦੇ ਸੀ। ਦੋਸ਼ ਲੱਗ ਗਿਆ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਦਾਲ ਦੇ ਵਿੱਚ ਕੋਕੜੂ ਹੈਗਾ। ਦੂਸਰੀ ਗੱਲ, ਅੱਜ ਨਵਜੋਤ ਸਿੰਘ ਸਿੱਧੂ ਨੇ ਕਹੀ, ਮੈਂ ਕਹਿੰਦਾ ਕਿ ਹਰ ਇੱਕ ਲੀਡਰ ਦਾ ਕੜ ਪਾਟਣਾ ਚਾਹੀਦਾ। ਹੁਣ ਕੜ ਪਾਟਣਾ ਕੀ ਹੁੰਦਾ, ਹਿਸਾਬ ਲਾਉਣਾ ਚਾਹੀਦਾ। ਕੜ ਪਾਟਣਾ ਦਾ ਜਾਣੀ ਕਿ ਹੁਣ ਜੋ ਕੁਛ ਅੰਦਰ ਰੱਖਿਆ ਨਾ ਦੱਬ ਕੇ ਕਿ ਮੈਂ ਤਾਂ ਪਾਰਟੀ ਲਈ ਚੁੱਪ ਸੀ, ਮੈਂ ਸਰਕਾਰ ਲਈ ਚੁੱਪ ਸੀ, ਮੈਂ ਫਲਾਣੇ ਲਈ ਚੁੱਪ ਸੀ, ਹੁਣ ਬੋਲ ਦਿਓ। ਮੈਂ ਕੋਰ ਕਮੇਟੀ 'ਚ ਕਹਿੰਦਾ ਰਿਹਾ, ਮੇਰੀ ਸੁਣੀ ਨਹੀਂ ਕਿਸੇ ਨੇ। ਹੁਣ ਲੋਕਾਂ ਦੀ ਕੋਰ ਕਮੇਟੀ 'ਚ ਆਖ ਦਿਓ, ਸੋਸ਼ਲ ਮੀਡੀਆ ਦੀ ਕੋਰ ਕਮੇਟੀ 'ਚ ਆਖੋ। ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਉਦਾਂ ਦਾ ਹੀ ਦੋਸ਼ ਲਾਤਾ ਜਿੱਦਾਂ ਦਾ ਬਾਕੀਆਂ ਨੇ ਲਾਇਆ। ਉਹ ਕਹਿੰਦੇ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਹਦੇ ਤੋਂ ਬਾਅਦ 40-50 ਲੱਖ ਰੁਪਈਆ ਦੇ ਕੇ ਇੱਕ ਸਰਪੰਚ ਨੂੰ ਇਹ ਕਹਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਤੂੰ ਭਾਈ ਪੰਥਪ੍ਰੀਤ ਸਿੰਘ ਦਾ ਨਾਮ ਲਾ ਦੇ। ਇਹ ਛੋਟਾ ਮਸਲਾ ਨਹੀਂ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੁੱਖ ਸਭਨਾਂ ਨੂੰ, ਸਾਰੇ ਪੰਜਾਬੀਆਂ ਨੂੰ, ਦੁਨੀਆ 'ਚ ਕਿਤੇ ਵੀ ਵਸਦੇ ਆ, ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ, ਸਤਿਕਾਰ ਸਾਰੇ ਹੀ ਸਾਰੇ ਧਰਮਾਂ ਦਾ ਕਰਦੇ। ਤੇ ਉਹਦੇ ਤੋਂ ਬਾਅਦ ਵੀ ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਸੱਚ ਹੈ, ਜੇ ਝੂਠ ਹੈ ਤੇ ਇਹਦੋਂ ਮਾੜੀ ਸਿਆਸਤ ਕੋਈ ਨਹੀਂ, ਜੇ ਸੱਚ ਹੈ ਤਾਂ ਇਹਦੇ ਤੋਂ ਘਟੀਆ ਗੱਲ ਕੋਈ ਨਹੀਂ ਕਿ ਏਡੇ ਪਾਵਨ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਦੇ ਉੱਤੇ ਵੀ ਰੁਪਈਏ ਦੇ ਕੇ ਕਿਸੇ ਦਾ ਨਾਂ ਲਵਾਇਆ ਜਾਵੇ। ਹੁਣ ਇਹ ਗੱਲ ਇੱਥੇ ਰੁਕਣੀ ਨਹੀਂ ਚਾਹੀਦੀ। ਅਸਲ 'ਚ ਸੱਚ ਪਤਾ ਲੱਗਣਾ ਚਾਹੀਦਾ ਕਿ ਕਹਾਣੀ ਕਿੱਥੇ ਆ। ਪਰ ਸੰਧਾਲੀਆ ਸਾਹਿਬ, ਮੈਂ ਹੈਰਾਨ ਆ ਪੰਜਾਬ ਦੇ ਲੀਡਰਾਂ ਦੇ ਸਬਰ ਦੇ ਉੱਤੇ, ਉਹਨਾਂ ਦੇ ਸੰਤੋਖ ਦੇ ਉੱਤੇ, ਉਹਨਾਂ ਦੇ ਸਿਰੜ ਦੇ ਉੱਤੇ, ਉਹਨਾਂ ਦੀ ਦ੍ਰਿੜਤਾ ਦੇ ਉੱਤੇ। ਚਾਹੀਦਾ ਕੀ ਸੀ ਐਥੀਕਲੀ, ਪੰਜਾਬ ਦੇ ਲੋਕ ਪਿੰਡਾਂ 'ਚ ਸਵਾਲ ਐਤਕੀ ਪੁੱਛਣਗੇ, ਚਾਹੀਦਾ ਕੀ ਸੀ ਕਿ ਜਿੱਦਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਹਿਤਾ ਕਿ ਕੁਝ ਇੱਕ ਮੰਤਰੀ ਜਿਹੜੇ ਅਜੇ ਵੀ ਮੰਤਰੀ ਹੈਗੀਆਂ ਫੈਲਾਂ, ਜਿਹੜੇ ਉਹਨਾਂ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਸੀ, ਸਾਰੇ ਇੱਕੋ ਦਮ ਆਪੋ ਆਪਣੀ ਥਾਂ ਤੇ ਖੜ ਕੇ ਬਿਆਨ ਦੇ ਦਿੰਦੇ ਕਿ ਭਾਈ ਮੈਂ ਨਹੀਂ ਸੀ ਕਰਦਾ ਰੇਤੇ ਦਾ ਕੰਮ। ਕੈਪਟਨ ਸਾਹਿਬ ਨੇ ਗੋਲ ਗੱਲ ਕੀਤੀ ਆ, ਲੋਕਾਂ ਨੂੰ ਸ਼ੱਕ ਮੇਰੇ ਤੇ ਵੀ ਹੋ ਸਕਦਾ, ਜੇ ਹੈਗਾ ਪ੍ਰੂਫ ਤਾਂ ਸਾਬਤ ਕਰੋ। ਸਾਰੇ ਕਹਿੰਦੇ ਕੋਈ ਨਹੀਂ ਬੋਲਿਆ। ਹੋ ਸਕਦਾ ਕਈ ਸਾਫ਼ ਹੋਣੇ ਆ, ਵਧੀਆ ਵੀ ਹੋਣੇ ਆ। ਫਿਰ ਜਿੱਦਣ ਅਕਾਲੀਆਂ ਨੇ ਕਿਹਾ ਕਿ 25-30 ਕਾਂਗਰਸੀ ਐਮਐਲਏ ਆ ਕੰਮ ਕਰਦੇ ਸੀ ਰੇਤਾ ਦਾ, ਚਾਹੀਦਾ ਤਾਂ ਉਹ ਸੀ ਕਿ ਅੱਧੇ ਘੰਟੇ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਕਹਿੰਦੇ ਕਿ ਭਾਈ ਤੁਸੀਂ 25-30 ਐਮਐਲਏ ਕਹਤੇ, ਨਾ ਕਿਸੇ ਦਾ ਨਹੀਂ ਲਿਆ, ਲੋਕੀ ਸਾਡੇ ਤੇ ਵੀ ਸ਼ੱਕ ਕਰ ਦੇਣਗੇ, ਮੈਂ ਇੱਕ ਪਾਈਆ ਵੀ ਰੇਤਾ ਦਾ ਮਾੜਾ ਵਪਾਰ ਨਹੀਂ ਕੀਤਾ। ਆ ਇੱਥੇ ਬੈਠ ਕੇ ਕਹਿੰਦਾ ਕੋਈ ਬੋਲਿਆ ਹੀ ਨਹੀਂ, ਮਾੜਾ ਮੋਟਾ ਕੋ 2-3 ਜਣੇ ਬੋਲੇ, ਹੋਰ ਬੋਲੇ ਹੀ ਨਹੀਂ। ਜਿੱਦਣ ਇਹ ਕਹਿ ਦਿੱਤਾ ਸੀ ਮੁਹੰਮਦ ਮੁਸਤਫਾ ਸਾਹਿਬ ਨੇ ਕਿ ਇੱਕ ਮੰਤਰੀ ਨੇ 40 ਲੱਖ ਰੁਪਈਆ ਲਿਆ ਐਸਐਸਪੀ ਲਾਉਣ ਦਾ, ਹਾਲਾਂਕਿ ਉਹਦੇ 72 ਘੰਟੇ ਹੋਣੇ ਆ, ਜੇ ਦੱਸਣਾ ਹੈ ਉਹਨਾਂ ਨੇ। ਸਾਰੇ ਮੰਤਰੀ ਜਿਹੜੇ ਉਸ ਵੇਲੇ ਦੀ ਸੀ, ਉਹਨਾਂ ਨੂੰ ਚਾਹੀਦਾ ਸੀ ਕਿ ਦੋਸ਼ ਗਲਤ ਹੈ, ਮੈਂ ਕਦੇ 40 ਪੈਸੇ ਨਹੀਂ ਲਏ, 40 ਆਨੇ ਨਹੀਂ ਲਏ, ਮੇਰੇ ਤੇ ਵੀ ਸ਼ੱਕ ਹੁੰਦੀ ਹੈ ਲੋਕਾਂ ਨੂੰ, ਮੈਂ ਨਹੀਂ ਲਏ, ਮੁਸਤਫਾ ਸਾਹਿਬ ਸਾਬਤ ਕਰੋ, ਕਹਿ ਦੋ, ਨਹੀਂ ਤਾਂ ਮੈਂ ਨਹੀਂ ਲਏ। ਕੋਈ ਨਹੀਂ ਬੋਲਿਆ। ਹੁਣ ਜਦੋਂ ਸਿੱਧੂ ਸਾਹਿਬ ਨੇ ਵੀ ਗੱਲ ਕਹਿ ਦਿੱਤੀ ਆ, ਜਾਣੀ ਚਾਹੀਦਾ ਆ ਅਜੇ ਵੀ ਸਾਰੇ ਲੀਡਰ ਐਫੀਡੈਵਿਟ ਲੈ ਕੇ ਆਣ ਕਿ ਮੈਂ ਨਹੀਂ ਰੇਤਾ ਦਾ ਕੰਮ ਕੀਤਾ, ਮੈਂ ਨਹੀਂ ਕਦੇ ਅਫਸਰ ਲਵਾਉਣ ਲਈ 40 ਲੱਖ ਰੁਪਈਆ ਲਿਆ ਜਾਂ 40 ਰੁਪਈਆ ਵੀ ਲੈ, ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਐਫੀਡੈਵਿਟ ਹੈ ਕਿ ਭਾਈ ਮੈਂ ਦਿੰਨਾ ਪੰਜਾਬ ਦੇ ਲੋਕਾਂ ਨੂੰ ਲਿਖ ਕੇ ਕਿ ਜੇ ਮੇਰੇ ਸਾਬਤ ਹੋ ਜਾਵੇ ਮੈਂ ਕਦੇ ਇਲੈਕਸ਼ਨ ਨਹੀਂ ਲੜੂੰਗਾ ਤੇ ਮੈਂ ਸਾਰਾ ਜੁਰਮਾਨਾ ਹਰਜਾਨਾ ਦੇਣ ਨੂੰ ਤਿਆਰ ਹਾਂ। ਅਜੇ ਤੱਕ ਉਹ ਸਾਹਮਣੇ ਨਹੀਂ ਆਇਆ, ਪਰ ਮੈਨੂੰ ਲੱਗਦਾ ਕਿ ਜਦੋਂ ਕੱਲ ਨੂੰ ਆਪਾਂ ਦੋਨਾਂ ਭਰਾਵਾਂ ਨੇ ਫੋਕਸ ਕਰਨਾ, ਆਪਣੇ ਕੋਲੇ ਐਫੀਡੈਵਿਟਾਂ ਦਾ ਇਦਾਂ ਦਾ ਐਡ ਲਗਾਉਣਾ। ਇਦਾਂ ਹੀ ਹੋਣੀ ਨਹੀਂ, ਮੈਂ ਤਦੇ ਕਹਿੰਦੇ ਥੋੜਾ ਨਿੱਕਾ ਨਹੀਂ ਥੋੜਾ ਵੱਡਾ ਕਰ ਲੈਂਦੇ। ਤੁਹਾਡਾ ਹੋਣਾ ਵਿੱਚ ਐਫੀਡੈਵਿਟ ਕਿ ਨਹੀਂ? ਇਹਦੇ ਸਾਰੇ ਮੇਰੇ ਨਾਂ ਤੇ ਪਾ ਦਿਓ, ਉੱਥੇ ਫਰਕ ਪੈਂਦਾ। ਇਹਦਾ ਬੰਦਾ ਫੜ ਕੇ ਤੇ ਪਿਛਲੇ ਕੇਸ ਪਾ ਦਿਓ ਇੱਥੇ। ਨਹੀਂ, ਪਰ ਇੱਕ ਗੱਲ ਤਾਂ ਹੈਗੀ ਆ, ਜਿਹੜੀਆਂ ਗੱਲਾਂ ਦੇਖੋ, ਮੈਂ ਆਪਾਂ ਅੱਗੇ ਵੀ ਜ਼ਿਕਰ ਕਰਦੇ ਸੀ ਵੀ ਯਾਰ ਇੱਕ ਦਿਨ ਕੁਛ ਹੁੰਦਾ ਜੀ, ਅਗਲੇ ਦਿਨ ਕੁਛ ਹੁੰਦਾ, ਉਦੋਂ ਅਗਲੇ ਦਿਨ ਜਮਾਂ ਹੀ ਕੁਛ ਹੋਰ ਹੋ ਜਾਂਦਾ ਤੇ ਫਿਰ ਬੰਦਾ ਜਦੋਂ ਸੋਚਦਾ ਵੀ ਅੱਛਾ ਹੁਣ ਇਦਾਂ ਜੇ ਆ, ਅਗਲੇ ਦਿਨ ਬਿਲਕੁਲ ਹੀ ਕਹਾਣੀ ਵਿਗੜ ਜਾਂਦੀ। ਹੁਣ ਜੇ ਆਪਾਂ ਚਲੋ ਸਿੱਧੂ ਸਾਹਿਬ ਦੀ ਪ੍ਰੈਸ ਕਾਨਫਰੰਸ ਦੀ ਵੀ ਗੱਲ ਕਰੀਏ ਤੇ ਮੇਰੇ ਖਿਆਲ ਨਾਲ ਪਿਛਲਾ ਪ੍ਰਭਾਵ ਤੇ ਇਹ ਬਣ ਗਿਆ ਵੀ ਨਹੀਂ, ਜਾਏ ਨੇ ਮੰਦਿਰ 'ਚ, ਉੱਥੇ ਜਾ ਕੇ ਰੱਬ ਦੇ ਘਰ ਜਦੋਂ ਇਕੱਠਿਆਂ ਕੋਈ ਅਰਦਾਸ ਬੇਨਤੀ ਕੀਤੀ ਹੋਊਗੀ ਵੀ ਚਲੋ ਉੱਥੋਂ ਵੀ ਕੋਈ ਸ਼ਕਤੀ ਮੰਗੀ ਹੋਊਗੀ, ਨਾਲ ਜਿਹੜੇ ਬੰਦੇ ਗਏ ਸੀ ਉਹਨਾਂ ਨੇ ਸਮਝਾਇਆ ਵੀ ਚਲੋ ਛੱਡੋ, ਰਲ ਮਿਲ ਕੇ ਚੱਲਦੇ ਹਾਂ। ਆਣ ਕੇ ਕੋਈ ਨਾ ਕੋਈ ਗੱਲ ਉਹ ਕਰਨਗੇ ਜਿਹਦੇ ਵਿੱਚ ਵਿਰੋਧੀ ਕਾਬੂ ਆਉਣ ਜਾਂ ਜਿਹਦੇ 'ਚ ਉਹ ਬੰਦੇ ਕਾਬੂ ਆਉਣ ਜਿਨ੍ਹਾਂ ਦਾ ਕਰਕੇ ਹੁਣ ਤੱਕ ਰੌਲਾ ਪਿਆ ਸੀ। ਪਰ ਜੇ ਮੈਂ ਕੁੱਲ ਮਿਲਾ ਕੇ ਉਹਦਾ ਹਿਸਾਬ ਜਿਹਾ ਲਾਵਾਂ ਤੇ ਐਂ ਵਿਚਾਲਿਓਂ ਲੀਕ ਮਾਰ ਕੇ ਅੱਧੋ ਅੱਧ ਦੇ ਹਿਸਾਬ ਨਾਲ ਤੇ ਉਹਨਾਂ ਨੇ ਫਿਰ ਉਹੀ ਬੰਦੇ ਫੜ ਲਏ ਤੇ ਜਿਨ੍ਹਾਂ ਦੇ ਨਾਲ ਇਹ ਦਰਸ਼ਨ ਮੇਲੇ ਕਰਕੇ ਆਏ ਸੀ। ਨਹੀਂ, ਮੈਂ ਹੈਰਾਨ ਆ ਵੈਸੇ ਸਿੱਧੂ ਸਾਹਿਬ ਨਾ ਝਾਟੀ ਰੌ ਜਿਹਾ ਬਦਲ ਲੈਂਦੇ ਆ, ਕਿਉਂਕਿ ਪਹਿਲਾਂ ਜਿੱਦਣ ਉਹ ਚੰਡੀਗੜ੍ਹ ਇੱਕ ਸਮਾਗਮ ਦੇ ਵਿੱਚ ਬੋਲਿਆ ਤੇ ਉਦਣ ਕਹਿੰਦੇ ਕਿ ਭਾਈ ਰੋਡ ਮੈਪ, ਅਜੇ ਉਹ ਗੱਲਾਂ ਬਾਤਾਂ ਕਰਦੇ ਹੀ ਰੋਟੀ ਰਾਟੀ ਖਾਂਦੇ ਆ, ਯਾਰ ਹੁਣ ਤਾਂ ਆਹ ਗੱਲ ਹੋ ਗਈ ਹੈ। ਨਾਲ ਹੀ ਫੋਟੋਆਂ ਆ ਗਈਆਂ, ਕੇਦਾਰਨਾਥ ਨੂੰ ਚੱਲ ਪਏ ਭਾਈ ਦਰਸ਼ਨ ਦਿਦਾਰੇ ਕਰਨ ਦੇ ਲਈ, ਰਾਵਤ ਸਾਹਿਬ ਦੇ ਨਾਲ ਬੈਠੇ ਆ, ਨਾਲੋਂ ਨਾਲ ਫੋਟੋ ਮੁੱਖ ਮੰਤਰੀ ਸਾਹਿਬ ਨੇ ਲੋਈ ਲਈ ਆ। ਇਹਨਾਂ ਨੂੰ ਠੰਡ ਥੋੜੀ ਘੱਟ ਲੱਗਦੀ ਹੈ, ਇਹਨਾਂ ਨੇ ਨਹੀਂ ਸੀ ਲਈ। ਨਹੀਂ, ਆ ਧਿਆਨ ਨਾਲ ਕਹਿਣੀ ਹੁੰਦੀ ਆ ਗੱਲ। ਕਿਵੇਂ? ਵੀ ਮੁੱਖ ਮੰਤਰੀ ਸਾਹਿਬ ਨੇ ਲੋਈ ਲਈ ਆ, ਫਲਾਣੇ ਨੇ ਲੋਈ ਲਾਈ। ਨਹੀਂ, ਮੈਂ ਇਦਾਂ ਕਿਹਾ ਹੀ ਨਹੀਂ, ਮੈਂ ਤਾਂ ਕਿਹਾ ਵੀ ਲੋਈ ਦਾ ਵੀ ਬੜਾ ਨਹੀਂ, ਮੈਂ ਤਾਂ ਹੀ ਕਿਹਾ ਵੀ ਉਹਨਾਂ ਨੂੰ ਠੰਡ ਘੱਟ ਲੱਗਦੀ ਹੋਣੀ ਹੈ, ਕਿਉਂਕਿ ਜਦੋਂ ਕ੍ਰਿਕਟ ਖੇਡਦੇ ਸੀ ਸਾਰੀ ਦੀਨ ਦੁਨੀਆ ਦੇ ਵਿੱਚ ਜਾਂਦੇ ਸੀ, ਕਿਤੇ ਠੰਡ ਬਹੁਤ ਹੁੰਦੀ ਸੀ ਤੇ ਕਿਤੇ ਗਰਮੀ ਬਹੁਤ ਹੁੰਦੀ ਸੀ, ਉਹ ਫਿਰ ਮੌਸਮ ਦੇ ਹਿਸਾਬ ਨਾਲ ਢਲ ਜਾਂਦੇ ਆ, ਆਪਾਂ ਇਦਾਂ ਕਹਿ ਦਿੰਦੇ ਆ, ਬਾਕੀ ਤੁਹਾਨੂੰ ਵੱਧ ਪਤਾ ਹੈ। ਨਹੀਂ, ਠੀਕ ਆ, ਹੈ ਨਾ। ਹੁਣ ਉਹਦੇ ਤੋਂ ਬਾਅਦ ਸੰਧਾਲੀਆ ਸਾਹਿਬ ਇੱਕੋ ਦਮ ਆ ਕੇ, ਉਦੋਂ ਲੱਗਦਾ ਸੀ ਕਿ ਸਾਰਾ ਕੁਝ ਠੀਕ ਹੋ ਗਿਆ, 3-4 ਘੰਟੇ ਦੀ ਇੱਕ ਮੀਟਿੰਗ ਵੀ ਇਕੱਠੇ ਕੀਤੀ, ਪਰ ਇਸ ਪ੍ਰੈਸ ਕਾਨਫਰੰਸ ਦੇ ਵਿੱਚੋਂ ਜਿਸ ਤਰੀਕੇ ਉਹਨਾਂ ਨੇ ਕਿਹਾ ਕਿ ਅਸਤੀਫਾ ਤਾਂ ਲੈ ਲਿਆ ਮੈਂ ਵਾਪਸ, ਪਰ ਕੰਮ ਮੈਂ ਉਦਣ ਸੰਭੂਗਾ, ਦਫ਼ਤਰ ਮੈਂ ਕਾਂਗਰਸ ਪਾਰਟੀ ਦੇ ਉਦਣ ਜਾਊਂਗਾ, ਬਿਸਤਰਾ ਮੈਂ ਆਪਣਾ ਜਾ ਕੇ ਉਦਣ ਝਾੜ ਕੇ ਦੁਬਾਰਾ ਸੜੀਆਂ ਸੁੜੀਆਂ ਕੱਢ ਕੇ ਵਿਛਾਉਣਾ ਹੀ। ਜਿਸ ਦਿਨ ਪੰਜਾਬ ਦੇ ਐਡਵੋਕੇਟ ਜਨਰਲ ਦੀ ਤਬਦੀਲੀ ਹੋ ਜੂ ਤੇ ਪੰਜਾਬ ਦੇ ਜਿਹੜੇ ਡੀਜੀਪੀ ਸਾਹਿਬ ਨੇ ਉਹਨਾਂ ਦੀ ਤਬਦੀਲੀ ਹੋ ਜੂ, ਤੇ ਉਹ ਸਾਰੀ ਕਿਹਨੇ ਕਰਨੀ ਹੈ? ਉਹ ਤਾਂ ਫਿਰ ਪੰਜਾਬ ਸਰਕਾਰ ਦੇ ਫੈਸਲੇ ਆ। ਇਹ ਗੱਲ ਤੁਹਾਡੀ ਠੀਕ ਹੈ, ਤੁਸੀਂ ਤਾਂ ਵਿਚਾਲਿਓਂ ਲੀਕ ਮਾਰੀ ਹੈ, ਮੈਨੂੰ ਲੱਗਦਾ 60-70% ਉਧਰਲੇ ਪਾਸੇ ਰੱਖਿਆ ਉਹਨਾਂ ਨੇ ਕੰਮ। ਇਹ ਪਰ ਸਿੱਧੂ ਸਾਹਿਬ ਮੈਨੂੰ ਲੱਗਦਾ ਵੀ ਐਪੀਸੋਡ ਵਾਈਜ਼ ਚੱਲਦੇ ਆ। ਇਹਦੋਂ ਪਹਿਲਾਂ ਬਹੁਤਾ ਕੰਮ ਸੀ ਏਜੀ ਸਾਹਿਬ ਦੇ ਦੁਆਲੇ, ਇਹ ਤਾਂ ਉਹਨਾਂ ਦੇ ਵਕੀਲ ਨੇ ਜੀ, ਉਧਰੋਂ ਇਧਰੋਂ ਲੜਾਈ ਲੜੀ ਤੇ ਹੁਣ ਇਧਰੋਂ ਕਿੱਦਾਂ ਗੱਡੀ ਚੱਲ ਗਈ ਹੈ ਨਾ, ਘੁੰਮ ਘੁਮਾ ਕੇ ਗੱਲਾਂ ਠੀਕ ਸੀ ਸਾਰੀਆਂ, ਵੀ ਫਾਈਲਾਂ ਜਦੋਂ ਤੁਸੀਂ ਬੰਦੇ ਨੂੰ ਵਿਖਾ ਦੀਆਂ
ਗੱਲ ਤੇ ਉਹੀ ਹੈ ਨਾ ਵੀ ਆਪਾਂ ਦੋਵਾਂ ਨੇ ਘੁਲਣਾ ਤੇ ਉਧਰੋਂ ਮੈਂ ਦੱਸਦਾ ਵੀ ਮੇਰੇ ਕੋਲ ਹਥਿਆਰ ਕਿਹੜਾ ਤੇ ਤੁਸੀਂ ਇੱਕ ਵਾਰ ਚੈੱਕ ਕਰ ਲਓ ਵੀ ਹਾਂ ਭਾਈ ਸਾਹਿਬ ਇਹਦੇ ਕੋਲ ਹਥਿਆਰ ਕਿਹੜਾ ਤੇ ਅਗਲੇ ਨੇ ਤੇ ਆਪੇ ਕਲੀਅਰ ਕਰ ਲੈਣਾ ਵੀ ਫਲਾਨੇ ਕੋਲੇ ਰਾੜ ਹੀ ਮੈਂ ਦਾਤਰ ਲੈ ਆਉਣਾ, ਕਹਾਣੀ ਮੁੱਕ ਗਈ ਜੀ, ਹੈ ਨਾ। ਪਰ ਹੁਣ ਜਿੱਦਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਵੀ ਏਜੀ ਸਾਹਿਬ ਦਾ ਅਸਤੀਫਾ ਤੇ ਗਿਆ ਹੋ, ਅੱਜ ਨਹੀਂ ਕੱਲ ਨਹੀਂ ਪਰਸੋਂ ਬੰਦਾ ਹੋਰ ਆ ਜੂ। ਹੁਣ ਰਹਿ ਗਈ ਗੱਲ ਡੀਆਈਜੀ ਸਾਹਿਬ ਦੀ। ਡੀਆਈਜੀ ਸਾਹਿਬ ਦੀ ਸਟੋਰੀ ਜਿਹੜਾ ਉਹਨਾਂ ਨੇ ਪਿੱਛੋਂ ਫਿਰ ਉਹ ਸੈਣੀ ਸਾਹਿਬ ਤੋਂ ਜੋੜ ਕੇ ਫਿਰ ਤੋਂ ਸ਼ੁਰੂ ਕੀਤੀ ਹੈ ਨਾ। ਤੁਸੀਂ ਉਹ 40 ਲੱਖ ਵਾਲਾ ਮਤਲਬ ਕਲਾਈਮੈਕਸ ਤੇ ਸੁਣਾਇਆ, ਪਰ ਕਲਾਈਮੈਕਸ ਦੇ ਵਿੱਚ ਜਿਸ ਹਿਸਾਬ ਨਾਲ ਉਹਨਾਂ ਨੇ ਪਾਤਰ ਜੜੇ ਵੀ ਆਹ ਬੰਦਾ ਇੱਥੋਂ ਇੱਥੇ ਗਿਆ ਤੇ ਉੱਥੋਂ ਫਿਰ ਪ੍ਰੈਸ ਕਾਨਫਰੰਸ ਇੱਧਰ ਨੂੰ ਹੋਈ, ਉੱਥੇ ਫਲਾਨਾ ਬੰਦਾ ਬੈਠਾ, ਚਰਚਾ ਮੈਨੂੰ ਲੱਗਦਾ ਅਸਲ 'ਚ ਉਹਦੇ ਤੇ ਆ ਵੀ ਉਹਨਾਂ ਨੇ ਦੇਖਿਆ ਵੀ ਪਹਿਲਾ ਕੰਮ ਤੇ ਨਿਬੜ ਗਿਆ, ਬੱਤੀ ਵਾਲੇ ਸਮਝੌਤੇ ਵਾਲਾ ਕੰਮ ਹੋ ਗਿਆ, ਹੁਣ ਆ ਜਾਈਏ ਬੇਅਦਬੀ ਵਾਲੇ ਮੁੱਦੇ ਤੇ ਬੇਅਦਬੀ ਵਾਲੇ ਮੁੱਦੇ ਲਈ ਜਿਹੜਾ ਕੰਮ ਕਰਨ ਦੇ ਲਈ ਅੱਗੇ ਬੰਦੇ ਲਾਏ ਨੇ ਉਹਨਾਂ ਦਾ ਰੋਲ ਆ, ਅਸੀਂ ਹੁਣ ਦੱਸੋ ਕੀ ਕਹਿੰਦੇ ਹੋ। ਮਤਲਬ ਜਿਸ ਹਿਸਾਬ ਨਾਲ ਵੈਸੇ ਲੱਗਦਾ ਹੁੰਦਾ ਵੀ ਜਿੱਦਾਂ ਵੀ ਹਾਂਜੀ ਸਿੱਧੂ ਸਾਹਿਬ ਇੱਧਰੋਂ ਉੱਧਰ ਚੱਲ ਜਾਂਦੇ ਆ, ਪਰ ਜੇ ਬੰਦਾ ਬਹੁਤ ਹੀ ਬਰੀਕ ਛਾਣਨੀ ਨਾਲ ਜਾਵੇ ਤੇ ਕੁੱਲ ਮਿਲਾ ਕੇ ਨਿਸ਼ਾਨਾ ਇੱਧਰ ਨੂੰ ਜਾਪਦਾ, ਮੈਨੂੰ ਜੋ ਲੱਗਦਾ। ਨਹੀਂ ਦੇਖੋ, ਇਹ ਤਾਂ ਹੁਣ ਉਹਨਾਂ ਦੇ ਹਲਕੇ ਦੇ ਲੋਕ ਦੱਸਣਗੇ ਕਿ ਕਹਾਣੀ ਕਿੱਧਰਲੇ ਪਾਸੇ ਨੂੰ ਜਾਂਦੀ ਹੈ। ਸਿੱਧੂ ਸਾਹਿਬ ਕਿੰਨੇ ਕੁ ਵਧੀਆ MP, ਕਿੰਨੇ ਕੁ ਵਧੀਆ MLA ਨੇ, ਕਿੰਨੇ ਕੁ ਮੁੱਦਿਆਂ ਦੇ ਉੱਤੇ ਕਿੰਨੇ ਕੁ ਜ਼ੁਬਾਨ ਤੇ ਖੜਦੇ ਆ, ਇਹ ਉਹ ਦੱਸਣਗੇ। ਪਰ ਇੰਨੀ ਗੱਲ ਜ਼ਰੂਰ ਹੈਗੀ ਆ ਕਿ ਆਹ ਜਿਹੜੇ ਮੁੱਦੇ ਨੇ, ਮੈਂ ਕਹਿੰਦਾ ਕਿ ਆਮ ਆਦਮੀ ਪਾਰਟੀ ਵਾਲੇ ਚੱਕ ਲੈਣ, ਕਾਂਗਰਸੀ ਬਾਕੀ ਚੱਕ ਲੈਣ, ਅਕਾਲੀ ਚੱਕ ਲੈਣ, ਆਪਾਂ ਉਹਨਾਂ ਦੀ ਗੱਲ ਕਰਾਂਗੇ। ਹੁਣ ਆ ਜਿਹੜਾ ਤੁਸੀਂ ਸਾਰੇ ਰਲਾ ਦੇਣਾ ਨਾ ਮਗਰ, ਉਦੋਂ ਫਿਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਯਾਰ ਫਿਰ ਇਹਨਾਂ ਨੂੰ ਹੀ ਚਕਾ ਲਓ, ਤੁਸੀਂ ਸਾਨੂੰ ਇਹਨਾਂ ਰੋਜ਼ ਕਮੈਂਟ ਕਰਦੇ ਹੋ ਵਿਚਾਰੇ ਥੱਲੇ, ਉਹ ਯਾਰ ਸਾਡੀ ਜੇ ਸਰਕਾਰ ਨਹੀਂ ਆਈ ਸਾਨੂੰ ਉਹਨਾਂ ਦੇ ਨਾਲ ਤੇ ਨਾ ਰੱਖੋ, ਉਹਨਾਂ ਨੂੰ ਥੋੜਾ ਜਿਹਾ ਵੱਖਰਾ ਕਰ ਲਿਆ। ਨਹੀਂ ਮੇਰੀ ਗੱਲ ਥੋੜਾ ਵੱਖਰਾ, ਕੇਜਰੀਵਾਲ ਹੋਰਾਂ ਦੀ ਕਿਹੜਾ ਸਰਕਾਰ ਸੀ ਜਦੋਂ ਸ਼ੀਲਾ ਦੀਕਸ਼ਿਤ ਹੋਣੀ, ਉਹਨਾਂ ਨੇ ਵੀ ਤਾਂ ਕੰਮ ਚੱਕਿਆ ਹੀ ਸੀ। ਉਹ ਨਾ ਸੈੱਟ ਆਉਂਦਾ ਉਹਨਾਂ ਦਾ। ਵਜੇ ਕੱਲ ਤਾਂ ਕਿਹਾ ਵੀ ਆਮ ਆਦਮੀ ਪਾਰਟੀ ਦਾ ਹਾਲ ਵੀ ਉਹ ਹੋਇਆ ਪਿਆ ਵੀ ਜਿੱਦਾਂ ਉਹ ਵਾਲਾ ਬੋਰ ਹੁੰਦਾ ਨਾ ਜਿਹੜਾ ਮਤਲਬ ਉਦੋਂ ਲਿਆਈਦਾ ਵੀ ਜਾਂ DT 'ਚ ਉਹਦਾ ਪਿੰਡੋਂ ਲਿਆਉਣਾ, ਪੜਾ ਪਾ ਕੇ ਚਲਾ ਲੈਣਾ, ਪੈਲੀ ਭਰ ਲੈਣੀ ਆ ਤੇ ਫਿਰ ਉੱਤੇ ਪੱਲੀ ਪਾ ਕੇ ਚਲੇ ਜਾਣਾ। ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਤਾਂ ਪੱਕੀ ਹੈ ਕਿ ਠੀਕ ਹੈ ਬਾਰ-ਬਾਰ ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਕਿ ਮੈਂ ਪੰਜਾਬ ਲਈ ਖੜਾ, ਪਰ ਕਈ ਵਾਰੀ ਨਾ ਮੀਂਹ ਪੈ ਜਵੇ ਜਾਂ ਬਾਅਦ ਵਿੱਚ ਧੁੱਪ ਲੱਗ ਜਾਵੇ, ਮੰਜਾ ਕਾਣ ਸੂਤਾ ਹੋ ਜਾਂਦਾ ਕਈ ਵਾਰੀ, ਉਹ ਇੱਕ ਪਾਸੇ ਪਾਵਾ ਜਾਂ ਤਾਂ ਚੱਕਾ ਹੋਇਆ ਹੁੰਦਾ, ਉਹ ਇਕੱਲੇ ਬੰਦੇ ਤੋਂ ਸੂਤ ਨਹੀਂ ਆਉਂਦਾ, ਉਹ ਫਿਰ 2 3 4 ਜਣੇ ਚਾਹੀਦੇ ਹੁੰਦੇ ਚਾਰੇ ਪਾਸੇ, ਫਿਰ ਉਹਨੂੰ ਸੈੱਟ ਜਿਹਾ ਕਰਦੇ ਆ। ਉਹ ਜੇ ਮੰਜਾ ਕੱਸਣਾ ਵੀ ਹੋਵੇ ਕਈ ਵਾਰੀ ਇਕੱਲੇ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਮੰਜਾ ਬੁਣਨਾ ਹੋਵੇ ਫਿਰ ਤਾਂ ਬਿਲਕੁਲ ਵੱਸ ਦੀ ਗੱਲ ਨਹੀਂ ਹੋਵੇ। ਇਹ ਪੰਜਾਬ ਦਾ ਮੰਜਾ ਬੁਣਨ ਵਾਲਾ ਪਿਆ, ਸਿੱਧੂ ਸਾਹਿਬ ਤੋਂ ਕੱਲਿਆਂ ਤੋਂ ਤਾਂ ਨਹੀਂ ਚੱਲਿਆ ਜਾਣਾ, ਨਾਲ ਉਹਨਾਂ ਨੂੰ ਬੰਦੇ ਉੱਦਾਂ ਦੇ ਹੋਰ ਚਾਹੀਦੇ ਆ ਤੇ ਉੱਦਾਂ ਦੇ ਬੰਦੇ ਕਾਇਮ ਕਰੋ ਭਾਈ, ਕੱਲਿਆਂ ਤੋਂ ਕੰਮ ਔਖਾ ਹੋ ਜਾਣਾ। ਪਰ ਜਿਸ ਤਰੀਕੇ ਦੇ ਨਾਲ ਹੁਣ ਇਸ ਮੌਕੇ ਦੇ ਉੱਤੇ ਆ ਕੇ ਉਹਨਾਂ ਨੇ DGP ਸਾਹਿਬ ਵਾਲੇ ਮੁੱਦੇ ਦੇ ਉੱਤੇ ਗੱਲ ਕੀਤੀ ਹੈ, ਉਹ ਕਹਿੰਦੇ ਭਾਈ ਤਾਂ ਉਦੋਂ ਤਾਂ, ਪਰ ਮੈਨੂੰ ਸਭ ਤੋਂ ਵੱਧ ਜਿਹੜੀ ਹੈਰਾਨੀ ਵਾਲੀ ਗੱਲ ਲੱਗੀ ਆ ਉਹ 40 ਲੱਖ ਤੇ 50 ਲੱਖ ਤੇ ਲੱਗੀ ਆ, ਤੇ ਉਹਨਾਂ ਨੇ ਉੱਥੇ ਇੱਕ ਸ਼ਬਦ ਵਰਤਿਆ ਔਨ ਰਿਕਾਰਡ। ਉਹ ਕਹਿੰਦੇ ਸਰਪੰਚ ਨੂੰ ਪੈਸੇ ਦੇ ਕੇ ਭਾਈ ਪੰਥਪ੍ਰੀਤ ਸਿੰਘ ਦਾ ਨਾਂ ਲਵਾਉਣ ਦੀ ਕੋਸ਼ਿਸ਼ ਕੀਤੀ ਗਈ, ਔਨ ਰਿਕਾਰਡ ਹੈ। ਹੁਣ ਦੇਖੋ ਇੱਕ ਗੱਲ ਤਾਂ ਕਲੀਅਰ ਹੈ ਕਿ ਜਾਂ ਤਾਂ ਫਿਰ ਸਾਹਮਣੇ ਵਾਲੇ ਬੰਦੇ ਕਹਿ ਦੇਣ ਕਿ ਗੱਲ ਬਿਲਕੁਲ ਗਲਤ ਆ, ਨਵਜੋਤ ਸਿੰਘ ਸਿੱਧੂ ਨੇ ਪੋਲੀਟੀਕਲ ਮਾਈਲੇਜ ਲੈਣ ਲਈ ਕੀਤੀ ਹੈ, ਫਿਰ ਗੱਲ ਸਮਝ ਆਉਂਦੀ ਹੈ। ਜੇ ਅਗਲੇ ਬੰਦੇ ਚੁੱਪ ਰਹਿੰਦੇ ਆ ਫਿਰ ਕਹਾਣੀ, ਫਿਰ ਉਹਨਾਂ ਨੇ ਉਹ ਜਿਹੜੇ ਜਸਵਿੰਦਰ ਸਿੰਘ ਤੇ ਉਹਨਾਂ ਦੇ ਬ੍ਰਦਰ ਦੀ ਗੱਲ ਕੀਤੀ, ਜਿਹੜੇ 2 ਭਰਾ ਸੀ, ਹੁਣ ਉਹਨਾਂ ਦੋਨਾਂ ਦੀ ਗੱਲ ਕੀਤੀ ਕਿ ਭਾਈ ਦੇਖੋ ਅਸੀਂ ਉੱਥੇ ਗਏ ਸੀ ਤੇ ਉਹਨਾਂ ਨੂੰ ਕਿੱਦਾਂ ਤਸ਼ੱਦਦ ਕੀਤਾ ਗਿਆ ਤੇ ਪਹਿਲਾਂ ਉਹਨਾਂ ਦੇ ਨਾਂ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਗੱਲਾਂ ਤਾਂ ਸਾਹਮਣੇ ਆਉਂਦੀਆਂ। ਪਰ ਹੁਣ ਕੀ ਜਦੋਂ ਪ੍ਰੈਸ ਕਾਨਫਰੰਸ ਨਵਜੋਤ ਸਿੰਘ ਸਿੱਧੂ ਨੇ ਕਰਤੀ ਹੈ, ਉਹਦੇ ਤੋਂ ਬਾਅਦ ਇਹ ਸਾਰੇ ਫੈਸਲੇ ਲੈਣੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਲਈ ਸੁਖਾਲੇ ਕਹੀ ਗਿਆ, ਉਹਨਾਂ ਨੇ ਬਿਜਲੀ ਸਸਤੀ ਕੀਤੀ, ਵਧੀਆ ਕੀਤਾ। ਪਰ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਨਸ਼ਿਆਂ ਦੀ ਰਿਪੋਰਟ ਕਿਉਂ ਨਹੀਂ ਜਨਤਕ ਹੁੰਦੀ, ਨਹੀਂ ਹੈਗੀ ਹਿੰਮਤ, ਸ਼ਬਦ ਦੇਖੋ ਕਿਹੜਾ ਸੀ ਕਿ ਨਹੀਂ ਹੈਗੀ ਹਿੰਮਤ, ਤਾਂ ਹਾਈ ਕਮਾਂਡ ਕਹਿੰਦੀ ਹੈ ਸਹਿਮਤ ਹੈ ਉਹ, ਤੁਸੀਂ ਪਾਰਟੀ ਨੂੰ ਦੇ ਦਿਓ, ਮਿਰਚ ਹੈਗੀ ਹੈ ਹਿੰਮਤ, ਮੈਂ ਜਨਤਕ ਕਰ ਦੂੰ। ਹੁਣ ਆਮ ਲੋਕ ਤਾਂ ਚਾਹਣਗੇ ਕਿ ਭਾਈ ਨਸ਼ਿਆਂ ਦੇ ਮੁੱਦੇ ਦੇ ਉੱਤੇ ਜਿਹੜਾ ਵੀ ਬੰਦਾ ਹੈ, ਜਿਹੜਾ ਵੀ ਕੋਈ ਕੰਮ ਕਰਦਾ ਰਿਹਾ ਜਿਹੜੀ ਮਰਜ਼ੀ ਪਾਰਟੀ ਦਾ, ਉਹ ਬੰਦਾ ਲੋਕਾਂ ਦੀ ਕਟਹਿਰੇ ਦੇ ਵਿੱਚ ਨੰਗਾ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ ਕਿ ਉਹਦਾ ਫੇਸ ਨਾਮ ਕੀ ਹੈ, ਤੇ ਜਨਤਕ ਜੇ ਕੀਤੀ ਜਾ ਸਕਦੀ ਹੈ। ਮੈਂ ਕਹਿੰਦਾ ਕਿ ਚੰਨੀ ਸਾਹਿਬ ਇੱਕ ਬਿਆਨ ਦੇ ਦੇਣ ਜਾਂ ਰੰਧਾਵਾ ਸਾਹਿਬ ਕਹਿ ਦੇਣ ਕਿ ਭਾਈ ਨਹੀਂ ਕੀਤੀ ਜਾ ਸਕਦੀ, ਅਦਾਲਤ 'ਚ ਪਈ ਹੈ, ਆਹ ਕਾਨੂੰਨੀ ਉਲਝਣ ਸਾਨੂੰ ਪਤਾ ਲੱਗ ਜਾਊਗਾ ਸਾਰਿਆਂ ਨੂੰ। ਤੇ ਜੇ ਕੋਈ ਵੀ ਨਹੀਂ ਇਸ ਮੁੱਦੇ ਦੇ ਉੱਤੇ ਬੋਲਦਾ ਕਿ ਚੱਲ ਕੋਈ ਗੱਲ ਨਹੀਂ ਸਿੱਧੂ ਬੋਲਦਾ ਯਾਰ ਬੋਲੀ ਜਾਣ ਦੇ, ਫਿਰ ਕਿਤੇ ਨਾ ਕਿਤੇ ਮਨ ਦੇ ਵਿੱਚ ਆਊਗੀ ਹਾਂ ਜਿਹੜੀ ਭਾਸ਼ਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਲਈ ਵਰਤੀ ਸੀ, ਜਾਂ ਕਈ ਵਾਰੀ ਉਹ ਵਰਤ ਲੈਂਦੇ ਆ, ਜਾਂ ਮੁੱਖ ਮੰਤਰੀ ਬਣਨ ਬਣਾਉਣ ਵਾਲੇ ਮੁੱਦੇ ਦੇ ਉੱਤੇ ਸਵਾਲ ਹੀ ਉੱਥੋਂ ਸ਼ੁਰੂ ਹੋਏ ਸੀ ਪ੍ਰੈਸ ਕਾਨਫਰੰਸ ਦੇ ਵਿੱਚ, ਉਸ ਮੁੱਦੇ ਦੇ ਉੱਤੇ ਕਈ ਵਾਰੀ ਪੱਤਰਕਾਰਾਂ ਨੂੰ ਉਲਝਾਏ ਵੀ ਆ। ਉਹ ਤਾਂ ਉਲਝਣ ਗਈ। ਦੇਖੋ 84 ਵਾਲੇ ਮੁੱਦੇ ਤੇ ਵੀ ਕਹਿੰਦੇ ਰੌਲਾ ਪੈਂਦਾ, ਕਿਉਂਕਿ ਦੇਖੋ ਕਾਰਨ ਹੈ ਨਾ, ਜੇ ਸਿੱਧੂ ਸਾਹਿਬ ਕਹਿੰਦੇ ਆ ਵੀ ਮੈਂ ਹੁਣ ਕਾਂਗਰਸ ਪਾਰਟੀ ਜਾਂ ਫਿਰ ਉਹ ਹਾਈ ਕਮਾਨ ਦਾ ਨਾਂ ਲੈਂਦੇ ਆ, ਵੱਡੇ ਮੈਡਮ ਸ਼ਬਦ ਵੀ ਵਰਤਦੇ ਆ ਜੀ। ਹੁਣ ਗੱਲ ਇਹ ਹੈ ਵੀ ਜਦੋਂ ਉਸ ਪਰਿਵਾਰ ਦੀ ਪਾਰਟੀ ਹੈ ਤੇ ਪਰਿਵਾਰ ਨਾਲ ਜੁੜੀਆਂ ਜਿਹੜੀਆਂ ਪਿਛਲੀਆਂ ਚੀਜ਼ਾਂ, ਮੈਨੂੰ ਲੱਗਦਾ ਵੀ ਸੁਖਬੀਰ ਬਾਦਲ ਸਾਹਿਬ ਨੂੰ ਕਿਸੇ ਸਿਆਣੇ ਬੰਦੇ ਨੇ ਤਦੇ ਆਖਣਾ ਵੀ ਇਦਾਂ ਲੋਟ ਨਹੀਂ ਆਉਣਾ, ਗੇਟੇ ਤੇ ਸੱਟ ਲੱਗੀ, ਗੇਟੇ ਤੋਂ ਫੜੀ ਦਾ ਗੇਟੇ ਤੋਂ, ਹੈ ਨਾ। ਹੁਣ ਮੈਨੂੰ ਵੀ ਜਾਪਦਾ ਵੀ ਇਹ ਜਿਸ ਹਿਸਾਬ ਨਾਲ ਦੁਬਾਰਾ ਘੁੰਮ ਕੇ ਹਰੇਕ ਥਾਂ ਤੋਂ 84 ਵਾਲੀਆਂ ਗੱਲਾਂ ਸਾਹਮਣੇ ਆਉਣ ਲੱਗ ਪਈਆਂ, ਐਂਡ ਉੱਤੇ ਸਿੱਧੂ ਸਾਹਿਬ ਵੀ ਹੁਣ ਜਵਾਬ ਕੀ ਦੇਵੇ ਬੰਦਾ, ਉਹ ਗੋਲੀ ਕਰਤਾ ਉਹਨਾਂ ਨੇ ਸਵਾਲ, ਹੈ ਨਾ। ਹੁਣ ਇਹ ਜਿਹੜੀਆਂ ਚੀਜ਼ਾਂ ਮੇਰੇ ਖਿਆਲ ਨਾਲ ਇਹ ਜੇ ਤੇ ਲੜਾਈ ਇੱਥੇ ਲਾ ਕੇ ਮੁਕਾ ਲਈ
ਵੀ ਮੁੱਦਾ ਭਾਈ ਸਾਹਿਬ ਥੋੜਾ ਜਿਹਾ ਇਦਾਂ ਦਾ ਬਣਾ ਲਓ ਵੀ ਉਹ ਕਹਿੰਦਾ ਵੀ ਤੂੰ ਫਲਾਨਾ ਹੈ ਮੇਰੇ ਚਪੇੜ ਮਾਰੀ ਸੀ, ਉਹ ਕਹਿੰਦਾ ਇਦਾਂ ਕਿਦਾਂ ਤੂੰ ਨਹੀਂ ਮਾਰੀ ਉਦੋਂ। ਮਤਲਬ ਜੇ ਤੇ ਆਪਾਂ ਸਿਰਫ ਇਸ ਚੀਜ਼ ਦੇ ਉੱਪਰ ਫੈਸਲਾ ਕਰਨਾ ਵੀ ਕਿਹਨੇ ਕਿਹਦੇ ਮਾਰੀ ਤੇ ਕਿਹਨੇ ਕਿਹਦੇ ਮਾਰੀ ਚਪੇੜ, ਫਿਰ ਉਹ ਮਸਲਾ ਤੇ ਹੱਲ ਹੋਣਾ ਇਹਨੇ ਵੀ ਭਾਈ ਸਾਹਿਬ ਚਪੇੜਾਂ ਦੀ ਨੌਬਤ ਆਈ ਕਿਉਂ। ਕਿਉਂਕਿ ਲੜਾਈ ਤੇ ਇਸ ਵੇਲੇ ਤੁਸੀਂ ਮੰਜੇ ਦੀ ਗੱਲ ਕੀਤੀ, ਮੈਨੂੰ ਮੰਜਾ ਹੋਰ ਤਰ੍ਹਾਂ ਦੱਸਦਾ ਸੀ। ਕਿੱਦਾਂ? ਇੱਕ ਹੁੰਦਾ ਮੰਜਾ ਜਿਹਦਾ ਵਾਣ ਵੂਣ ਕਿਤੇ ਆ, ਪੈਂਦ ਕਿਤੇ ਆ, ਉਹ ਮੰਜਾ ਡੱਠਾ ਵੀ ਨਹੀਂ ਹੈਗਾ। ਉਹ ਇੱਕ ਹੁੰਦਾ ਨਾ ਆਪਣਾ ਖੁੱਡੇ ਦੇ ਅਗਲੇ ਬੰਨੇ ਜਿਹੜਾ ਪਾਥੀਆਂ ਵਾਲਾ ਕਮਰਾ, ਉੱਥੇ ਖੜਾ ਕੀਤਾ। ਪੰਜਾਬ ਦੀ ਤੇ ਹਾਲਤ ਉਹ ਕੀਤੀ ਵੀ ਆ ਵੀ ਵਾਣ ਵੂਣ ਲੱਥਾ ਤੇ ਇਸ ਵਕਤ ਬਾਹੀਆਂ ਹੀ ਆ ਤੇ ਪਾਵਾ ਵੀ ਅੱਧਾ ਖਾਦਾ ਤੇ ਉੱਥੇ ਪਾਥੀਆਂ ਵਾਲੇ ਅੰਦਰ 'ਚ ਖੜਾ ਕੀਤਾ ਮੰਜਾ ਪੰਜਾਬ। ਉੱਥੇ ਇੱਕ ਹੋਰ ਚੀਜ਼ ਹੁੰਦੀ ਆ, ਹੋਰ ਹੋਵੇ ਨਾ ਹੋਵੇ, ਧਮੋੜੀਆਂ ਜ਼ਰੂਰ ਲੱਗੀਆਂ ਹੁੰਦੀਆਂ, ਉਹਦੇ ਵਿੱਚੋਂ ਨਿਕਲਦੇ ਪੁਰ ਕਰਕੇ ਨਿਕਲਦੀਆਂ ਹੁੰਦੀਆਂ 2-4। ਫਿਰ ਆਖੀ ਜਾਣਾ ਦਾ ਵੀ ਇਹਨੂੰ ਡਾਹ ਕੇ ਵੇਖੋ ਮੁੰਡਿਓ ਕੀ ਆਂਦਾ। ਉਹ ਜਦੋਂ ਡਾਉਣਾ ਚੀਕੂ ਚੀਕੂ ਕਰਨਾ ਤੇ ਇਧਰੋਂ ਘੁੰਮ ਘੁਮਾ ਕੇ ਨਾ ਕਰਨਾ ਕੀ ਆ, ਐ ਕਾ ਫਿਰ ਮਿਸਤਰੀ ਦੇਸਾ ਉਹਨੂੰ ਲਿਆ ਉਹ ਇੱਕ ਨਾ ਫਾਲਾਂ ਫੂਲਾਈਆਂ ਪਾਵੇ ਇਹਦੇ ਕੱਸੇ ਕੁੱਸੇ, ਫੇਰ ਗੱਲ ਬਣਨੀ। ਆ ਪਾਵਾ ਤੇ ਬਦਲਣਾ ਹੀ ਪੈਣਾ। ਇਹ ਬਦਲਣਾ ਹੀ ਪੈਣਾ, ਇਹਦਾ ਸੂਤ ਨਹੀਂ ਆਉਣਾ। ਨਾਲੇ ਬਾਣ ਐਤਕੀ ਪਲਾਸਟਿਕ ਵਾਲਾ ਲੈ ਆਇਓ, ਉਹ ਕਹਿੰਦੇ ਵਾਵਾ ਚੱਲਦਾ ਹੀ ਹੈ ਨਾ। ਮਤਲਬ ਉਹ ਮੰਜੇ ਦੀ ਹਾਲਤ ਵੇਖ ਕੇ ਵੀ ਨਾ ਮਾਤਾ ਹਾਰ ਕੇ ਉੱਠ ਕੇ ਚਲੀ ਜਾਂਦੀ ਸੀ ਵੀ ਪਹਿਲਾਂ ਇਹਨੂੰ ਸੁਧਾਰ ਲਓ ਫੇਰ ਉਣਦੇ ਆ। ਫੇਰ ਉਣਦੇ ਆ, ਬਾਕੀ ਗੱਲਾਂ ਬਾਅਦ ਦੀਆਂ ਨੇ। ਹੁਣ ਸੰਧਾਲੀਆ ਸਾਹਿਬ ਇੱਥੇ ਮੈਨੂੰ ਇੱਕ ਗੱਲ ਹੋਰ ਲੱਗਦੀ ਹੈ ਕਿ ਠੀਕ ਹੈ, ਹਰ ਇੱਕ ਲੀਡਰ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਹਿ ਦਿੱਤਾ ਕਿ ਭਾਈ ਆਪਾਂ ਮਤਾ ਲੈ ਕੇ ਆਉਣਾ, ਲਿਆਓ। ਕਹਿੰਦੇ ਜੀ ਬੱਸ ਸਾਡੀ ਕੋਈ ਗਲਤ ਨਹੀਂ ਚੱਲਦੀ। ਰਾਜਾ ਵੜਿੰਗ ਸਾਹਿਬ ਕਹਿੰਦੇ ਗਲਤੀ ਇਹਨਾਂ ਦੀਆਂ ਚੱਲਦੀਆਂ। ਉਧਰ ਪਾਸੇ SSP ਕਿੱਦਾਂ ਲੱਗਦਾ। ਪਰ ਇੱਕ ਗੱਲ ਤਾਂ ਬੜੀ ਕਲੀਅਰ ਹੈ ਨਾ, ਇੱਥੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਮੈਂ ਬਹੁਤ ਪਾਰਦਰਸ਼ੀ ਸ਼ਾਸਨ ਦਿੱਤਾ, ਬਹੁਤ ਚੰਗਾ। ਮਹਾਰਾਜਾ ਰਣਜੀਤ ਸਿੰਘ ਵਰਗੀ ਸਰਕਾਰ ਅਕਾਲੀਆਂ ਦਿੱਤੀ। ਚੰਨੀ ਸਾਹਿਬ ਕਹਿੰਦੇ ਆਮ ਬੰਦਿਆਂ ਨੂੰ ਤਾਂ ਸਰਕਾਰ ਇਦਾਂ ਦੀ ਚਾਹੀਦੀ, ਇਦਾਂ ਦੀ ਮੈਂ ਦੇ ਰਿਹਾ। ਪਰ ਜਿਹੜੀ ਪੁਲਿਸ ਤੋਂ ਇਨਸਾਫ ਮਿਲਣਾ, ਉੱਥੇ SSP ਕਿੱਦਾਂ ਲੱਗਦੇ, ਰੌਲਾ ਉਹਦਾ। ਜਿਹੜੇ ਲੋਕਾਂ ਦੇ ਪੱਲੇ ਕੱਖ ਨਹੀਂ, ਸਾਈਕਲ ਤੁਹਾਡੇ ਜੰਗਾਲੇ ਜਾਂਦੇ ਆ। ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਦੇ ਉੱਤੇ ਵੀ 40-40, 50-50 ਲੱਖ ਰੁਪਈਆ ਦੇ ਕੇ ਕੇਸ ਦੀਆਂ ਗੇੜੀਆਂ ਘਮਾਉਣ ਦਾ ਯਤਨ ਕੀਤਾ ਜਾਂਦਾ, ਫਿਰ ਤਾਂ ਕਮਾਲ ਹੀ ਆ। ਇਹ ਕਮਾਲ ਤਾਂ ਸਿਰੇ ਦੀ ਹੈ ਵੀ ਜਿੱਥੋਂ ਜਾ ਕੇ ਮਸਲੇ ਉਲਝੇ ਨੇ, ਉਹ ਭਾਵੇਂ ਦੋਵੇਂ ਤਿੰਨੇ ਮਸਲਿਆਂ ਦੀ ਆਪਾਂ ਗੱਲ ਕਰ ਲਈ, ਭਾਵੇਂ ਨਸ਼ਿਆਂ ਵਾਲੇ ਪਾਸਿਓਂ ਤੁਰ ਲਓ, ਭਾਵੇਂ ਬੇਅਦਬੀ ਵਾਲੇ ਪਾਸਿਓਂ ਤੁਰ ਲਓ। ਹੁਣ ਜਿੱਦਾਂ ਦੇ ਦੋਸ਼ ਸਿੱਧੂ ਸਾਹਿਬ ਨੇ ਲਾਏ ਆ, ਘੁੰਮਦੇ ਘਮਾਉਂਦੇ ਉਸ ਬੰਦੇ ਤੇ ਚਲੇ ਜਾਂਦੇ ਜਿਸ ਬੰਦੇ ਦੇ ਕੋਲ ਸਾਰੀਆਂ ਚਾਬੀਆਂ ਪੰਜਾਬ ਪੁਲਿਸ ਦੀਆਂ ਉਦੋਂ ਦੇ ਹਿਸਾਬ ਨਾਲ ਵਿਖਾਈਆਂ ਸੀ। ਤੇ ਉਦੋਂ ਦਾ ਰੌਲਾ ਹੁਣ ਵੀ ਇੱਕ ਬੰਦੇ ਦਾ ਉਦੋਂ ਪੈਂਦਾ ਵੀ ਉਹ ਚਾਬੀ ਭਾਈ ਸਾਹਿਬ ਗਲਤ ਦਿੱਤੀ ਸੀ ਬੰਦੇ ਨੂੰ। ਮਤਲਬ ਕਿੰਨਾ ਕੁਛ ਉਲਝਿਆ। ਇਹਦਾ ਮਤਲਬ ਇਹ ਹੋ ਗਿਆ ਵੀ ਇਹ ਖਲਾਰ ਉਦੋਂ ਦਾ ਭਰਦਾ ਪਿਆ ਸੀ। ਹੁਣ ਰੱਬ ਜਾਣੇ ਪਤਾ ਨਹੀਂ ਆਪਣੇ ਆਪ ਹੀ ਖਿਲਰ ਗਿਆ ਜਾਂ ਕੁਝ ਹੋਰ ਕਾਰਨ ਆ ਵੀ ਜਦੋਂ ਇੱਕ ਤੋਂ ਬਾਅਦ ਦੂਜੀ ਤਾਣੀ ਉਲਝਦੀ ਆ ਤੇ ਫਿਰ ਬੰਦਾ ਸੋਚਦਾ ਵੀ ਆਹ ਧਾਗਾ ਵੇਖਾਂ ਖਿੱਚਾਂਗੇ। ਕਹਿੰਦੇ ਘੁੰਮਦਾ ਘੁਮਾਉਂਦਾ ਜਾਂਦਾ, ਫਿਰ ਉੱਥੇ ਹੀ ਆ। ਸੰਧਾਲੀਆ ਸਾਹਿਬ, ਅਸੀਂ ਤਾਂ ਬੇਨਤੀ ਪੰਜਾਬ ਦੇ ਲੋਕਾਂ ਨੂੰ ਇਹੀ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਤੁਸੀਂ 1.5 ਮਹੀਨਾ ਪਹਿਲਾਂ ਤੱਕ ਅੰਦਾਜ਼ਾ ਲਾਓ, ਉਦੋਂ ਸੀ ਕਿ ਅਨੁਸੂਚਿਤ ਜਾਤੀ ਭਾਈਚਾਰੇ ਦਾ ਉਪ ਮੁੱਖ ਮੰਤਰੀ ਬਣਾਉਣਾ, ਪ੍ਰਧਾਨ ਬਣਾਉਣਾ, ਮੁੱਖ ਮੰਤਰੀ ਬਣਾਉਣਾ। ਉਦੋਂ ਤੁਹਾਨੂੰ ਉਧਰਲੇ ਪਾਸੇ ਲਾਇਆ ਸੀ। ਉਹਦੇ ਤੋਂ ਬਾਅਦ ਅਸੀਂ ਤੁਹਾਨੂੰ ਬਿਜਲੀ ਵਾਲੇ ਪਾਸੇ ਲਾਇਆ। ਮੈਂ ਲੀਡਰਾਂ ਦੀ ਗੱਲ ਕਰਦਾ ਕਿ ਭਾਈ ਅਸੀਂ 200 ਸਸਤੀ, 300 ਸਸਤੀ, ਮੁਫਤ ਫਲਾਨਾ। ਉਹਦੇ ਤੋਂ ਬਾਅਦ ਹੁਣ ਇੱਧਰ ਲਾਤਾ। ਪਰ ਆਹ ਗੱਲ ਤੁਹਾਡੇ ਕੰਮ ਦੀ ਹੈ। ਆ ਸਾਰੇ ਜਿਨ੍ਹਾਂ ਨੇ ਜਿੱਥੇ ਰੇਤਾ ਤੋਂ ਲੈ ਕੇ ਬਿਜਲੀ ਸਮਝੌਤਿਆਂ ਤੋਂ ਲੈ ਕੇ SSP ਤੋਂ ਲੈ ਕੇ ਆ ਬੇਅਦਬੀ ਵਾਲੇ ਮੁੱਦੇ ਤੇ 40-50 ਲੱਖ ਲੈ ਕੇ, ਇਹਨਾਂ ਸਾਰੀਆਂ ਨੂੰ ਚੇਤੇ ਰੱਖਣਾ। ਇੱਕ ਕਾਪੀ ਲਾ ਲਓ, ਉਹ ਕਾਪੀ ਦੇ ਵਿੱਚ ਪੈਨ ਪੱਕਾ ਰੱਖਣਾ, ਚਾਹੇ ਉਹਨੂੰ ਧਾਗਾ ਬੰਨ ਲਓ ਤੇ ਉਹਦੇ ਉੱਤੇ ਨੋਟ ਕਰੀ ਜਾਓ, ਐਨੇ ਆ ਕਿਹਾ ਸੀ, ਐਨੇ ਆ ਕਿਹਾ ਸੀ। ਤੇ ਜਿੱਦਾਂ ਹੀ ਲੀਡਰ ਤੁਹਾਡੇ ਕੋਲੇ ਆ ਕੇ ਆਣਗੇ, ਨਾਲੀ ਬਣਾ ਦੇਾਂਗੇ, ਗਲੀ ਬਣਾ ਦੇਾਂਗੇ, ਆ ਵੀ ਕਰ ਦੇਾਂਗੇ, ਉਸੇ ਵੇਲੇ ਕਾਪੀ ਕਰ ਲੈਣੀ ਆ। ਤੇ ਪਿੰਡ ਸਾਰਾ ਇਕੱਠੇ ਹੋਏ ਤੇ ਉਸ ਵੇਲੇ ਪਾਣੀ ਆ ਜੀ, ਇਹਦਾ ਜਵਾਬ ਦਿਓ, ਇਹਦਾ ਵੀ ਜਵਾਬ ਦਿਓ, ਇਹਦਾ ਵੀ ਜਵਾਬ ਦਿਓ। ਇਹਨਾਂ ਨੇ ਇਹ ਮੁੱਦੇ 10-15 ਦਿਨਾਂ ਤੱਕ ਠੰਡੇ ਬਸਤੇ 'ਚ ਪਾਉਣੇ ਆ, ਤੁਹਾਨੂੰ ਹੋਰ ਪਾਸੇ ਉਲਝਾਉਣਾ, ਪਰ ਤੁਸੀਂ ਇਹਨਾਂ ਤੁਹਾਡੇ ਹੋਣਾ ਪਰੇ ਨਹੀਂ। ਪਰ ਇਹਦੇ 'ਚ ਇਹ ਗੱਲ ਆ, ਆਪਾਂ ਬੇਨਤੀ ਕਰਦੇ ਵੀ ਕਾਪੀ ਜਿਹੜੀ ਘਰੇ ਆਲਰੇਡੀ ਹੈਗੀ ਉੱਤੇ ਬਿਲਕੁਲ ਨਹੀਂ ਲਿਖਣਾ, ਕਿਉਂਕਿ ਉੱਤੇ ਲਿਖਿਆ ਹੁੰਦਾ ਸੌਦੇ ਪੱਤੇ ਦਾ ਹਿਸਾਬ, ਦੁੱਧ ਦਾ ਹਿਸਾਬ, ਨਾਗੇ ਕਿੰਨੇ ਆ, ਹੋਰ ਕੁਝ ਨਹੀਂ। ਤੇ ਜਿਹੜੇ ਕੋਈ ਇੱਧਰ ਉੱਧਰ ਦੇ ਲੈਣ ਦੇ ਨਾਲੇ ਉਹ ਹੁੰਦੇ ਵੀ ਸ਼ਾਹ ਕੋਲੋਂ ਉਦੋਂ ਖੰਡ ਲਿਆਂਦੀ, ਪੱਤੀ ਲਿਆਂਦੀ, ਦਾਲ ਲਿਆਂਦੀ, ਮਤਲਬ ਕਾਲੀ ਮੁੰਡੇ ਨੂੰ ਆਖਣਾ ਵੀ ਤੂੰ ਨਾ ਗੀਠੀ ਦੇ ਛਾੜ ਥੱਲੇ ਪੁੱਤ ਉਹ ਡੈਰੀ ਪਈ ਲਿਆ ਜਰਾ, ਮੁੰਡਾ ਲੈ ਆਵੇ, ਆਉਂਦਾ ਪਰੇ ਪੰਚਾਇਤ ਬੈਠੀ ਹੈ ਤੇ ਨਾਲ ਹੀ ਬਾਪੂ ਪੜ੍ਹਨੀ ਸ਼ੁਰੂ ਕਰੇ ਐ ਜੇ ਕਰਕੇ। ਖਾਦ, ਉਹ ਕਹਿੰਦੇ ਵੀ ਖਾਦ ਦਾ ਕੀ ਰੌਲਾ, ਬਾਪੂ ਤੇ ਆ ਗਈ। ਲੰਬੜਾਂ ਦੇ ਵਿਆਹ ਤੇ ਸ਼ਗਨ ਦਿੱਤਾ 200। ਆ ਕਹਿੰਦਾ ਯਾਰ ਲੰਬੜਾਂ ਦੇ ਵਿਆਹ ਤੇ ਸ਼ਗਨ ਦਾ ਮੇਰਾ ਕੀ ਲਿੰਕ। ਮਤਲਬ ਇਹ ਕੰਮ ਨਾ ਹੋ ਜਾਏਗਾ ਵੀ ਕਾਪੀ ਨਵੀਂ ਹੋਵੇ, ਉਹਦੇ ਬਾਹਰ ਮੋਟਾ ਕਰਕੇ ਲਿਖਿਆ ਹੋਵੇ ਵੀ ਉਦੋਂ ਕਰਨੀ ਜਦੋਂ ਲੀਡਰ ਆਵੇ। ਹਾਂ, ਵੀ ਇਹਦੇ ਨੇ ਦੁੱਧ ਦੇ ਪੈਸੇ ਬਣਦੇ 238 ਦਿੱਤੇ 250, 12 ਅਗਲੀ ਵਾਰੀ ਚੋਂ ਕੱਟਣੇ। ਇਦਾਂ ਹੀ ਹੁੰਦਾ ਸੀ। ਇਹ ਨਾ ਉਲਝ ਜੀ। ਕਿਉਂਕਿ ਦੇਖੋ ਇਹ ਅਸੀਂ ਕਿਉਂ ਕਹਿੰਦੇ ਇਹਨੂੰ ਆਪਾਂ ਟੀਚਰ ਮਖੌਲ ਨਾ ਗਿਣੀਏ, ਇਹ ਤਾਂ ਆਪਾਂ ਕਹਿੰਦੇ ਵੀ ਆਪਾਂ ਨੂੰ ਹਿਸਾਬ ਕਿਤਾਬ ਰੱਖਣ ਦੀ ਆਦਤ ਨਹੀਂ ਜੀ। ਕਿਉਂਕਿ ਲੀਡਰ ਤੇ ਰੱਖਦੇ, ਉਹਨਾਂ ਨੂੰ ਪਤਾ ਹੁੰਦਾ ਵੀ ਆਹ ਵੀਡੀਓ ਚੁੱਪ ਕਰਕੇ ਰੱਖ ਲਓ, ਆਹ ਫੋਟੋਆਂ ਰੱਖ ਲਓ ਜੀ। ਕਹਿੰਦਾ ਇਹ ਫੋਟੋਆਂ ਆਪਾਂ ਉਦੋਂ ਵਿਖਾਉਣੀਆਂ ਜਦੋਂ ਫਲਾਨਾ ਬੋਲਿਆ ਵੀ ਫਲਾਣੇ ਨੇ ਇਦਾਂ ਕੀਤਾ। ਉਹ ਕਹਿੰਦਾ ਇਦਾਂ ਕਿੱਦਾਂ ਕੀਤਾ, ਦੇਖ ਫੋਟੋ ਉਦੋਂ ਫਲਾਣੇ ਨੇ ਵੀ ਇਦਾਂ ਕੀਤਾ ਜੀ। ਜੇ ਉਹ ਹਿਸਾਬ ਰੱਖ ਸਕਦੇ ਆ ਤੇ ਮੈਂ ਲੋਕ ਵੀ ਰੱਖ ਲੈਣ। ਨਹੀਂ, ਹਿਸਾਬ ਤਾਂ ਸੋਨੂ ਸੂਦ ਨੇ ਵੀ ਵਧੀਆ ਰੱਖਿਆ।
ਉਹਨੇ ਵੈਸੇ ਵਧੀਆ ਹਿਸਾਬ ਦੱਸਿਆ। ਅਗਲਾ ਬੰਦਾ ਵੀਡੀਓ ਬਣਾ ਕੇ ਕਹਿੰਦਾ, ਕੋਈ ਬੰਦਾ ਉਹਨੂੰ ਕਹਿੰਦਾ ਜੀ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਦਾਅਵੇਦਾਰ, ਪਹਿਲੀ ਗੱਲ ਹੈ ਕਿ ਪਾਰਟੀ 'ਚ ਤਾਂ ਕੀ ਉਹ ਬੰਦਾ ਸਿਆਸਤ 'ਚ ਵੀ ਨਹੀਂ, ਕੰਮ ਉਹਨੇ ਕੋਵਿਡ ਦੇ ਦੌਰਾਨ ਵਧੀਆ ਕੀਤਾ, ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ। ਪਰ ਹੁਣ ਜਿਹੜੀਆਂ 3-4 ਗੱਲਾਂ ਸੰਧਾਲੀਆ ਸਾਹਿਬ ਕਹਿਤੀਆਂ, ਮੈਂ ਕਹਿੰਦਾ ਸਿਆਸਤ ਵਾਲੇ ਖੋਖੇ 'ਚ ਉਹਨੂੰ ਵਾੜੀਏ ਹੀ ਨਾ, ਉਹਨੂੰ ਦੂਜੀ ਦੁਕਾਨ 'ਚ ਹੀ ਰਹਿਣ ਦੀ ਲੋਕਾਂ ਵਾਲੀ 'ਚ। ਉਹ ਵੈਸੇ ਤਾਂ ਉਹਨੇ ਕੀਤੀਆਂ ਜੀ ਲੋਕਾਂ ਦੇ ਹਿਸਾਬ ਨਾਲ, ਆਪਾਂ ਨੂੰ ਚਾਹੀਦਾ ਉਹਨੇ ਹੱਕ ਬਣਦਾ ਨਹੀਂ ਆਪਣਾ, ਬਣਦਾ ਨਹੀਂ। ਹੁਣ ਦੇਖੋ, ਪਹਿਲੀ ਗੱਲ ਤਾਂ ਸੋਨੂ ਸੂਦ ਨੇ ਕਹਿੰਦੇ ਕਈ ਵੀਡੀਓ ਇੱਥੇ ਆਉਂਦੀਆਂ, ਤੁਹਾਨੂੰ ਮੁਫਤ ਦੇ ਦਿਆਂਗੇ, ਤੁਹਾਡੇ ਨਾਲ ਵਾਅਦੇ ਕਰਨੇ ਆ। ਉਹ ਕਹਿੰਦੇ ਮੈਂ ਚਾਹੁੰਦਾ ਕਿ ਜਦੋਂ ਕੋਈ ਵੀ ਸਿਆਸੀ ਲੀਡਰ ਜਾਂ ਪਾਰਟੀ ਆਪਣਾ ਮੈਨੀਫੈਸਟੋ ਦੇਵੇ, ਲੋਕਾਂ ਨਾਲ ਵਾਅਦੇ ਕਰੇ, ਉਹ ਨਾਲ ਇੱਕ ਐਗਰੀਮੈਂਟ ਕਰੇ ਕਿ ਜਦੋਂ ਮੈਨੀਫੈਸਟੋ ਦੀ ਕਾਪੀ ਦੇਣੀ ਆ ਤਾਂ ਨਾਲ ਲਿਖ ਕੇ ਐਗਰੀਮੈਂਟ ਦੀ ਕਾਪੀ ਵੀ ਦੇਵੇ ਕਿ ਭਾਈ ਮੈਂ ਤੁਹਾਨੂੰ ਰੁਜ਼ਗਾਰ ਦੇਣਾ, ਮੈਂ ਤੁਹਾਡੀ ਪੈਨਸ਼ਨ ਵਧਾਉਣੀ ਹੈ, ਮੈਂ ਤੁਹਾਡੇ ਫੈਕਟਰੀ ਲਾਉਣੀ ਹੈ, ਮੈਂ ਤੁਹਾਨੂੰ ਆ ਮੁਫਤ ਦੇਣਾ, ਤੇ ਮੈਂ 3, 4, 5, 6 ਜਿੰਨਾ ਵੀ ਸਮਾਂ ਮੈਂ ਉਨੇ ਸਮੇਂ 'ਚ ਤੁਹਾਨੂੰ ਦਊਂਗਾ। ਤੇ ਐਫੀਡੈਵਿਟ ਦੇ ਵਿੱਚ ਇਹ ਲਿਖਿਆ ਹੋਵੇ ਐਗਰੀਮੈਂਟ 'ਚ ਕਿ ਜੇ ਮੈਂ ਨਾ ਕਰ ਸਕਿਆ ਤਾਂ ਮੈਂ ਅਸਤੀਫਾ ਦਊਂਗਾ। ਹਾਂ, ਇਹ ਹੈ ਉਹ ਮੁੱਦਾ। ਹੁਣ ਹੋ ਸਕਦਾ ਵੀ ਤੁਸੀਂ ਕਹੋ ਯਾਰ ਵੀ ਸੋਨੂ ਸੂਦ ਦੀ ਗੱਲ ਤੁਸੀਂ ਕਿਉਂ ਕਰਦੇ ਜੀ। 2-3 ਗੱਲਾਂ ਇੰਪੋਰਟੈਂਟ ਹੈ ਵੀ ਪਹਿਲੀ ਗੱਲ ਤੇ ਵੀ ਬੰਦਾ ਪਿੱਛੋਂ ਮੋਗੇ ਵਾਲ ਦਾ, ਇਹਦਾ ਮਤਲਬ ਪੰਜਾਬ ਨਾਲ ਲਿੰਕ ਹੋ ਗਿਆ। ਦੂਜੀ ਗੱਲ ਜਿਹੜੀ ਵੀਡੀਓ 3-3.5 ਮਿੰਟ ਦੀ, ਉਹ ਪੰਜਾਬੀ 'ਚ ਹੈ। ਪੰਜਾਬੀ 'ਚ ਮਤਲਬ ਜੇ ਬੰਦਾ ਬੰਬੇ ਰਹਿੰਦਾ, ਫਿਲਮੀ ਕਲਾਕਾਰ ਹੈ, ਸਾਰੀ ਦੁਨੀਆ 'ਚ ਘੁੰਮਦਾ ਫਿਰਦਾ, ਆਪਾਂ ਹੁਣ ਤੱਕ ਜਿੰਨੀਆਂ ਵੀਡੀਓ ਦੇਖੀਆਂ ਸੀ ਜਾਂ ਉਹ ਹਿੰਦੀ ਬੋਲਦਾ ਸੀ ਜਾਂ ਅੰਗਰੇਜ਼ੀ ਬੋਲਦਾ ਸੀ, ਪਰ ਜਦੋਂ ਉਹਨੇ ਇਹ ਮੈਨੀਫੈਸਟੋ ਦੀ, ਵਾਅਦਿਆਂ ਦੀ, ਲਾਰਿਆਂ ਦੀ, ਉਦੋਂ ਬਾਅਦ ਅਸਤੀਫਿਆਂ ਦੀ ਗੱਲ ਕੀਤੀ ਤੇ ਪੰਜਾਬੀ 'ਚ ਕੀਤੀ, ਇਹਦਾ ਮਤਲਬ ਲਿੰਕ ਪੰਜਾਬ ਨਾਲ ਤੇ ਆ ਜੁੜਦਾ ਜੀ। ਹੁਣ ਲੋਕ ਇਹਦਾ ਅੰਦਾਜ਼ਾ ਲਾਉਣ ਨਾ ਲਾਉਣ, ਪਰ ਆਪਾਂ ਨਹੀਂ ਲਾਉਂਦੇ, ਕਿਉਂਕਿ ਜਿੰਨੀ ਦੇਰ ਤੱਕ ਬੰਦਾ ਖੁਦ ਨਹੀਂ ਕਹਿੰਦਾ ਵੀ ਮੈਂ ਇਲੈਕਸ਼ਨ ਲੜਨੀ ਹੈ ਜਾਂ ਟੱਬਰ 'ਚੋਂ ਕਿਸੇ ਨੇ ਲੜਨੀ, ਉਨੀ ਦੇਰ ਤੱਕ ਆਪਾਂ ਰਾਜਨੀਤੀ ਨਾਲ ਜੋੜਦੇ ਨਹੀਂ। ਪਰ ਇੱਕ ਸਮਾਜ ਸੇਵਕ ਦੇ ਤੌਰ ਤੇ ਜੇ ਉਹਨੇ ਪੰਜਾਬ ਨਾਲ ਮੂੰਹ ਰੱਖਦਿਆਂ ਆਹ ਇੱਕ ਗੱਲ ਕੀਤੀ ਜੀ, ਇਹ ਤਾਂ ਬੜੀ ਦੇਰ ਦੇ ਆਪਾਂ ਰੋਨੇ ਆ ਵੀ ਭਾਈ ਸਾਹਿਬ ਅਗਲਾ ਬੰਦਾ ਅੱਜ ਲਾਰੇ ਲਾਉਂਦਾ, ਉਦੋਂ ਮੈਂ ਕਿਹਾ ਤੂੰ ਕੌਣ ਮੈਂ ਕੌਣ, ਕੋਈ ਪੁੱਛਣ ਵਾਲਾ ਹੀ ਨਹੀਂ। ਇੱਕ ਹੋਰ ਬੜੀ ਵਧੀਆ ਗੱਲ ਉਹਨਾਂ ਨੇ ਕੀਤੀ, ਉਹ ਕਹਿੰਦੇ ਕਿ ਦੇਖੋ ਬਹੁਤ ਸਾਰੀਆਂ ਪਾਰਟੀਆਂ ਜਾਂ ਬਹੁਤ ਸਾਰੇ ਕੈਂਡੀਡੇਟ ਜਿਹੜੇ ਆ ਉਹ ਪਹਿਲਾਂ ਲੋਕਾਂ ਨਾਲ ਵਾਅਦੇ ਕਰਦੇ ਆ ਤੇ ਜਦੋਂ ਜਿੱਤ ਜਾਂਦੇ ਆ ਮੁੜ ਕੇ ਕਹਿੰਦੇ ਜੀ ਪਿਛਲੀ ਸਰਕਾਰ ਦਾ ਕਸੂਰ ਹੈ, ਉਹ ਖਜ਼ਾਨਾ ਖਾਲੀ ਕਰ ਗਿਆ, ਉਹਨਾਂ ਨੇ ਆਹ ਕਰ ਦਿੱਤਾ। ਉਹ ਕਹਿੰਦੇ ਨਾ, ਪਹਿਲਾਂ ਹਿਸਾਬ ਰੱਖੋ ਕਿ ਤੁਹਾਡੇ ਕੋਲੇ ਕੀ ਹੈਗਾ, ਕੀ ਤੁਸੀਂ ਕਰ ਸਕਦੇ ਆ। ਮੁੜ ਕੇ ਸਾਲ 2 ਸਾਲ 3 ਸਾਲ ਇਹਦੇ ਵਿੱਚ ਨਾ ਕੱਢ ਦਿਆ ਕਰੋ ਕਿ ਭਾਈ ਪਿਛਲੀ ਸਰਕਾਰ ਦਾ ਕਸੂਰ ਹੈ। ਤੁਸੀਂ ਪਹਿਲਾਂ ਹਿਸਾਬ ਕਿਤਾਬ ਲਾ ਕੇ ਲੋਕਾਂ ਦੇ ਨਾਲ ਜਿਹੜੇ ਆ ਉਹ ਵਾਅਦੇ ਫੇਰ ਕਰਨੇ ਸੀ। ਜਿੱਧਰੋਂ ਲੋਕਾਂ ਨੂੰ ਸੰਕੇਤ ਮਿਲਦਾ ਜਾਂ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸੰਕੇਤ ਮਿਲਦਾ, ਤੁਹਾਨੂੰ ਯਾਦ ਹੋਣਾ ਥੋੜੇ ਹਫ਼ਤੇ ਪਹਿਲਾਂ ਉਹਨਾਂ ਨੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਉਹ ਕੀਤੀ ਨੌਜਵਾਨਾਂ ਦੇ ਮੁੱਦੇ ਤੇ ਸੀ, ਸਿਆਸਤ ਦੇ ਮੁੱਦੇ ਤੇ ਨਹੀਂ ਸੀ ਕੀਤੀ। ਤੇ ਕਈ ਵਾਰ ਉਹ ਕਹਿ ਚੁੱਕੇ ਆ ਕਿ ਭਾਈ ਆਪਾਂ ਸਿਆਸਤ ਕਰਨੀ ਨਹੀਂ। ਕੇਜਰੀਵਾਲ ਸਾਹਿਬ ਕਹਿ ਚੁੱਕੇ ਮੈਂ ਸਿੱਖ ਚਿਹਰਾ ਪੰਜਾਬ ਦੇ ਵਿੱਚ ਸੀਐਮ ਦੇ ਤੌਰ ਤੇ ਲਿਆਉਣਾ। ਸੋ ਗੋਟੀਆਂ ਤਾਂ ਨਹੀਂ ਫਿੱਟ ਹੁੰਦੀਆਂ, ਪਰ ਕਰਨ ਵਾਲੇ ਕਰੀ ਜਾਂਦੇ ਆ। ਹੁਣ ਸੰਧਾਲੀਆ ਸਾਹਿਬ ਜਿਹੜੀ ਆਖਰੀ ਗੱਲ ਸੋਨੂ ਸੂਦ ਨੇ ਆਖੀ ਹੈ, ਜਿੱਥੋਂ ਸੰਕੇਤ ਲੋਕਾਂ ਨੇ ਲੈ ਕੇ ਹੋਣਾ, ਉਹ ਕਹਿੰਦੇ ਐਤਕੀ ਕੋਸ਼ਿਸ਼ ਕਰਦੇ ਆ ਕਿ ਚੰਗੇ ਅਕਸ ਵਾਲੇ ਲੋਕ ਜਿਹੜੇ ਆ ਉਹ ਇਲੈਕਸ਼ਨ ਦੇ ਵਿੱਚ ਅੱਗੇ ਆਉਣ, ਜਿਹੜੇ ਕਿ ਲੋਕਾਂ ਦਾ ਭਲਾ ਕਰ ਸਕਣ। ਬਿਲਕੁਲ। ਹੁਣ ਲੋਕਾਂ ਨੇ ਲਾ ਲਿਆ ਕਿ ਭਾਈ ਉਹ ਪਾਰਟੀ ਜਾਣਗੇ, ਪਰ ਚੰਗੇ ਅਕਸ ਵਾਲੇ ਲੋਕ ਤਾਂ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਵੀ ਹੋ ਸਕਦੇ ਆ, ਲੋਕਾਂ 'ਚ ਲਾਮਬੰਦੀ ਕਰਕੇ ਵੀ ਹੋ ਸਕਦੇ ਆ, ਲੋਕਾਂ ਨੂੰ ਕਹਿ ਕੇ ਵੀ ਹੋ ਸਕਦੇ ਆ ਕਿ ਭਾਈ ਤੁਸੀਂ ਚੰਗੇ ਨੂੰ ਵੋਟ ਪਾਇਓ, ਜੇ ਤੇ ਪਰਚਾ ਕੋਈ ਨਾ ਹੋਵੇ, ਜਿਹਦੇ ਕੋਲੇ ਰੋਡ ਮੈਪ ਹੋਵੇ। ਪਰ ਖੰਭਾਂ ਦੀਆਂ ਡਾਰਾਂ ਤੋਂ ਪਤਾ ਨਹੀਂ ਕੀ। ਇੱਕ ਨਾ ਜਦੋਂ ਸਵਾਲ ਆਉਂਦੇ ਹੁੰਦੇ ਆ ਵੀ ਜ਼ਿਆਦਾਤਰ ਆਪਸ਼ਨ ਵਾਲੇ, ਮਲਟੀਪਲ ਆਪਸ਼ਨਸ ਵਾਲੇ ਨਹੀਂ ਹੁੰਦੇ ਵੀ ਮਤਲਬ ਆਹ ਇੱਕ ਸਵਾਲ ਆ, ਇਹਦਾ ਜਵਾਬ ਆਹ ਹੋ ਸਕਦਾ, ਆਹ ਹੋ ਸਕਦਾ, ਆਹ ਹੋ ਸਕਦਾ, ਉਹ 'ਚ ABC ਤੇ ਰਲਦਾ ਹੁੰਦਾ। ਕਈ ਨਾ ਜਿਹੜਾ D ਹੁੰਦਾ ਨਾ, ਜਮਾ ਹੀ ਪਾਸੇ ਵਾਲਾ ਹੁੰਦਾ, ਉਹ ਜਿਹੜਾ ਪਾਸੇ ਵਾਲਾ ਇੱਕ ਥਾਟ ਆ ਆਪਾਂ ਉਹ ਵੀ ਵਿੱਚ ਐਡ ਕਰ ਦਈਏ, ਇਹਦਾ ਲਿੰਕ ਕੋਈ ਨਹੀਂ ਜੁੜਦਾ, ਜਸਟ ਕਿਆਫੇ। ਜਿੱਥੇ ਬਾਕੀ ਕਿਆਫੇ ਲੱਗਦੇ ਉਹਦੇ 'ਚ ਇੱਕ ਇਹ ਵੀ ਕਿਆਫਾ ਵੀ ਪਿਛਲੇ ਦਿਨ ਹੀ ਜਦੋਂ ਸੋਨੂ ਸੂਦ ਸਾਹਿਬ ਇੱਧਰ ਉੱਧਰ ਕਈ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਮਿਲੇ, ਉਸ ਤੋਂ ਬਾਅਦ ਬੜਾ ਪ੍ਰਚਾਰ ਹੋਇਆ ਕਿ ਯਾਰ ਉਹਨਾਂ ਨੇ ਚੰਗਾ ਕੰਮ ਕੀਤਾ, ਕੋਵਿਡ ਦੇ ਦੌਰਾਨ ਕੀਤਾ ਵੀ, ਕੋਈ ਸ਼ੱਕ ਨਹੀਂ। ਫਿਰ ਇਹ ਸੀ ਵੀ ਉਹਨਾਂ ਦੇ ਕਾਰੋਬਾਰਾਂ ਦੇ ਉੱਪਰ ਭਾਈ ਸਾਹਿਬ ਬਹੁਤ ਤਰ੍ਹਾਂ ਦੇ ਛਾਪੇ ਵੱਜੇ। ਛਾਪੇ ਮਾਰਨ ਵਾਲੀਆਂ ਜਿਹੜੀਆਂ ਭਾਈ ਸਾਹਿਬ ਏਜੰਸੀਆਂ ਨੇ ਉਹ ਕੇਂਦਰ ਸਰਕਾਰ ਦੇ ਹੱਥ 'ਚ ਨੇ। ਫਿਰ ਉਹਨਾਂ ਛਾਪਿਆਂ ਦਾ ਕੀ ਬਣਿਆ ਕੀ ਨਹੀਂ ਬਣਿਆ ਉਹ ਸਾਰਾ ਕੁਝ ਬੰਦ ਆ ਜੀ। ਐਂਡ ਆਪਾਂ ਇਹ ਵੀ ਦੇਖ ਰਹੇ ਹਾਂ ਵੀ ਬਹੁਤ ਸਾਰੇ ਬੰਦੇ ਇੱਧਰੋਂ ਉੱਧਰੋਂ BJP ਦੇ ਨਾਲ ਜਾਂ ਤਾਂ ਰਲ ਰਹੇ ਨੇ ਜਾਂ ਜੁੜ ਰਹੇ ਨੇ। ਜੇ ਕੋਈ ਨਹੀਂ ਰਲ ਰਿਹਾ ਜੁੜ ਰਿਹਾ ਤੇ ਫਿਰ ਉਹ ਬਿਆਨ ਵੀ ਦੇ ਰਿਹਾ। ਹੁਣ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਇਸ ਵਕਤ ਜੇ ਸਭ ਤੋਂ ਪਾਵਰਫੁਲ ਕੋਈ ਪਾਰਟੀ ਹੈ ਜਾਂ ਜਿਨ੍ਹਾਂ ਦੇ ਕੋਲ ਇੱਕ ਹੁੰਦਾ ਗੂੜੇ ਹਰੇ ਰੰਗ ਦਾ ਪੈਨ, ਉਹ BJP ਦੇ ਕੋਲ ਆ। ਮੈਂ ਬਿਲਕੁਲ ਨਹੀਂ ਜੁੜ ਰਿਹਾ ਉਧਰਲੇ ਪਾਸੇ, ਪਰ ਜਦੋਂ ਮੈਂ ਕਿਹਾ ਵੀ 3 ਆਪਸ਼ਨਾਂ ਤਾਂ ਜੁੜਦੀਆਂ ਨੇ, ਇੱਕ ਹੁੰਦੀ ਜਮਾਂ ਹੀ ਪਾਸਿਓਂ, ਇਹਨਾਂ 'ਚੋਂ ਕੋਈ ਨਹੀਂ ਲਿਖਿਆ ਹੁੰਦਾ। ਹਾਂ, ਇਹਨਾਂ 'ਚੋਂ ਕੋਈ। ਇਹ ਹੋ ਸਕਦਾ ਵੀ ਕੁਛ ਉਹੋ ਜਿਹੀ ਗੱਲ ਹੋਵੇ, ਪਰ ਜਦ ਤੱਕ ਉਹ ਕਲੀਅਰ ਨਹੀਂ ਹੁੰਦਾ ਉਨੀ ਦੇਰ ਤੱਕ ਸਿਰਫ ਕਿਆਫੇ। ਪਰ ਜਿਹੜੀ ਗੱਲ ਉਹਨਾਂ ਨੇ ਕਹੀ ਉਹ ਬਹੁਤ ਕੰਮ ਦੀ, ਬਹੁਤ ਕੰਮ ਦੀ ਆ। ਤੇ ਪੰਜਾਬ ਦੇ ਲੋਕ ਭਾਵੇਂ ਸੋਨੂ ਸੂਦ ਦਾ ਨਾਂ ਕੱਟ ਦੇਣ, ਉਹ ਥਾਟ ਹੀ ਵਧੀਆ, ਉਹ ਵਿਚਾਰ ਹੀ ਵਧੀਆ, ਤੇ ਉਹਨੂੰ ਆਪਣੀ ਕਾਪੀ ਤੇ ਨੋਟ ਕਰ ਲਓ, ਭਾਵੇਂ ਦੁੱਧ ਵਾਲੀ ਹਿਸਾਬ ਵਾਲੀ ਤੇ ਕਰ ਲਓ। ਨਾਲ ਮੈਂ ਤਾਂ ਕਹਿੰਦਾ ਬਾਕੀ ਵੀ ਲਿਆਉਣ, ਜਿੱਦਾਂ ਉਹਨਾਂ ਨੇ ਜ਼ਿਕਰ ਕੀਤਾ ਪਿਛਲੀ ਜਿਹੜੀ ਸਰਕਾਰ ਆ, ਉਹ ਕਹਿੰਦਾ ਵੀ ਉਹ ਤਾਂ ਜੀ ਫਲਾਨੇ ਕਰ ਗਏ, ਸਾਨੂੰ ਤਾਂ ਪਤਾ ਨਹੀਂ। ਪਰ ਹੁਣ ਜੇ ਮੰਨ ਲਓ ਕਾਂਗਰਸ ਦੀ ਸਰਕਾਰ ਗਾਂਹ ਆਉਣੀ ਹੈ ਤੇ ਕਾਂਗਰਸ ਵਾਲਿਆਂ ਨੂੰ ਸਾਰਾ ਕੁਝ ਪਤਾ, 5 ਸਾਲ ਇਹਨਾਂ ਰਾਜ ਕੀਤਾ। ਜੇ ਅਕਾਲੀਆਂ ਦੀ ਸਰਕਾਰ ਆਉਣੀ ਹੈ
ਤੇ ਸੁਖਬੀਰ ਬਾਦਲ ਸਾਹਿਬ ਕੋਲ ਲਾਲ ਰੰਗ ਦੀ ਡੈਰੀ ਹੈਗੀ, ਜਿੱਥੇ ਉਹਨੇ ਸਾਰਾ ਕੁਝ ਨੋਟ ਕੀਤਾ, ਕਿਹੜਾ ਅਫਸਰ ਕੀ ਕਰਦਾ ਸੀ, ਕਿਹੜੇ ਮੰਤਰੀ ਕੋਲ ਕਿੱਦਾਂ ਸੀ, ਕਿਹੜਾ MLA ਸਭ ਤੋਂ ਕਰਪਟ ਸੀ, ਹੈ ਨਾ। ਇਹਦਾ ਮਤਲਬ ਉਹ ਵੀ ਮੈਨੀਫੈਸਟੋ 'ਚ ਦੇ ਸਕਦੇ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਮੇਰੇ ਖਿਆਲ ਉਹਨਾਂ ਕੋਲੇ ਉਹ ਦੂਜੀਆਂ ਜਿਹੜੀਆਂ ਉਹ ਕਢਾਉਂਦੇ ਹੁੰਦੇ ਉੱਥੋਂ ਜੀ, ਜਿਹੜੀਆਂ RTIs ਉਹੋ ਹੀ ਇੰਨੀਆਂ ਜ਼ਿਆਦੀਆਂ ਜਿਹਦੇ ਵਿੱਚ ਉਹਨੇ ਕਲੀਅਰ ਕਰਨਾ ਵੀ ਆਹ ਦੇਖੋ ਸਨ ਅਸੀਂ 2013 ਤੋਂ ਰਿਕਾਰਡ ਘਟਾਇਆ ਹੈ। ਉਹ ਮੇਰੇ ਖਿਆਲ ਨਾਲ ਰਿਕਾਰਡ ਸਾਰਿਆਂ ਕੋਲੇ ਹੈਗਾ। ਇਹ ਗੱਲ ਬੜੀ ਕੰਮ ਦੀ ਆ ਵੀ ਹੁਣ ਗਾਂ ਜਿਹੜਾ ਵੀ ਤੁਸੀਂ ਰੋਡ ਮੈਪ ਦੇਣਾ, ਜਿਹੜਾ ਮੈਨੀਫੈਸਟੋ ਬਣਾਉਣਾ, ਉਹਦੇ 'ਚ ਹਰੇਕ ਚੀਜ਼ ਬੜੀ ਐਨ ਰਿਕਾਰਡ ਦੇ ਤਹਿਤ ਹੋਈ। ਭਾਈ ਸਾਹਿਬ ਇੱਥੇ ਖੜੇ ਆ, ਇੱਥੋਂ ਤੁਰਨਾ, ਇੱਥੇ ਪਹੁੰਚਣਾ, ਇੰਨਾ ਟਾਈਮ ਲੱਗਣਾ, ਜੇ ਨਾ ਪਹੁੰਚੇ ਤੇ ਅਸਤੀਫਾ। ਨਹੀਂ, ਬਹੁਤ ਜ਼ਰੂਰੀ ਹੈ। ਤੇ ਸੰਧਾਲੀਆ ਸਾਹਿਬ ਜਾਂਦੇ ਜਾਂਦੇ ਇੱਕ ਚੀਜ਼ ਜਿਹੜੀ ਉਹ ਜ਼ਰੂਰ ਕਰਨ ਵਾਲੀ ਹੈ ਕਿ ਦੀਵਾਲੀ ਵਾਲੀ ਰਾਤ ਸੀ ਤੇ ਪ੍ਰਗਟ ਸਿੰਘ ਹੋਰੀ ਆਪਣੇ ਘਰੋਂ ਨਿਕਲੇ। ਉਹ ਜਿਹੜੇ ਧਰਨਾ ਲਾ ਕੇ ਬੈਠੇ ਸੀ ਬੇਰੁਜ਼ਗਾਰ, ਆਪਣੇ ਬੱਚਿਆਂ ਕੋਲ ਗਏ, ਕਹਿੰਦੇ ਮੈਂ ਕਿੱਦਾਂ ਆਪਣੇ ਘਰੇ ਦੀਵਾਲੀ ਦੀਆਂ ਖੁਸ਼ੀਆਂ ਮਨਾ ਸਕਦਾ, ਤੁਸੀਂ ਵੀ ਮੇਰੇ ਬੱਚਿਆਂ ਵਰਗੇ। ਉਹਨਾਂ 'ਚ ਬੈਠੇ ਮਠਿਆਈ ਵੰਡੀ, ਕਹਿੰਦੇ ਕੋਈ ਨਹੀਂ, ਗੱਲਬਾਤ ਨਾਲ ਮਸਲਾ ਹੱਲ ਕਰਾਂਗੇ ਤੁਹਾਡਾ। ਐਜੂਕੇਸ਼ਨ ਮਿਨਿਸਟਰ ਨੇ। ਚੰਨੀ ਸਾਹਿਬ ਇੱਕ ਘਰ ਦੇ ਵਿੱਚ ਫਰਸ਼ ਤੇ ਬੈਠੇ ਸੀ, ਕਹਿੰਦੇ ਜੀ ਤੁਹਾਡਾ ਘਰ ਤੁਹਾਡੇ ਨਾਂ, ਦੀਵਾ ਜਗਾਇਆ, ਮਠਿਆਈ ਖਵਾਈ, ਵਧੀਆ। ਇੱਕ ਬੇਨਤੀ ਇਹ ਕਰਨੀ ਆ ਕਿ ਬਹੁਤ ਸਾਰੇ ਸਾਡੇ ਕੋਲ ਸੁਨੇਹੇ ਪੁੱਜੇ ਕਿ ਪੰਜਾਬ ਪੁਲਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਭਰਤੀਆਂ ਹੋਣੀਆਂ ਸੀ, ਪੇਪਰ ਹੋਏ, ਉਹਦੇ ਤੋਂ ਬਾਅਦ ਦੋਸ਼ ਲੱਗੇ ਕਿ ਨਕਲ ਹੋਈ ਹੈ, ਕੋਈ 2 ਨੰਬਰ ਦਾ ਕੰਮ ਹੋਇਆ, ਪੇਪਰ ਕੈਂਸਲ ਕਰ ਦਿੱਤੇ, ਪੋਸਟਪੋਨ ਕਰਤੇ, ਰੋਕ ਲੱਗ ਗਈ। ਹੁਣ ਬੱਚਿਆਂ ਦਾ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਨੇ, ਉਹਨਾਂ ਦਾ ਕੰਸਰਨ ਇਹ ਆਉਂਦਾ ਕਿ ਕੋਡ ਆਫ ਕੰਡਕਟ ਲੱਗ ਜਾਣਾ, ਸਾਡੀ ਗੱਲ ਜ਼ਰੂਰ ਕਰੋ। ਅਸੀਂ ਪ੍ਰਗਟ ਸਿੰਘ ਹੋਰਾਂ ਨੂੰ, ਚੰਨੀ ਸਾਹਿਬ ਨੂੰ, ਸਾਰੇ ਮੰਤਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਤਾਂ ਤੁਹਾਨੂੰ ਲੱਗਦਾ ਕਿ ਉਹ ਟੈਸਟ ਸਹੀ ਹੋਏ ਨੇ, ਜੇ ਤਾਂ ਇਮਾਨਦਾਰੀ ਨਾਲ ਸਹੀ ਹੋਇਆ, ਤੁਰੋ ਅੱਗੇ, ਨਹੀਂ ਤਾਂ ਤੁਰੰਤ ਦੂਜੀ ਵਾਰੀ ਟੈਸਟ ਲੈ ਲਓ, ਪਰ ਉਹ ਭਰਤੀ ਪ੍ਰਕਿਰਿਆ ਨਾ ਰੁਕ ਜਾ, ਕਿਉਂਕਿ ਫਿਰ 4.5 ਸਾਲ ਲੱਗ ਜਾਣੇ ਆ ਜੋ ਹਾਲਾਤ ਨੇ ਸਿਆਸਤਦਾਨਾਂ ਦੇ, ਤੇ ਉਹਨਾਂ 4.5 ਸਾਲਾਂ ਦੇ ਵਿੱਚ ਬੱਚਿਆਂ ਨੇ ਰੋਟੀ ਕਿੱਥੋਂ ਖਾਣੀ ਹੈ। ਉਹਨਾਂ 4.5 ਸਾਲਾਂ ਦੇ ਵਿੱਚ ਬਹੁਤ ਸਾਰੇ ਬੱਚੇ ਓਵਰੇਜ ਹੋ ਜਾਣੇ ਆ। ਮੈਂ ਫਿਰ ਕਹਿੰਦਾ, ਪੰਜਾਬ ਪੁਲਿਸ ਦੀ ਬਹੁਤੀ ਗੱਲ ਹੈ ਕਿ ਕਈ ਭਰਤੀਆਂ ਦੇ ਜਿਹੜੇ ਪ੍ਰੋਜੈਕਟ ਰੁਕੇ ਪਏ ਆ, ਕਈਆਂ ਨੂੰ ਹੋਰ ਡਿਪਾਰਟਮੈਂਟਾਂ ਦੇ ਵਿੱਚ ਨਿਯੁਕਤੀ ਪੱਤਰ ਦੇਣ ਵਾਲੇ ਰਹਿੰਦੇ ਆ, ਕਈਆਂ ਨੂੰ ਨਿਯੁਕਤੀ ਪੱਤਰ ਮਿਲ ਗਏ ਆ ਤੇ ਅਲਾਟਮੈਂਟ ਨਹੀਂ ਹੋਈ ਸਟੇਸ਼ਨ ਦੀ, ਕਈ ਜਿਹੜੇ ਕੱਚੇ ਨੇ ਉਹ ਪੱਕੇ ਕਰਨ ਵਾਲੇ ਆ। ਪਹਿਲ ਦੇ ਆਧਾਰ ਦੇ ਉੱਤੇ ਕਰੋ, ਜਿਨ੍ਹਾਂ ਦੇ ਘਰਾਂ ਦੇ ਵਿੱਚ ਦੀਵੇ ਜਗਾਉਣੇ ਆ, ਇਹ ਬਹੁਤ ਜ਼ਰੂਰੀ ਹੈ। ਮੈਂ ਤਾਂ ਇਹ ਵੀ ਸੋਚਦਾ ਵੀ ਚਲੋ ਕੋਈ ਵੀ ਬਾਬਾ ਸਿੱਧਾ ਆ ਕੇ ਨਹੀਂ ਕਹਿੰਦਾ, ਬਾਬਾ ਮਤਲਬ ਮੈਂ ਰੱਬ ਦੀ ਗੱਲ ਕਰਦਾ ਜੀ, ਵੀ ਰੱਬ ਚਲੋ ਹੈ ਤਾਂ ਇੱਕ, ਪਰ ਚਲੋ ਮੰਨਣ ਦੇ ਢੰਗ ਤਰੀਕੇ ਆਪਾਂ ਵੱਖੋ ਵੱਖਰੇ ਬਣਾਉਣਾ। ਵੀ ਕਿਸੇ ਰੂਪ 'ਚ ਵੀ ਥੱਲੇ ਧਰਤੀ ਤੇ ਆ ਕੇ ਉਹਨੇ ਇਹ ਨਹੀਂ ਦੱਸਣਾ ਵੀ ਮੇਰੇ ਕੋਲੇ ਡੇਲੀ ਦੀਆਂ ਕਿੰਨੀਆਂ ਅਰਦਾਸਾਂ, ਕਿੰਨੀਆਂ ਸੁੱਖਣਾ ਆਉਂਦੀਆਂ ਵੀ ਬਾਬਾ ਆਹ ਕੰਮ ਹੋ ਜਾਵੇ ਸਾਡਾ। ਉਦੋਂ ਪਹਿਲਾਂ ਨਾ ਵੀ ਉਹ ਜਾਣੇ ਕਿਤੇ ਨੌਕਰੀ ਤੇ ਲੱਗ ਜੇ, ਵੇਖੋ ਕੁੜੀ ਇੰਨਾ ਚਿਰ ਹੋ ਗਿਆ ਪੜ੍ਹਦੀ ਸੀ, ਉਹਨੇ ਆਹ ਵੀ ਟੈਸਟ ਕਲੀਅਰ ਕੀਤਾ, ਆਹ ਵੀ ਕੀਤਾ, ਨੰਬਰ ਬੜੇ ਵਧੀਆ, ਹੁਣ ਵੀ ਸਾਨੂੰ ਆਸ ਸੀ ਵੀ ਕੋਈ ਗੱਲ ਬਣ ਜੇ ਤੇ ਮਹਾਰਾਜ ਕਿਰਪਾ ਕਰਦੀ, ਅਸੀਂ ਪੰਜਾਂ ਦਾ ਪ੍ਰਸ਼ਾਦ। ਉਹ ਪਤਾ ਨਹੀਂ ਖਰਿਆ ਕਿ 5-5 ਕਰਕੇ ਉੱਤੇ ਕਰੋੜਾਂ ਰੁਪਈਆ ਬਾਬੇ ਨਾਲ ਹਿਸਾਬਤਾ ਹੋ ਗਿਆ ਹੋਣਾ। ਇੱਥੇ ਪਤਾ ਨਹੀਂ ਇਹਨਾਂ ਨੇ ਕਰਨਾ ਕਿ ਨਹੀਂ ਕਰਨਾ। ਉਨੀ ਤਨਖਾਹ ਵੀ ਨਹੀਂ ਬਣਨੀ ਸਾਰੇ ਨਿਆਣਿਆਂ ਦੀ। ਚਲੋ ਬਾਕੀ ਕੋਈ ਗੱਲ ਨਹੀਂ। ਬਾਕੀ ਸੰਧਾਲੀਆ ਸਾਹਿਬ, ਜੇ ਤੁਹਾਡੀਆਂ ਗੱਲਾਂ ਸਾਨੂੰ ਚੰਗੀਆਂ ਲੱਗੀਆਂ ਤਾਂ ਅਸੀਂ ਜਿਹੜਾ ਸਰਕਾਰ ਦੇ ਸਾਈਕਲ ਪਿਆ ਉਹਦੇ ਵਿੱਚੋਂ ਇੱਕ ਸਾਈਕਲ ਰੰਗ ਕਰਾ ਕੇ ਤੁਹਾਨੂੰ ਨਾਟਕ ਕਰ ਸਕੇ ਦੇਵਾਂਗੇ। 2 ਲੈਣੇ ਆ ਵੀਰ ਦਾ, ਮੈਂ ਨਾਲ ਲੈਣਾ ਹੈ। ਨਹੀਂ, ਮੈਂ ਤਾਂ ਪਿੱਛੇ ਕਾਠੀ ਵਧੀਆ ਪਵਾਉਣੀ ਆ, ਮੈਂ ਤਾਂ ਪਿੱਛੇ ਬਹਿਣਾ ਹੈ। ਆਹੋ ਚਲੋ ਇਦਾਂ ਗੱਲ, ਮੇਰਾ ਸਰੀਰ ਥੋੜਾ ਨਾਲੇ ਕਾਇਮ ਰਹੂਗਾ। ਇਹਦੇ ਮੈਂ ਦੱਸਣਾ ਵੀ ਹੈ ਨਾ ਕਿ ਨਾਲੇ ਇਹ ਨਹੀਂ ਕਹਿਣਗੇ ਵੀ ਵੇਲਾ ਵੀ ਇਹ 2 ਮੰਗਦੇ ਸਾਈਕਲ, ਨਾਲੇ ਸਾਈਕਲ ਨਾਲੇ 2 ਘੰਟੀ ਆਪਣੀ ਲਵਾਵਾਂਗੇ। ਹਾਂ, ਇਹ ਵੀ ਠੀਕ ਹੈ। ਚਲਿਏ ਫਿਰ ਉਹੀ ਗੱਲ, ਬਹਿ ਜਾ ਮੇਰੇ ਸਾਈਕਲ ਤੇ, ਟੱਲੀਆਂ ਵਜਾਉਂਦਾ ਜਾਊਂ, ਆਪਾਂ ਇੱਦਾਂ ਹੀ ਚੱਲਾਂਗੇ। ਬਹੁਤ ਸ਼ੁਕਰੀਆ। ਲਓ ਜੀ, ਮੇਰੇ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਤੁਸੀਂ ਭੇਜਦੇ ਵੀ ਹੋ, ਤੁਸੀਂ ਪਸੰਦ ਕਰਦੇ ਹੋ, ਕਮੈਂਟ ਕਰਦੇ ਹੋ, ਟਿੱਪਣੀ ਕਰਦੇ ਹੋ, ਅਸੀਂ ਬੜੇ ਸ਼ੁਕਰਗੁਜ਼ਾਰ ਹਾਂ। ਇੱਕੋ ਲਾਈਕ ਵਾਲਾ ਬਟਨ ਦੱਬਦਿਆ ਕਰੋ, ਜੇ ਅੱਗੇ ਸ਼ੇਅਰ ਕਰਦਿਆ ਕਰੋ। ਗੱਲ ਪਹੁੰਚਦੀ ਕਿਸੇ ਲੀਡਰ ਸਾਹਿਬਾਨ ਤੱਕ ਵੀ ਅੱਪੜ ਜੇ, ਉਹ ਜਾਣੇ ਕਿਸੇ ਦੇ ਮਨ ਮਿਹਰ ਪੈ ਜੇ ਤੇ ਆਪਣਾ ਮਸਲਾ ਹੱਲ ਹੋ ਜੇ। ਹੋਰ ਆਪਾਂ ਨੂੰ ਕੀ ਚਾਹੀਦਾ। ਸੋ ਦੇਖਦੇ ਰਹਿਣਾ ਜੀ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।